ਮੈਨੂੰ ਨਹੀਂ ਆਉਂਦੀ ਜਾਂ ਉਂਝ ਮਰ ਗਿਆ ਮਰ ਗਿਆ ਜੀ। ਸੋ ਮਾਈਕ ਪੁੱਟ ਕੇ ਦੱਸ, ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਤੇਰੇ 2 ਨੰਬਰ ਖਲੀਫਾ ਦੇ ਬਾਰੇ ਕੀ ਬਿਆਨ ਦਿੱਤਾ ਹੈ? ਅਦਾਲਤ ਵਿੱਚ ਕੀ ਬਿਆਨ ਉਹਨੇ ਦਿੱਤਾ ਹੈ? ਉਹਨੇ ਕਿਹਾ ਜ਼ਾਨੀ ਏ ਉਹ ਮੁਹੰਮਦ ਰਸੂਲullah ਦਾ ਨਾਮ ਲੈਣਾ ਪਿਆ। ਮੈਂ ਤੇਰੇ 2 ਨੰਬਰ ਖਲੀਫਾ ਦੀ ਗੱਲ ਪਿਆ ਕਰਨਾ ਨਾ ਜਿਹਨੇ ਖਲੀਫਾ ਰੱਖਿਆ ਹੈ ਉਹ ਤੇਰਾ 2 ਨੰਬਰ ਖਲੀਫਾ ਜਿਹੜਾ ਸੀ ਉਹਦੇ ਬਾਰੇ ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਕੀ ਆਖਿਆ ਸੀ? ਲਾਹੌਰ ਹਾਈ ਕੋਰਟ 'ਚ ਇਹ ਵੀ ਬਿਆਨ ਪਿਆ ਮੇਰਾ ਪੁੱਤਰ। ਲਾਹੌਰ ਹਾਈ ਕੋਰਟ 'ਚ ਇਹ ਵੀ ਜਾ ਕੇ ਕਾਗਜ਼ ਖੋਲੇਗਾ ਨਾ 1937 ਦੀ ਜਾ ਕੇ ਫਾइल खोलेगा तो ये भी ਉਹਦਾ ਬਿਆਨ ਉੱਥੇ ਪਿਆ। ਉਹ ਕਹਿੰਦਾ ਆਹੋ ਮੇਰੀ ਆਵਾਜ਼ ਸੁਣ, ਸਮਾਨ ਦੀ ਤੇ ਸੁਣ, ਜ਼ਮੀਨ ਵਾਲੇ ਦੀ ਵੀ ਸੁਣ। ਜ਼ਮੀਨ ਤੇ ਵੀ ਇੱਕ ਆਵਾਜ਼ ਆ ਰਹੀ, ਜ਼ਮੀਨ ਤੇ ਆਵਾਜ਼ ਆ ਰਹੀ ਹੈ ਕਿ ਇਹਨਾਂ ਦਾ 2 ਨੰਬਰ ਖਲੀਫਾ ਜ਼ਾਨੀ ਸੀ। ਸ਼ੇਖ ਅਬਦੁਰਰਹਿਮਾਨ ਮਿਸਰੀ ਕਹਿੰਦਾ ਇਹਨੇ ਇੱਕ ਨੌਜਵਾਨ ਲੜਕੀਆਂ ਔਰ ਲੜਕਿਆਂ ਦਾ ਗਰੋਹ ਪਾਲਿਆ और उत्थे कसरे खिलाफत लोकां नाल जिना करदे ने। एदा नाम महामहंदी दी जमात है। एने आ जेड़े ओए नज़ीरे तू भी दौड़ना है मेरा पुत्र, अगे तू दौड़ के आए हैं। मेरी गल सुनना, निशान है ए भी तो निशान ही है ना, ए भी तो निशान ही है कि मुसलमान तुहाडी शक्ल भी नहीं वेखना चाहते ते तुसीं भज मुसलमानां ते जाके थल्ले वड़दे हो। ਇਹ ਵੀ ਤਾਂ ਅੱਲਾ ਦਾ ਨਿਸ਼ਾਨ ਹੀ ਹੈ ਕਿ 16ਵਾਂ ਹਿੱਸਾ ਦੇ ਕੇ ਆਪਣੀਆਂ ਧੀਆਂ ਤੁਸੀਂ ਇੱਜ਼ਤਾਂ ਉਹਨਾਂ ਦੇ ਅੱਗੇ ਪੇਸ਼ ਤੇ ਕਰਦੇ ਹੋ, ਲਾਂਨਤੀਓ। ਇਹ ਵੀ ਤਾਂ ਅੱਲਾ ਦਾ ਨਿਸ਼ਾਨ ਹੀ ਹੈ ਨਾ। ਅੱਲਾਹ ਤਾਲਾ ਨੇ ਤੁਹਾਨੂੰ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਹੈ ਕਿ ਤੁਸੀਂ ਹਰ ਮਹੀਨੇ 16ਵਾਂ ਹਿੱਸਾ ਕਮਾ ਕੇ ਨਾ, ਗੱਲ ਸੁਣ, ਆਪਣੀ ਤਨਖਾਹ ਦਾ 16ਵਾਂ ਹਿੱਸਾ ਦੇ ਕੇ ਤੇ ਇਹ ਗੰਦ ਤੇ ਇਹ ਗਲਾਜ਼ਤ ਦਾ ਟੋਕਰਾ ਸਿਰ ਤੇ ਚੁੱਕ ਕੇ ਤੇ ਗਲੀ ਗਲੀ ਫਿਰਨਾ ਹੈ ਤੇ ਜਾ ਕੇ ਆਣਾ ਮਾਂ ਮਹਿੰਦੀ ਆ ਗਿਆ, ਇਹ ਮਾਂ ਮਹਿੰਦੀ ਆ ਗਿਆ, ਲਾ ਲਓ ਇਹਨੂੰ ਮਾਂ ਮਹਿੰਦੀ ਨੂੰ। ਇਹਦੇ ਨੂੰ ਵੱਡਾ ਅਜ਼ਾਬ ਹੋਰ ਕੀ ਹੋ ਸਕਦਾ ਹੈ? ਇਹਦੇ ਨੂੰ ਵੱਡੀ ਜ਼ਿਲਤ ਹੋਰ ਕੀ ਹੋ ਸਕਦੀ ਹੈ? ਇਹਦੇ ਨੂੰ ਵੱਡਾ ਅਜ਼ਾਬ ਕੀ ਹੋ ਸਕਦਾ ਮੇਰੇ ਬੱਚੇ? ਅੱਲਾਹ ਪਾਕ ਨੇ ਤੁਹਾਨੂੰ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਹੈ। ਮਰਜ਼ਾਈਆਂ ਨੂੰ ਅੱਲਾਹ ਤਾਲਾ ਨੇ ਇਸ ਦੁਨੀਆ ਦੇ ਉੱਤੇ ਜ਼ਿਲਤ ਔਰ ਰਸਵਾਈ ਦਾ ਇਬਰਤ ਦਾ ਇੱਕ ਨਿਸ਼ਾਨ ਬਣਾ ਦਿੱਤਾ ਹੈ ਕਿ ਹਰ ਮਰਜ਼ਾਈ ਆਪਣੇ ਹਰ ਮਹੀਨੇ ਦੀ ਤਨਖਾਹ ਚ 16ਵਾਂ ਹਿੱਸਾ ਇਹਨਾਂ ਚੋਰਾਂ ਨੂੰ ਦਿੰਦਾ ਹੈ ਤੇ ਆਪਣੀਆਂ ਧੀਆਂ ਆਪਣੇ ਬੱਚੇ ਇਹਨਾਂ ਦੇ ਹਵਾਲੇ ਕੀਤੇ ਨੇ। ਉੱਥੇ ਵੀ ਆਹੀ ਕੰਮ ਸ਼ੁਰੂ ਕਰਤਾ। ਪੜ੍ਹ ਦਰੂਦ ਹੁਣ, ਪੜ੍ਹ ਦਰੂਦ ਹੁਣ। ਉਹਨੂੰ ਕਿਉਂ ਨਹੀਂ ਪੇਸ਼ ਕਰਦਾ? ਉਹਨੂੰ ਕਿਉਂ ਨਹੀਂ ਪੇਸ਼ ਕਰਦਾ ਜਿਹੜਾ ਤੂੰ ਮਾਂ ਮਹਿੰਦੀ ਬਣਾਇਆ? ਹਾਂ ਸੁਭਾਨ ਅੱਲਾਹ ਬਾਬੇ ਹਮਦਹੀ। ਮੈਂ ਕਹਿੰਦਾ ਜਿਹੜਾ ਓਏ ਗੱਲ ਸੁਣ ਓਏ ਉਹ ਤੇ ਠੀਕ ਹੈ, ਪਰ ਮੈਂ ਕਹਿੰਦਾ ਜਿਹੜਾ ਤੇਰਾ ਮਾਂ ਮਹਿੰਦੀ ਏ ਉਹਦਾ ਕਿਰਦਾਰ ਤੇ ਲੋਕਾਂ ਸਾਹਮਣੇ ਪੇਸ਼ ਕਰ ਵੀ ਇਹ ਮਾਂ ਮਹਿੰਦੀ ਏ। ਇੰਜ ਦਾ ਮਾਂ ਮਹਿੰਦੀ, ਇੰਜ ਨੇ ਲੋਕਾਂ ਦਾ ਮਾਲ ਲੁੱਟ ਕੇ ਖਾਦਾ ਹੈ, ਇੰਜ ਨੇ ਲੋਕਾਂ ਕੋਲੋਂ ਧੀਆਂ ਦੇ ਸਾਕ ਮੰਗੇ ਸਾਕ ਤੂੰ ਧੀਆਂ ਕੁਵਾਰੀਆਂ ਦੇ। ਉਹ ਫਰਾਡੀਆ, ਉਹ ਬਲੈਕਮੇਲਰਾ, ਉਹ ਲੋਕਾਂ ਦੀਆਂ ਕੁਵਾਰੀਆਂ ਧੀਆਂ ਦੇ ਸਾਕ ਮੰਗਣ ਵਾਲਿਆ ਬਲੈਕਮੇਲਰਾ। ਇਹਦਾ ਨਾਮ ਮਾਂ ਮਹਿੰਦੀ ਹੈ। ਇਹ ਬਲੈਕਮੇਲਰ, ਬਲੈਕਮੇਲਰ। ਇਸ ਬਲੈਕਮੇਲਰ ਨੂੰ ਤੁਸੀਂ ਚਾਹੁੰਦੇ ਹੋ ਕਿ ਮਾਂ ਮਹਿੰਦੀ ਬਣਾ ਕੇ ਪੇਸ਼ ਕਰੀਏ? ਪੁੱਤਰ ਇਹਦੀ ਇੱਛੀ ਬਿੱਛੀ ਅਸਾਂ ਖੋਲ ਦਿੱਤੀ ਇਨਸ਼ਾਅੱਲਾ, ਅੱਲਾ ਦੀ ਤੌਫੀਕ ਔਰ ਰਹਿਮਤ ਨਾਲ। ਇਹਦੀ ਇੱਛੀ ਬਿੱਛੀ ਖੋਲ ਕੇ ਲੋਕਾਂ ਨੂੰ ਬਿਆਨ ਕਰ ਦਿੱਤੀ ਹੈ। ਇਨਸ਼ਾਅੱਲਾ ਰਹਿੰਦੀ ਦੁਨੀਆ ਯਾਦ ਕਰੇਗੀ ਕਿ ਇਹ ਫਰਾਡੀ, ਨੌਸਰਬਾਜ਼, ਮੱਕਾਰ, ਫਰੇਬੀ, ਬਲੈਕਮੇਲਰ ਇਹਨੂੰ ਮਰਜ਼ਾਈ ਮਾਂ ਮਹਿੰਦੀ ਮੰਨ ਕੇ ਬੈਠੇ ਨੇ। ਜਿਹੜੀਆਂ ਗੱਲਾਂ ਦਾ ਲੋਕਾਂ ਨੂੰ ਨਹੀਂ ਸੀ ਪਤਾ ਨਾ, ਉਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ। ਅਲਹਮਦੁਲਿल्लाह, ਇਹ ਵੀ ਅੱਲਾਹ ਤਾਲਾ ਦਾ ਇੱਕ ਨਿਸ਼ਾਨ ਹੈ। ਅੱਲਾਹ ਤਾਲਾ ਨੇ ਉਹਦੀ ਜ਼ਿਲਤ ਔਰ ਰਸਵਾਈ ਦਾ ਜਿਹੜਾ ਕੋਈ ਸਮਾਨ ਕਾਦੀਆਂ ਚ ਕੀਤਾ, ਗੁਰਦਾਸਪੁਰ ਚ ਕੀਤਾ, ਪੂਰੇ ਪੰਜਾਬ ਚ ਕੀਤਾ ਤੇ ਸਾਈਆਂ ਦੇ ਖਿਲਾਫ ਜਲੂਸ ਕੱਢ ਕੇ ਨੂੰ ਛਿੱਤਰ ਫੇਰਿਆ, ਉਹਦੇ ਤੋਂ ਵੱਧ ਕੇ ਇਹਨੇ ਸਮਝਿਆ ਕਿ ਇਹ ਦੁਨੀਆ ਭਰ ਦੀ ਜ਼ਿਲਤ ਮੈਂ ਖੱਟਣੀ ਹੈ। ਪੂਰੀ ਦੁਨੀਆ ਵਿੱਚ ਜਾ ਕੇ ਜ਼ਿਲਤ ਦਾ ਸਮਾਨ ਮੈਂ ਇਕੱਠਾ ਕਰਨਾ ਹੈ ਤੇ ਟੋਕਰਾ ਭਰ ਕੇ ਗੰਦ ਦਾ, ਛਿੱਤਰਾਂ ਦਾ ਤੇ ਮੈਂ ਘਰ ਲਿਆਉਣਾ। ਹੁਣ ਤੁਸੀਂ ਬਾਹਰ ਆ ਕੇ ਨਾ, ਗੱਲ ਸੁਣ, ਕਾਦੀਆਂ ਚ ਨਿਕਲ ਕੇ, ਗੁਰਦਾਸਪੁਰ ਚ ਨਿਕਲ ਕੇ, ਪੰਜਾਬ ਹਿੰਦੁਸਤਾਨ ਚ ਨਿਕਲ ਕੇ, ਰਬੇ ਚ ਵੀ ਨਿਕਲ, ਪੂਰੀ ਦੁਨੀਆ ਤੇ ਫਿਰ ਕੇ ਇਹ ਜ਼ਲਾਲਤ ਇਕੱਠੀ ਕਰਨੀ ਹੈ। ਪੂਰੀ ਦੁਨੀਆ ਦੇ ਉੱਤੇ ਫਿਰ ਕੇ ਨਾ, ਪੂਰੀ ਦੁਨੀਆ ਦੇ ਉੱਤੇ ਫਿਰ ਕੇ ਜ਼ਲਾਲਤ ਇਕੱਠੀ ਕਰਨੀ ਜੇ ਮੇਰਾ ਪੁੱਤਰ। ਮੰਗੋ ਗਲੀ ਗਲੀ ਖੈਰ ਮੰਗੋ ਤੇ ਆਖੋ ਇਹ ਮਾਂ ਮਹਿੰਦੀ ਏ,
ਇਹ ਸਾਡਾ ਮਾਂ ਮਹਿੰਦੀ ਹੈ। ਇਹਦੇ ਕੋਲ ਕੋਈ ਬੰਦਾ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਆਵੇ, ਇਹ ਉਹਨਾਂ ਕੋਲੋਂ ਕੁਆਰੀਆਂ ਦੇ ਸਾਗ ਮੰਗਦਾ ਹੈ। ਐਸਾ ਅੱਛਾ ਆਦਮੀ ਸੀ। ਐ ਜ਼ਾਲਿਮ ਹਿਊਮੈਨਿਟੀ ਤੂੰ ਦਰੂਦ ਜ਼ਾਲਮ ਹਿਊਮੈਨਿਟੀ। ਇਹਨੂੰ ਆਖ ਬਈ ਇਹਦੀ ਜਿਹੜਾ ਮਾਂ ਮਹਿੰਦੀ ਦੀ ਸੀਰਤ ਹੈ ਉਹ ਬਿਆਨ ਕਰੇ। ਤੂੰ ਆਪਣੇ ਮਾਂ ਮਹਿੰਦੀ ਦੀ ਸੀਰਤ ਬਿਆਨ ਕਰ ਲੋਕਾਂ ਦੇ ਸਾਹਮਣੇ, ਜਾਂ ਉਹਦੀ ਸੂਰਤ ਹੀ ਵਹਾ ਛੱਡ। ਉਹਦੀ ਸ਼ਕਲ ਵੇਖ ਕੇ ਪਤਾ ਲੱਗਦਾ। ਉਹ ਖੁਦ ਇਹਨਾਂ ਦੀ ਕਿਤਾਬ 'ਚ ਲਿਖਿਆ ਕਿ ਹਜ਼ਰਤ ਸਾਹਿਬ ਦੀ ਸ਼ਕਲ ਵੇਖੀ ਤੇ ਇੱਕ ਬੰਦੇ ਨੇ ਤੇ ਉਹਨੇ ਆਖਿਆ ਇਹ ਤਾਂ ਕੋਈ ਚਰਸੀ ਜਾਂ ਫੀਮੀ ਜਿਹਾ ਬੰਦਾ ਮਾਲੂਮ ਹੁੰਦਾ। ਇਹ ਕਿਤਾਬ ਤੁਹਾਡੇ 'ਚ ਲਿਖਿਆ ਕਿ ਸ਼ਕਲ ਵੇਖ ਕੇ ਬੰਦੇ ਨੇ ਆਖਿਆ ਕਿ ਫੀਮੀ ਮਾਲੂਮ ਹੁੰਦਾ, ਫੀਮੀ। ਉਹਦੀ ਸ਼ਕਲ ਵਹਾ ਲੋਕਾਂ ਨੂੰ। ਨੌਸਰਬਾਜ਼ ਤੇ ਠੱਗ। ਚੱਲ ਹੁਣ ਕਿਹੜੀ ਬਰਾੜ ਤੇ ਗਿਆ? ਅੱਗੇ ਇੱਕ ਬਰਾੜ ਥੱਲੇ ਆਇਆ ਜੇ ਇੱਕ ਸਾਕੀ ਨਾਮ ਦਾ, ਇਧਰ ਗੱਲ ਕਰੋ ਜਰਾ ਇਹਨਾਂ ਨਾਲ। ਕੌਣ ਆਇਆ? ਮੁਸਲਮਾਨ ਭਾਈ ਆ ਸਾਕੀ। ਸਾਕੀ ਵੀ ਪਹਿਲੇ ਹੁੰਦਾ ਸੀ ਤੇ ਸਾਨੂੰ ਗਾਲਾਂ ਕੱਢਦਾ ਹੁੰਦਾ ਸੀ, ਇੰਜ ਹੀ ਨਜ਼ੀਰੇ ਆ ਰਹੇ ਤੇ ਸਾਕੀ ਨੇ ਲਾਂਤਾਂ ਪਾਈਆਂ ਨੇ, ਹੁਣ ਮੇਰਾ ਭਾਂਜਾ ਬਣ ਗਿਆ। ਪਹਿਲਾਂ ਇਹ ਵੀ ਇੰਜ ਸਾਨੂੰ ਗਾਲਾਂ ਕੱਢਦਾ ਸੀ, ਜਿਸ ਤਰ੍ਹਾਂ ਇਹ ਨਜ਼ੀਰੇ ਨਹੀਂ ਕੱਢ ਕੇ ਗਿਆ। ਪਹਿਲਾਂ ਇਹ ਵੀ ਉੱਥੇ ਸੈਣੀ ਸਾਹਿਬ ਦੀ ਬਰਾੜ ਤੇ ਦੂਜੀਆਂ ਬਰਾਡਾਂ ਤੇ ਆਉਂਦਾ ਸੀ, ਇਹ ਮੁਸਲਮਾਨੋ ਤੁਹਾਡੀ ਐਸੀ ਤਾਂ ਅਸੀਂ ਕਿਉਂ ਨਹੀਂ ਸਾਡੇ ਮਾਂ ਮਹਿੰਦੀ ਨੂੰ ਮੰਨਦੇ। ਉਹਨਾਂ ਦਾ ਨਹੀਂ, ਵਾਕਈ ਚੋਰ ਹੀ ਸੀ ਮਾਂ ਮਹਿੰਦੀ। ਇਹ ਤੇ ਬਲੈਕੀ ਆਈ ਸੀ, ਇਹਦੇ ਫਰਾਡੀ ਤੇ ਨੌਸਰਬਾਜ਼ ਤੇ ਠੱਗ ਸੀ, ਠੱਗ। ਇਸ ਤਰ੍ਹਾਂ ਦਾ ਬੰਦਾ, ਇਹਨੂੰ ਲੋਕੀ ਮਤਲਬ ਮੰਨ ਕੇ ਆਪਣਾ ਬੇੜਾ ਗਰਕ ਕੀਤਾ, ਆਪਣੀ ਔਲਾਦ ਦਾ ਬੇੜਾ ਗਰਕ ਕੀਤਾ। ਅੱਗੋਂ ਹੋਰ ਵੀ ਲੋਕਾਂ ਨੂੰ ਦਾਅਵਤ ਦਿੰਦੇ ਨੇ, ਆਂਦੇ ਨੇ ਹੋਰ ਵੀ ਲੋਕੀ ਆ ਜਾਓ। ਅਬੂ ਬਕਰ ਭਾਈ ਦਾ ਯਾਰ ਹੈ ਨਜ਼ੀਰਾ। ਅਬੂ ਬਕਰ ਭਾਈ ਦਾ ਯਾਰ। ਵਾਲੇਕੁਮ ਸਲਾਮ ਰਹਿਮਤੁल्लाह। जबरान कौन है? वो तो नहीं डिंपल बॉय वाला एक आईडी डिंपल बॉय, यंग जा बच्चा है, छोटी छोटी दाढ़ी काली है ऐसा ना। गाइड करने वाले इतने 101 उस्ताद बैठे ने, तो ही पहना ना इतने 101 उस्ताद बैठे ने गाइड करने वाले। अल्लाह पाक मेहरबानी करेगा। बस सोशल मीडिया दे उत्ते ना इन्ना गंद पिया, अल्लाह माफ करे, इन्ना तरक पिया है, की करिए, निरा चुप भी नहीं करना। ਉਹ ਆਵੇ ਨਾ, ਉਹਨੂੰ ਆਪਣੀ ਬਰਾੜ ਤੇ ਲਿਆ ਕਰੋ, ਉਹਨਾਂ ਨੂੰ ਟਾਈਮ ਦਿਆ ਕਰੋ, ਗੱਲਬਾਤ ਕਰੇ। ਮੈਂ ਇੱਕ ਦਿਨ ਜਿਹੜੇ ਬੱਚੇ ਦੀ ਤੁਸੀਂ ਗੱਲ ਪੇ ਕਰਦੇ ਹੋ, ਉਹ 25-26 ਸਾਲ ਸ਼ਾਇਦ ਉਹਦੀ ਉਮਰ ਮੇਰੇ ਖਿਆਲ 'ਚ ਹੋਣੀ ਹੈ, ਯੰਗ ਜਿਹਾ ਇੱਕ ਮੁੰਡਾ ਹੈ, ਤੇ ਉਹ ਡਿੰਪਲ ਬॉय ਦੀ ਸ਼ਾਇਦ ਉਹਦੀ ਆਈਡੀ ਹੈ। ਤੇ ਇੱਕ ਵਾਰੀ ਮੈਂ ਉਹਦੀ ਬਰਾੜ ਤੇ ਗਿਆ ਮੈਂ, ਬਲਕਿ ਇੱਕ ਦਿਨ ਉੱਥੇ ਇਹ ਨਜ਼ੀਰਾ ਹੀ ਸੀ, ਤੇ ਉੱਥੇ ਹੀ NGA ਨੇ ਆਪਣੀ ਤਬਲੀਗ ਕੀਤੀ ਹੈ, ਤੇ ਉੱਥੋਂ ਦੌੜਿਆ। ਉਹ ਬੜਾ ਖੁਸ਼ ਸੀ ਉਸ ਦਿਨ। ਤੇ ਦੂਜੇ ਕਿਸੇ ਬੰਦੇ ਦਾ ਤਾਂ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ, ਉਹ ਉਹਦਾ ਮੈਨੂੰ ਪਤਾ ਕਿ ਇੱਕ ਦਿਨ ਪਹਿਲੇ ਕਹਿ ਰਿਹਾ ਸੀ ਕਿ ਮੈਂ ਕਾਦੀਆਨੀ ਸਾਂ, ਪਹਿਲੇ ਮਿਰਜ਼ਾਈ ਛੋੜ ਦਿੱਤਾ ਮਿਰਜ਼ਾਈ। ਠੀਕ ਹੈ, ਚੈੱਕ ਕਰਾਂਗੇ ਇਨਸ਼ਾਅੱਲਾ। ਹਾਂਜੀ ਹਾਂਜੀ ਜ਼ਰੂਰ। ਹੁੰਦਾ ਕਿੱਥੇ? नहीं ये कोई और है, वो नहीं है।
ਜ਼ਰੂਰ ਇਨਸ਼ਾਅੱਲਾ ਵਧੀਆ। ਸੋਏਬ ਰਾਜਾ ਭਾਈ ਕੀ ਹਾਲ ਚਾਲ ਨੇ? ਕੀ ਜੀ ਖਬਰਾਂ ਆਮਿਰ ਨੇ ਭਾਈ ਭਾਈ? ਅਸਲਾਮ ਵਾਲੇਕਮ। ਵਾਲੇਕੁਮ ਤੁਹਾਡੇ ਜਾਣ ਤੋਂ ਬਾਅਦ ਉੱਥੇ ਆਏ ਮਲਕ ਸਾਹਿਬ ਤੇ ਉਹਨੇ ਆ ਕੇ ਦੱਸਿਆ ਵੀ ਅੱਜ ਨਵਾਂ ਕੰਮ ਪਿਆ। ਉਹਨੇ ਕਿਹਾ ਕੀ ਸੈਣੀ ਸਾਹਿਬ? ਉਹਨੇ ਕਿਹਾ ਜੀ ਅੱਜ 2 ਮੁਰੱਬੀਆਂ ਨੇ ਤਾਹਿਰ ਅਮਜਦ ਨੂੰ ਘੇਰ ਲਿਆ ਸੀ। ਹੂੰ ਉਹਨੇ ਕਿਹਾ ਇੱਧਰ ਲੈ ਕੇ ਆਓ ਹਾਂ ਤਾਹਿਰ ਅਮਜਦ ਸਾਹਿਬ ਨੂੰ ਤੇ ਪੇਸ਼ ਕਰੋ ਅਦਾਲਤ ਵਿੱਚ। ਹੂੰ ਅਨਸਰ ਰਜ਼ਾ ਤੇ ਅਲ ਨਾਸਰ। ਉਹਨੇ ਕਿਹਾ ਤੁਸੀਂ ਕੀ ਆਦੇ ਫਿਰਦੇ ਹੋ? ਮਿਰਜ਼ਾ ਸਾਹਿਬ ਨਬੀ ਨਹੀਂ ਹੈ, ਉਹਨਾਂ ਨਬੂਵਤ ਦਾ ਦਾਵਾ ਨਹੀਂ ਕੀਤਾ ਹੋਇਆ। ਤੇ ਤਾਹਿਰ ਅਮਜਦ ਪਹਿਲੇ ਤੇ ਲਿਆ ਨਸਰ ਇੱਧਰ ਉੱਧਰ। ਉਹਨੇ ਕਿਹਾ ਨਹੀਂ ਸਿੱਧੀ ਗੱਲ ਕਰਨੀ ਹੈ ਇੱਥੇ, ਕਿਉਂਕਿ ਅਸੀਂ ਇੱਥੇ 2-3 ਦਿਨ ਹੋ ਗਿਆ ਲਾਈਵ ਲਾਈ ਹੈ ਤੇ ਅਸੀਂ ਲੋਕਾਂ ਨੂੰ ਫਿਰ ਦੱਸਣੇ ਆ ਕਿ ਮਿਰਜ਼ਾ ਸਾਹਿਬ ਨਬੀ ਨੇ ਤੇ ਉਹਨਾਂ ਨਬੂਵਤ ਦਾ ਦਾਵਾ ਕੀਤਾ ਤੇ ਤੁਸੀਂ ਲੋਕ ਕਨਫਿਊਜ਼ਨ ਫੈਲਾ ਰਹੇ ਹੋ। ਤੇ ਤਾਹਿਰ ਅਮਜਦ ਕਹਿੰਦਾ ਨਹੀਂ ਮੈਂ ਉਹਨਾਂ ਨੂੰ ਮਿਰਜ਼ਾ ਸਾਹਿਬ ਨੂੰ ਉਹਨਾਂ ਦੇ ਹਰ ਦਾਅਵੇ 'ਚ ਸੱਚਾ ਮੰਨਣਾ ਤੇ ਮੈਂ ਉਹਨਾਂ ਨੂੰ ਇੱਕ ਲਿਹਾਜ਼ ਨਾਲ ਉਮਤੀ ਤੇ ਇੱਕ ਲਿਹਾਜ਼ ਨਾਲ ਨਬੀ ਮੰਨੋ ਕਿ ਬਾਬਾ ਬਸ ਇੱਥੇ ਬਸ ਗੱਲ ਖਤਮ ਕਰ ਦਿਓ ਇੱਥੇ, ਫੈਸਲਾ ਹੋ ਗਿਆ। ਉਹ ਮੈਂ ਦੇਖੀ ਹੈ ਵੀਡੀਓ ਸੁਬਾ ਨਾ ਮਲਕ ਕੈਸਰ ਮੰਟੋਰੀ ਬਾਅਦ ਸੀ। ਚ ਐਮਜੀ ਸਾਹਿਬ ਗਏ ਉੱਥੇ ਪੁੱਛਣ ਕੇ ਦੱਸੋ ਜੀ ਤਾਹਿਰ ਅਮਜਦ ਸਾਹਿਬ ਨੇ ਕੀ ਫੈਸਲਾ? ਉਹ ਕਹਿੰਦੇ ਨੇ ਨਹੀਂ ਬਸ ਇਹ ਗੱਲ ਇੱਥੇ ਖਤਮ ਹੋ ਗਈ ਬਸ ਕਰ ਦਿਓ। ਆ ਯਾਰ अस्सलाम वालेकुम। ਵਾਲੇਕੁਮ ਸਲਾਮ ਰਹਿਮਤੁल्लाह। अगे ना नहीं मैं सविनी दसनी है वो क्वेश्चन किया मैनू ने मंसूर फ्रॉम यूके ते कहंदा है कि दसो मुसलमान कजाब दे मनने वाले किन्ने ने अजकल? मैं क्या 1.2 मिलियन कहंदे पे ने अपने आप नू सारे शुरू हो गया मैंने उत्थे कि देखो की गल करे। मैं क्या यार तुसी मैंने सवाल किया उन्होंने कि मुशरकीन मक्का जिहड़े सन उन्हां दा सामने आप सल्लम सन ते उन्हां मन्निया नहीं। तो मैं क्या बिल्कुल सही तुसी कह रहे हो। मैं क्या आप सल्लल्लाहु अलैहि वसल्लम उत्थे मौजूद सन ते मुसलमान ने नबूवत दा दावा कर छड़िया। ते मैं क्या ओदे मनने वाले भी बन गया उत्थे। ते मैं क्या ओदा की जवाब है? कहंदे नहीं जी ओदा उन्हां दे सामने नहीं दावा कीता उन्हां ने। ਇਹ ਦਾਵਾ ਤੁਸੀਂ ਕਹਿੰਦੇ ਹੋ ਉਹ ਜੰਗ ਕੋਈ ਹੋਰ ਹੈ। ਮੈਂ ਕਿਹਾ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਮਿਰਜ਼ਾ ਸਾਹਿਬ ਨੇ ਕਹਿੰਦੇ ਨੇ ਮੈਂ ਵੀ ਦਾਵਾ ਨਹੀਂ ਕੀਤਾ, ਤੁਸੀਂ ਕਹਿੰਦੇ ਉਹਨਾਂ ਨੇ ਦਾਵਾ ਕੀਤਾ ਹੈ। ਮਿਰਜ਼ਾ ਸਾਹਿਬ ਕਹਿੰਦੇ ਮੈਂ ਦਾਵਾ ਨਹੀਂ ਕੀਤਾ, ਮੈਂ ਤੇ ਨਬੀ ਨਹੀਂ ਹਾਂ ਮੁਹੱਦਸ ਹਾਂ। ਮੈਂ ਕਿਹਾ ਇਸੇ ਤਰ੍ਹਾਂ ਹੀ ਸਾਰਾ ਕੁਝ ਚੱਲਦਾ ਪਿਆ। ਤੇ ਉਹ ਮਨਸੂਰ ਤੇ ਮੁਹੰਮਦ ਅਹਿਮਦ ਸਾਹਿਬ ਜਿਹੜੇ ਨੇ ਉਹ ਦੋਵੇਂ ਜਿਹੜੇ ਨੇ ਐਸੇ ਕੋਈ ਮੁਨਾਫਿਕ ਪਾਏ ਗਏ ਨੇ ਕਿ ਉਹਨਾਂ ਦੇ ਸਾਹਮਣੇ ਦਲੀਲ ਰੱਖੋ। ਕਹਿੰਦੇ ਨੇ ਜੀ ਏਜ ਪ੍ਰੋਫੈਸਰ ਦੀ ਦਲੀਲ ਹੈ ਤੁਹਾਡੀ ਉਹ ਜਿਹੜੀ ਹੈ ਉਹ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਉਸ ਤੋਂ? ਮੈਂ ਕਿਹਾ ਸਾਬਤ ਉਸ ਤਰ੍ਹਾਂ ਕਰਨਾ ਚਾਹੁੰਦੇ ਆ ਕਿ ਮੇਰੇ ਸਭ ਝੂਠੇ ਨੇ। ਤੇ ਕਹਿੰਦੇ ਸੱਚੇ ਮੰਨ ਇੱਕ ਗੱਲ ਸੱਚੀ ਹੋ ਗਿਆ ਤੇ ਫਿਰ ਤੁਸੀਂ ਮੰਨ ਲਓਗੇ। ਮੈਂ ਕਿਹਾ ਅਸੀਂ ਮੰਨਣ ਵਾਸਤੇ ਤੇ ਮੇਰੇ ਸਭ ਝੂਠਾ ਕਹਿੰਦੇ ਨਹੀਂ ਪਏ, ਅਸੀਂ ਤੁਹਾਨੂੰ ਮਨਾਉਣ ਵਾਸਤੇ ਕਹਿ ਰਹੇ ਹਾਂ ਕਿ ਮੇਰੇ ਸਭ ਝੂਠੇ ਨੇ। ਤੇ ਹੁਣ ਆਮਰ ਵੀ ਤੁਸੀਂ ਸੁਣੀ ਰਾਤੀ ਮੈਂ ਬਰਾਡ ਲਾਈ ਸੀ ਵੈਸੇ, ਲੇਕਿਨ ਬੰਦੇ ਬੜੇ ਘੱਟ ਸੋਚਦੇ ਤੇ ਹੁਣ ਮੈਨੂੰ ਸਿਰਫ ਉਹਦੇ ਚ 2-3 ਚਾਹੀਦੀ ਹੈ। ਹਾਂਜੀ ਮੈਂ ਦੇਖੀ ਸੀ ਲੇਕਿਨ ਮੈਂ ਉਸ ਸੌਣ ਦਾ ਟਾਈਮ ਹੋਇਆ ਸੀ ਤੇ ਮੈਂ ਚਲਾ ਗਿਆ। ਮੈਂ ਸੁਣ ਰਿਹਾ ਗੱਲ। ਹਾਂ ਜਿਹੜੀ ਏਜ ਦੀ ਕੀਤੀ ਹੈ ਏਜ ਦੀ 6 ਤੱਕ ਹੋ ਗਿਆ, 6 ਉੱਪਰ ਥੱਲੇ ਚਲਾ ਗਿਆ, ਠੀਕ ਹੈ। ਲੇਕਿਨ ਉਹਦੇ ਵਿੱਚ ਬਹੁਤ ਸਾਰੀ ਗੱਲ ਨਬੂਵਤ ਦਾ ਦਾਅਵੇ ਦੇ ਦੱਸਿਆ ਕਿ ਜੀ ਮੈਂ 40 ਸਾਲ ਦੀ ਉਮਰ ਦਾਅਵਾ ਕਰਨਾ ਪਿਆ ਵਾਂ। ਉਸ ਤੋਂ ਬਾਅਦ ਉਹਨੇ ਕਿਹਾ ਜੀ ਮੈਨੂੰ ਪਹਿਲੀ ਵਹੀ ਜਦੋਂ ਹੋਈ ਸੀ ਮੈਂ ਉਸ ਟਾਈਮ ਇੰਨੇ ਸਾਲ ਦਾ ਸਾਂ। ਇਹ ਸਾਰੀਆਂ ਅਗਰ ਚੀਜ਼ਾਂ ਕੈਲਕੂਲੇਟ ਕਰੋ ਤੇ ਇਹ ਕਿਆ 80 ਸਾਲ ਦੀ ਪੇਸ਼ਗੋਈ ਤੇ ਇੱਕ ਸਾਈਡ ਤੇ ਰਹਿ ਜਾਂਦੀ ਹੈ। ਅਗਰ ਉਹ ਡੇਟ ਆਫ ਬਰਥ ਅਗਰ ਉਹਦੀ ਇਹ ਨਹੀਂ ਮੰਨਦੇ, ਇਹ 35 ਮੰਨਦੇ ਨੇ, ਫਿਰ ਤੇ ਜਿੰਨੀਆਂ ਉਹਨੇ ਦੱਸਿਆ ਕਿ ਜੀ ਮੈਨੂੰ ਪਹਿਲੀ ਪੇਸ਼ਗੋਈ ਜੋ ਮੈਂ ਕੀਤੀ ਹੈ ਤੇ ਜਦੋਂ ਮੈਨੂੰ ਬੇਇੱਜ਼ਤ ਹੋਈ ਹੈ ਮੇਰੀ ਉਹ ਮੇਰੀ 40 ਸਾਲ ਦੀ ਉਮਰ 'ਚ ਹੋਈ ਹੈ, ਫਿਰ ਸਾਰੀਆਂ ਝੂਠੀਆਂ ਨਹੀਂ ਬਣਦੀਆਂ। ਇਸ ਗੱਲ ਤੇ ਗੱਲ ਨਹੀਂ ਕਰਨਾ ਚਾਹੁੰਦੇ। ਕਹਿੰਦੇ ਨਹੀਂ ਏਜ ਦੀ ਤੁਸੀਂ ਗੱਲ ਕਰ ਲਓ, ਏਜ ਅਸੀਂ ਦੱਸ ਛੜੀ ਹੈ 35 ਹੈ, 1835 'ਚ ਪੈਦਾ ਹੋਇਆ। ਮੈਂ ਕਿਹਾ ਉਹ 35 ਤੁਸੀਂ ਪੈਦਾ ਕਰਕੇ ਵੀ ਫਿਰ ਜੇ 40 ਸਾਲ ਦੀ ਪੇਸ਼ਗੋਈਆਂ ਨੇ ਕਿ 40 ਸਾਲ ਦੇ ਵਿੱਚ ਮੈਨੂੰ ਪਹਿਲੀ ਵਹੀ ਹੋਈ ਸੀ ਤੇ ਮੈਂ ਉਸ ਤੋਂ ਬਾਅਦ ਇਹ ਕਿਤਾਬ ਵਿੱਚ ਲਿਖਿਆ ਕਿ ਮੇਰਾ ਪਿਓ ਜਦੋਂ ਮਰਿਆ ਮੈਨੂੰ ਪਹਿਲੀ ਵਹੀ ਜਿਹੜੀ ਹੈ ਉਹ ਹੋਈ ਹੈ। ਪਿਓ ਦਾ ਮਰਦਾ ਪਿਆ 1874 ਵਿੱਚ ਬਕੌਲ ਇਹਨਾਂ ਦੇ। ਤੇ ਸਾਰਾ ਕੁਝ ਜਿਹੜਾ ਵੇ ਉਹ ਏਜ ਦੇ ਹਿਸਾਬ ਨਾਲ 80 ਸਾਲ ਦੀ ਪੇਸ਼ਗੋਈ ਸਾਈਡ ਤੇ ਰਹਿ ਜਾਂਦੀ ਹੈ ਤੇ ਜਿਹੜੀ ਬਾਕੀ ਪੇਸ਼ਗੋਈਆਂ ਨੇ ਉਹ ਕਿਆ ਕੈਲਕੂਲੇਟ ਨਹੀਂ ਕਰਨੀ ਚਾਹੀਦੀਆਂ ਵਿੱਚ ਉਹਨਾਂ ਦੇ? ਅਸਲ ਪ੍ਰੋਬਲਮ ਇਹ ਵੇ ਉਸਮਾਨ ਭਾਈ ਕਿ ਮਿਰਜ਼ਾ ਕਾਦੀਆਨੀ ਦੀ ਕੋਈ ਵੀ ਗੱਲ ਐਸੀ ਨਹੀਂ ਹੈ ਜਿਹੜੀ ਉਹਨੇ ਇੱਕ ਗੱਲ ਕਰਕੇ
ਉਹਦੇ ਉੱਤੇ ਉਹਨੇ ਸਟੈਂਡ ਕੀਤਾ ਹੋਵੇ। ਹਰ ਗੱਲ ਨੂੰ ਉਹਨੇ 2-2 3-3 4-4 5-5 6-6 ਵਾਰੀ ਕੀਤਾ ਹੈ, ਔਰ ਜਿੰਨੀ ਵਾਰੀ ਕੀਤਾ ਉਨੀ ਵਾਰੀ ਉਹਨੇ ਨਵੀਂ ਗੱਲ ਕੀਤੀ ਹੈ। ਜਿਹੜਾ ਵੀ ਦਾਅਵਾ ਕੀਤਾ ਹੈ ਨਾ, ਅਗਲੀ ਵਾਰੀ ਉਹਨੇ ਨਵਿਆਂ ਲਫ਼ਜ਼ਾਂ ਨਾਲ ਕੀਤਾ ਹੈ। ਉਮਰ ਦੇ ਬਾਰੇ ਵੀ ਉਹਦੀਆਂ ਜਿਹੜੀਆਂ ਆਪਣੀਆਂ ਤਹਿਰੀਰਾਂ ਨੇ, ਮੈਂ ਨਹੀਂ ਕਹਿੰਦਾ, ਉਹਦਾ ਪੁੱਤਰ ਕਹਿੰਦਾ ਕਿ ਹਜ਼ਰਤ ਸਾਹਿਬ ਦੀਆਂ ਤਹਿਰੀਰਾਂ ਇੱਕ ਦੂਜੇ ਦੇ ਖਿਲਾफ ਪੈਂਦੀਆਂ ਨੇ। सीरतुल महदी च लिखा है कि खुद हजरत साहब की तहरीरें एक दूसरे के खिलाफ पढ़ती हैं, यानी एक तहरीर दूजी के खिलाफ पई है। तो कहता है वो बस अंदाजे नाल ही दसते रहे ने अपनी उम्र, बस सारियां अंदाजे नाल ही दसियां ने। लेकिन जिहड़ी किताबुल बरीया दे विच उत्थे ते उहने एक सरकारी बयान दिता एक किस्म का, वो नॉर्मल किताबुल बरीया जिहड़ी ना बाद वो लिखी गई ਉਹਦੇ ਵਾਸਤੇ ਜਦੋਂ ਇਹਦੇ ਤੇ ਮਾਰਟਨ ਕਲਾਰਕ ਵਾਲਾ ਮੁਕੱਦਮਾ ਹੋਇਆ ਸੀ, ਤੇ ਉਹਦੇ ਵਿੱਚ ਉਹਨੇ ਆਪਣੀ ਤਾਰੀਖ ਪੈਦਾਇਸ਼ ਦੱਸੀ ਹੈ, ਔਰ ਬੜੀ ਠੋਕ ਵਜਾ ਕੇ ਦੱਸੀ ਹੈ। ਐਨੀ ਉਹਨੇ ਯਕੀਨ ਨਾਲ ਆਪਣੀ ਤਾਰੀਖ ਪੈਦਾਇਸ਼ ਦੱਸੀ ਹੈ। ਉਹਦੇ ਬਾਰੇ ਉਹਨੇ ਕਿਹਾ ਕਿ ਮੇਰੀ ਤਾਰੀਖ ਪੈਦਾਇਸ਼ 1839 ਜਾਂ 40 ਹੈ। ਸਿੱਖਾਂ ਦਾ ਉਹ ਆਖਰੀ ਦੌਰ ਸੀ, ਰਣਜੀਤ ਸਿੰਘ ਦਾ ਬਿਲਕੁਲ ਆਖਰੀ ਸਾਲ ਸੀ 1840। ਤੇ ਦੂਜਾ ਉਹ ਕਹਿੰਦਾ ਕਿ ਮੈਂ ਜਦੋਂ ਇਹ 1857 ਵਾਲਾ ਮੁਫਸਦਾ ਹੋਏ ਨੂੰ ਕਹਿੰਦਾ, ਜਦੋਂ ਇਹ ਹੋਇਆ ਤੇ ਮੇਰੇ ਮੂੰਹ ਦੇ ਉੱਤੇ ਦਾੜੀ ਮੁੱਛ ਨਹੀਂ ਸੀ, ਯਾਨੀ ਮੈਂ 17-18 ਸਾਲ ਦਾ ਸੀ। ਜਦੋਂ ਉਹਨੇ ਇੱਕ ਤਹਿਰੀਰ ਦੇ ਵਿੱਚ ਆਪਣੀਆਂ 2-3-4 ਨਿਸ਼ਾਨੀਆਂ ਬਿਆਨ ਕਰ ਦਿੱਤੀਆਂ ਨੇ ਆਪਣੀ ਗੱਲ ਦੀ ਸਪੋਰਟ ਵਿੱਚ, ਤੇ ਬਾਕੀ ਸਭ ਜਿਹੜੀਆਂ ਗੱਲਾਂ, ਕਦੇ ਉਹ ਆਥਮ ਨੂੰ ਆਂਦਾ ਸੀ ਕਿ ਮੈਂ ਵੀ ਤੁਹਾਡਾ ਆਮ ਉਮਰ ਹੀ ਹਾਂ, ਜਾਂ ਮੈਂ ਤੁਹਾਡੇ ਨਾਲੋਂ ਨਿੱਕਾ ਵਾਂ, ਮੈਂ ਤੁਹਾਡੇ ਨਾਲ ਵੱਡਾ ਵਾਂ, ਤੁਸੀਂ ਮੇਰੇ ਨਾਲ ਨਿੱਕੇ ਹੋ, ਜਾਂ ਉਹ ਕਦੇ ਸ਼ੇਖ ਬਟਾਲਵੀ ਨੂੰ ਕੋਈ ਗੱਲ ਕਹਿੰਦਾ ਹੈ, ਜਾਂ ਉਹ ਕਿਸੇ ਹੋਰ ਆਲਮੇ ਦੀਨ ਨਾਲ ਗੱਲ ਕਰਦੇ ਆ, ਮੁਖਾਤਬ ਕਰਦੇ ਆ, ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਗੱਲ ਕਰਦਾ। ਬਾਕੀ ਉਹ ਮੋਟੀ ਗੱਲ ਹੀ ਕਰਦਾ ਰਿਹਾ। ਗੱਲ ਠੀਕ ਹੈ, ਮੇਰੀ ਉਮਰ 60 ਦੇ ਕਰੀਬ ਹੈ, ਮੇਰੀ ਉਮਰ 70 ਦੇ ਕਰੀਬ ਹੈ, ਮੇਰੀ ਉਮਰ 65 ਦੇ ਕਰੀਬ, ਲੇਕਿਨ ਕਿਤਾਬੁਲ ਬਰੀਆ ਵਾਲੀ ਜਿਹੜੀ ਉਹ ਤਾਂ ਫਿਕਸ ਤਾਰੀਖ ਉਹਨੇ ਬਕਾਇਦਾ ਉਹਦੇ ਉੱਤੇ ਯਕੀਨ ਨਾਲ ਦੱਸਿਆ। ਜਾਂ ਉਹਨੂੰ ਮੰਨ ਲਓ ਕਿ ਉਹਨੇ ਗਲਤੀ ਦੇ ਉੱਤੇ ਮਰ ਗਿਆ, ਤੇ ਜੇ ਉਹ ਗਲਤੀ ਦੇ ਉੱਤੇ ਮਰ ਗਿਆ तो अपना असूल है कि अंबिया जो होते हैं वो गलती पर नहीं रखे जाते, उनकी सलाह कर दी जाती है। या तो ये मान लो कि वो गलती से चला गया दस के गलत अपनी तारीफ दाश, तो जे सही मननी है वो जी फिक्स उन्हें दसी है, या तो उन्होंने मान लो। बाकी ਜਿਹੜੀ ਵੀ ਤੁਸੀਂ ਮੰਨੋਗੇ ਉਹਦੇ ਖਿਲਾਫ ਦੂਜੀ ਤਹਿਰੀਰ ਪਈ ਹੈ, ਤੁਸੀਂ ਉਹਦੇ ਵਿੱਚੋਂ ਆਪਣਾ ਮਤਲਬ ਕੱਢ ਦਿਓ। ਮੈਂ ਕਹਿੰਦਾ ਇਹਨਾਂ ਨੂੰ ਰੈਤੀ ਨੰਬਰ ਹੀ ਦਿਓ, ਇਹ ਜਿਹੜੀ ਆਂਦੇ ਨੇ ਉਹ ਹੀ ਮੰਨ ਲਓ। ਇਹ 1835 ਆਂਦੇ ਨੇ ਨਾ, ਉਹਨਾਂ ਨਾਲ ਕੋ 1835 ਨੂੰ ਕੱਢ ਕੇ ਵੇਖ ਲਓ ਕਿੰਨੇ ਬਣਦੇ ਨੇ 1908 ਵਿੱਚ, 73 ਸਾਲ ਬਣਦੇ ਨੇ ਨਾ। ਫਿਰ ਇਹ ਜਾਂਦੇ ਨੇ ਕਮਰੀ ਮਹੀਨੇ ਨਾਲ, ਨਹੀਂ ਜਨਵਰੀ ਫਰਵਰੀ ਦੇ ਲਿਹਾਜ਼ ਨਾਲ ਸ਼ਮਸੀ ਇਤਬਾਰ ਨਾਲ ਤੇ 73 ਸਾਲ ਹੀ ਬਣਦੇ ਨੇ, ਲੇਕਿਨ ਹਿਜਰੀ ਦੇ ਹਿਸਾਬ ਨਾਲ 74 ਪਤਾ ਨਹੀਂ 75 ਕਿ 76 ਬਣਾਉਂਦੇ ਨੇ। 74 ਤੇ 7 ਮਹੀਨੇ। ਹਾਂ, ਸਾਰੀ ਜ਼ਿੰਦਗੀ ਉਹਨੇ ਹਿਜਰੀ ਦੇ ਹਿਸਾਬ ਨਾਲ ਕਦੇ ਕਿਸੇ ਦੀ ਪੀਰੀਅਡ ਦੱਸੇ ਨਹੀਂ ਕਿ ਅਬਦੁੱਲਾ ਆਤਮ ਦੇ 15 ਮਹੀਨੇ ਹਿਜਰੀ ਮਹੀਨੇ ਕਮਰੀ ਮਹੀਨਿਆਂ ਦੇ ਹਿਸਾਬ ਤੇ ਉਹਨੇ ਗਿਣੇ ਸਨ। 5 ਜੂਨ 1893 ਨੂੰ ਜਦੋਂ ਪੇਸ਼ਗੋਈ ਕੀਤੀ ਸੀ ਤੇ 5 ਸਤੰਬਰ ਨੂੰ ਬਹਿ ਕੇ ਦੁਆਵਾਂ ਕਰਦੇ ਪਏ ਕਿ ਵਡਵੇ ਖਤਮ ਹੋ ਜਾਣੀ ਡੇਟ, ਸਾਡੀ ਪੇਸ਼ਗੋਈ ਝੂਠੀ ਨਿਕਲੀ ਹੈ। ਐਸੇ ਤਰ੍ਹਾਂ ਸੁਲਤਾਨ ਬੇਗ ਦੀ ਜਿਹੜੀ 2.5 ਸਾਲ ਦੀ ਪੇਸ਼ਗੋਈ ਸੀ ਉਹ ਕਿਆ ਕਮਰੀ ਮਹੀਨੇ ਨਾਲ ਉਹਨੇ ਕਾਊਂਟ ਕੀਤੀ ਸੀ, ਜਾਂ ਉਹਦੇ ਪਿਓ ਦਾ ਜਿਹੜਾ ਉਹਨੇ ਲਿਖਿਆ ਸੀ 6 ਮਹੀਨੇ ਬਾਅਦ ਫੌਤ ਹੋ ਗਿਆ, ਉਹਨੇ ਕਮਰੀ ਮਹੀਨੇ ਨਾਲ ਆਖਿਆ ਸੀ। ਇਸੇ ਤਰ੍ਹਾਂ ਉਹਨੇ ਜਿਹੜੇ ਆਪਣਾ ਸਭ ਤੋਂ ਪਹਿਲੀ ਪੇਸ਼ਗੋਈ ਕੀਤੀ ਕਿ ਪਹਿਲਾ ਮੇਰਾ ਮੁੰਡਾ 9 ਸਾਲ ਦੇ ਵਿੱਚ ਹੋਏਗਾ ਮੁਸਲਿਮ, ਉਹ ਕਮਰੀ ਮਹੀਨੇ ਦੇ ਹਿਸਾਬ ਤੇ ਆਖਿਆ ਸੀ। ਕਿਹੜੀ ਪੇਸ਼ਗੋਈ ਇਹ ਜਿਹੜੀ ਲੇਖਰਾਮ ਵਾਲੀ, ਉਹ ਕਮਰੀ ਮਹੀਨੇ ਨਾਲ 6 ਸਾਲ ਦੀ ਪੇਸ਼ਗੋਈ ਕੀਤੀ ਸੀ। ਕਿਹੜੀ ਪੇਸ਼ਗੋਈ ਦੇ ਵਿੱਚ ਉਹਨੇ ਕਦੇ ਕਮਰੀ ਮਹੀਨੇ ਕਾਊਂਟ ਕੀਤਾ? ਸਾਰੀ ਜ਼ਿੰਦਗੀ ਤੇ ਉਹ ਇਹਨਾਂ ਮਹੀਨਿਆਂ ਨੂੰ ਤੇ ਇਹਨਾਂ ਸਾਲਾਂ ਨੂੰ ਕਾਊਂਟ ਕਰਦਾ ਰਿਹਾ। ਤੁਸੀਂ ਕਿਉਂ ਪੇ ਜਾਂਦੇ ਹੋ? ਜਦੋਂ ਉਹਦੀ ਪੇਸ਼ਗੋਈ ਇਹ ਵੇ ਕਿ ਮੇਰੀ ਉਮਰ 80 ਸਾਲ ਹੋਏਗੀ, ਮੈਨੂੰ ਖੁਦਾ ਨੇ ਦੱਸਿਆ ਮੇਰੀ ਉਮਰ 80 ਸਾਲ ਹੋਏਗੀ, ਜਾਂ 4-5 ਸਾਲ ਘੱਟ, ਤੇ ਦੋ ਵਾਰੀ ਆਖਿਆ 2-3 ਸਾਲ, ਫਿਰ 4-5 ਸਾਲ, ਫਿਰ 5-6 ਸਾਲ ਘੱਟ ਜਾਂ ਵੱਧ ਹੋਏਗੀ। ਠੀਕ, ਆਪੋ ਉਹਨੇ ਉਹਦੀ ਤਸ਼ਖੀਸ ਕਰ ਦਿੱਤੀ, ਤਖਸੀਸ ਕਰ ਦਿੱਤੀ। ਉਹਨੇ ਕਿਹਾ ਘੱਟ ਤੋਂ ਘੱਟ 74 ਹੋਏਗੀ ਤੇ ਵੱਧ ਤੋਂ ਵੱਧ 86। ਮੈਂ ਨਾ ਚਲੋ ਸਾਰੇ ਉਹਨੂੰ ਦੇ ਦਿਓ, ਤੁਸੀਂ ਜਿਹਨੂੰ ਕਹਿੰਦੇ ਨੇ ਨਾ ਰਿਲੈਕਸੇਸ਼ਨਾਂ ਦੇ ਦਿਓ ਕਿ ਚਲੋ ਠੀਕ ਹੈ ਜੀ, ਇਹ ਵੀ ਮੰਨ ਲਓ, ਇਹ ਵੀ ਮੰਨ ਲਓ, ਇਹ ਵੀ ਮੰਨ ਲਓ। ਹੁਣ 74 ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 86 ਤੋਂ ਉੱਤੇ ਨਹੀਂ ਹੋਣੀ ਚਾਹੀਦੀ, ਲੇਕਿਨ ਹੋਣੀ ਤੇ ਉਹਨਾਂ ਸਾਲਾਂ ਨਾਲ ਹੀ ਚਾਹੀਦੀ ਨਾ ਜਿਹੜੇ ਸਾਲ ਉਹ ਬਾਕੀ ਸਾਰੇ ਮਾਮਲਾ 'ਚ ਗਿਣਦਾ ਪਿਆ। ਉਹਦੇ ਵਾਸਤੇ ਵੀ ਪਹਿਲਾਂ ਤੁਸੀਂ ਇਹ ਪੰਚਰ ਲਾਇਆ ਕਿ ਉਹ 1835 ਕੱਢੀ, ਜਿਹੜੀ ਉਹਨੇ ਜ਼ਿੰਦਗੀ 'ਚ ਕਦੇ ਨਹੀਂ ਆਖੀ ਕਿ ਮੇਰੀ 1835 ਦੀ ਪੈਦਾਇਸ਼। ਉਹ ਆਪਣੀ ਪੈਦਾਇਸ਼ 1839-40 ਆਖਦਾ ਰਿਹਾ। ਬਾਕੀ ਉਹ ਆਂਦਾ ਰਿਹਾ ਮੇਰੀ 60 ਸਾਲ ਉਮਰ ਹੈ, 65 ਸਾਲ ਉਮਰ ਹੈ, 40 ਸਾਲ ਦੀ ਉਮਰ 'ਚ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ
40 ਸਾਲ ਦੀ ਉਮਰ 'ਚ ਮੈਨੂੰ ਇਲਹਾਮ ਹੋਇਆ, ਮੈਂ ਮਬੂਸ ਹੋਇਆ ਫਲਾਣੇ ਸਾਲ ਫਲਾਣੇ, ਬਾਕੀ ਗੱਲਾਂ ਨੂੰ ਛੋੜ ਦਿਓ। ਤੁਹਾਡੀ 35 ਵਾਲੀ ਮੰਨ ਲੈਂਦੇ ਹਾਂ, ਹਾਲਾਂਕਿ ਉਹਨੇ 35 ਕਦੇ ਵੀ ਨਹੀਂ ਬਿਆਨ ਕੀਤੀ। ਇਹ ਵੀ ਤੁਹਾਨੂੰ ਅਸੀਂ ਰੈਤੀ ਨੰਬਰ ਦੇ ਕੇ ਕਹਿ ਰਹੇ ਹਾਂ ਕਿ ਚਲੋ 35 ਵਾਲੀ ਮੰਨ ਲਓ। ਫਿਰ ਤੁਸੀਂ ਕਹਿੰਦੇ ਹੋ ਨਹੀਂ ਇਹ ਰੈਤੀ ਨੰਬਰ ਐਨੇ ਨਹੀਂ ਚਾਹੀਦੇ, ਇਹ ਵੀ ਨਾਲ ਚਾਹੀਦਾ ਕਿ ਇਹਨੂੰ ਕਮਰੀ ਮਹੀਨੇ 'ਚ ਕਾਊਂਟ ਕਰਨਾ। ਬੇਹਯਾਈ ਦੀ ਕੋਈ ਹੱਦ ਹੀ ਹੈ ਨਾ, ਫਿਰ ਬੇਸ਼ਰਮੀ ਦੀ ਕੋਈ ਇੰਤਹਾ ਹੀ ਹੋ ਗਈ ਹੈ ਕਿ ਫਿਰ ਤੁਸੀਂ ਉਂਝ ਹੀ ਆਖੋ ਵੀ ਅਸੀਂ ਉਹਨੂੰ ਝੂਠਿਆ ਨਹੀਂ ਸਾਬਤ ਹੋਣਾ, ਰੱਬਰ ਢਾਰੇ ਨੂੰ ਖਿੱਚ ਕੇ ਪੂਰਿਆਂ ਕਰਨਾ ਹੈ, ਤਾਂ ਤੁਸੀਂ ਉਂਝ ਹੀ ਕਰ ਲਓ, ਜੋ ਮਰਜ਼ੀ ਕਰ ਲਓ। ਕੋਈ ਵੀ ਬੰਦਾ ਅਕਲ ਵਾਲਾ, ਸ਼ਊਰ ਵਾਲਾ, ਉਹ ਕਦੇ ਵੀ ਨਹੀਂ ਮੰਨਣ ਲੱਗਾ ਇੰਨੀਆਂ ਰਾਇਤਾਂ ਨੂੰ ਕਿ ਇੱਕ ਤੇ ਉਸ ਬੰਦੇ ਸਾਰੀ ਜ਼ਿੰਦਗੀ ਆਪਣੀ 1835 ਦੀ ਪੈਦਾਇਸ਼ ਕਹੀ ਨਹੀਂ, ਤੇ ਜੇ ਅਸੀਂ ਇੱਕ ਰਾਇਤ ਦੇ ਦਿੱਤੀ ਕਿ ਤੁਸੀਂ ਗਿਣ ਲਓ, ਤਾਂ ਫਿਰ ਕਹੇਗਾ ਨਹੀਂ ਨਾਲ ਸਾਨੂੰ ਕਮਰੀ ਮਹੀਨੇ ਦੇ ਵੀ ਦਿਓ, ਅਸੀਂ ਕਮਰੀ ਮਹੀਨੇ ਨਾਲ ਕਾਊਂਟ ਕਰਕੇ 74 ਕਰਨੀ ਹੈ। ਅੱਲਾਹ ਤਾਲਾ ਨੇ ਉਹਦੀ ਕੋਈ ਵੀ ਗੱਲ ਪੂਰੀ ਨਹੀਂ ਹੋਣ ਦਿੱਤੀ, ਇੱਕ ਗੱਲ। ਦੂਜੀ ਗੱਲ ਇਹ ਕਿ ਅਗਰ ਉਹਦੀਆਂ ਆਪਣੀਆਂ ਗੱਲਾਂ ਦੇ ਵਿੱਚ ਤਨਾਕੁਜ਼ ਹੈ ਜਾਂ ਉਹਦੀਆਂ ਦੱਸੀਆਂ ਤਰੀਕਾਂ ਉਹ ਪੁੱਠੀਆਂ ਪੈਂਦੀਆਂ ਨੇ, ਉਹਦੀਆਂ ਆਪਣੀਆਂ ਗੱਲਾਂ ਦੇ ਖਿਲਾਫ ਪੈਂਦੀਆਂ ਨੇ, ਸਾਡਾ ਇਹਦੇ 'ਚ ਕੀ ਕਸੂਰ ਹੈ? ਮੁਤਜ਼ਾਦ ਗੱਲਾਂ ਕਰਕੇ ਅਗਰ ਉਹ ਗਿਆ ਤੇ ਸਾਡਾ ਕੀ? ਅਸੀਂ ਤਾਂ ਕਹਿਣਾ ਹੀ ਆਏ ਹਾਂ ਕਿ ਉਹ ਮੁਤਜ਼ਾਦ ਗੱਲਾਂ ਕਰਦਾ ਰਿਹਾ। ਹਰ ਗੱਲ ਵਿੱਚ ਉਹਨੇ ਤਜ਼ਾਦ ਬਿਆਨੀ ਕੀਤੀ ਹੈ। ਨਬੂਵਤ ਦਾ ਦਾਅਵਾ ਹੈ ਤਾਂ ਕੋਈ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਕੋਈ ਗੱਲ ਕੀਤੀ ਤਾਂ, ਸ਼ਰੀਅਤ ਦੇ ਬਾਰੇ ਕੋਈ ਗੱਲ ਕੀਤੀ ਤਾਂ, ਤਾਰੀਖੀ ਹਵਾਲੇ ਨਾਲ ਕੋਈ ਗੱਲ ਕੀਤੀ ਤਾਂ, ਮਸੀਹ अलैहिस्सलाम ਦੇ ਬਾਰੇ ਕੋਈ ਗੱਲ ਕੀਤੀ ਤਾਂ, ਹਰ ਗੱਲ 'ਚ ਉਹਨੇ ਮੁਤਜ਼ਾਦ ਗੱਲਾਂ ਕੀਤੀਆਂ। ਸੋ ਆਪਣੀ ਉਮਰ ਦੇ ਬਾਰੇ ਵੀ ਉਹਨੇ ਮੁਤਜ਼ਾਦ ਦਾਅਵੇ ਕੀਤੇ ਨੇ। ਉਹਨਾਂ ਦਾ ਇੱਕ ਦਾਅਵਾ ਦੂਜੇ ਦਾਅਵੇ ਨਾਲ ਕੋਈ ਨਹੀਂ ਮਿਲਦਾ, ਤੇ ਲਿਹਾਜ਼ਾ ਅਸਲ ਤੇ ਚੀਜ਼ ਇਹ ਵੇ ਕਿ ਜਿਹੜਾ ਦਰੋਗੋ ਹੁੰਦਾ ਨਾ, ਝੂਠਾ ਬੰਦਾ, ਉਹਦੇ ਬਾਰੇ ਫਾਰਸੀ 'ਚ ਆਉਂਦਾ ਦਰੋਗੋ ਰਾ ਹਾਫਜ਼ਾ ਨਾ ਬਾਸ਼ਦ। ਝੂਠੇ ਦੀ ਨਿਸ਼ਾਨੀ ਇਹ ਵੇ ਕਿ ਉਹਦਾ ਹਾਫਜ਼ਾ ਨਹੀਂ ਹੁੰਦਾ। ਉਹ ਇੱਥੇ ਕੋਈ ਗੱਲ ਕਰਕੇ ਜਾਂਦਾ, ਉੱਥੇ ਪਰਾਂ ਹੋ ਕੇ ਦੂਜੀ ਜਾ ਕੇ ਕੋਈ ਹੋਰ ਕਰਦਾ ਪਿਆ ਹੁੰਦਾ ਹੈ, ਉਹਨੂੰ ਚੇਤਾ ਹੀ ਨਹੀਂ ਹੁੰਦਾ ਕਿ ਮੈਂ ਅੱਗੇ ਕੀ ਝੂਠ ਬੋਲ ਕੇ ਆਇਆ। ਸੋ ਅਸਲ ਚੀਜ਼ ਇਹ ਵੇ ਕਿ ਝੂਠਾ ਆਦਮੀ ਸੀ ਤੇ ਫਰੇਬੀ ਵੀ ਸੀ। ਜਿਸ ਵੇਲੇ ਇੱਕ ਗੱਲ ਕਰਦਾ ਸੀ ਫਿਰ ਉਹਨੂੰ ਸ਼ੱਕ ਪੈਂਦਾ ਸੀ ਕਿ ਇਹ ਗੱਲ ਮੇਰੀ ਪੂਰੀ ਨਹੀਂ ਹੋਣੀ, ਫਿਰ ਉਹਨੂੰ ਲੇਪਾ ਪੋਤੀ ਕਰਕੇ ਉਹਦੇ ਉੱਤੇ ਕਲੀਆਂ ਲਾ ਕੇ ਵਰਕ ਲਾ ਕੇ। ਇਹ ਜਿਹੜੀ 80 ਸਾਲ ਵਾਲੀ ਉਮਰ ਹੈ, ਇਹ ਕੋਈ ਇੱਕੋ ਵਾਰੀ ਬਿਆਨ ਕੀਤੀ ਹੈ ਕਿ ਖੁਦਾ ਨੇ ਮੈਨੂੰ ਦੱਸਿਆ ਤੇਰੀ ਉਮਰ 80 ਸਾਲ ਹੈ? ਨਾ ਆਪਣੀ ਉਮਰ ਦੇ ਮੁਤਾਬਕ ਜਿਹੜੇ ਦੱਸੇ ਨੇ ਕਿ ਮੇਰੀ ਫਲਾਣੀ ਪੈਦਾਇਸ਼ ਹੈ ਫਲਾਣਾ ਸਾਲ, ਨਾ ਉਹ ਇੱਕ ਵਾਰੀ ਕੀਤੀ ਹੈ, ਨਾ ਇਹ ਇੱਕ ਵਾਰੀ ਇਲਹਾਮ ਇੱਕ ਵਾਰੀ ਬਿਆਨ ਕੀਤਾ। ਇਹ ਵੀ 3 ਵਾਰੀ ਬਿਆਨ ਕੀਤਾ। ਇੱਕ ਵਾਰੀ ਆਖਿਆ ਮੈਨੂੰ ਅੱਲਾਹ ਤਾਲਾ ਨੇ ਆਖਿਆ ਤੇਰੀ ਉਮਰ 80 ਸਾਲ ਹੈ, ਕੋਈ 2-3 ਸਾਲ ਘੱਟ ਜਾਂ 2-3 ਸਾਲ ਵੱਧ ਹੋ ਸਕਦੀ ਹੈ, ਠੀਕ। ਫਿਰ ਦੂਜੀ ਵਾਰੀ ਬਿਆਨ ਕੀਤਾ 80 ਸਾਲ ਹੈ ਜਾਂ 4-5 ਸਾਲ ਘੱਟ ਹੈ ਜਾਂ 4-5 ਸਾਲ ਵੱਧ। ਫਿਰ ਤੀਜੀ ਵਾਰੀ ਫਿਰ ਬਿਆਨ ਕੀਤਾ ਮੈਨੂੰ ਅੱਲਾਹ ਤਾਲਾ ਨੇ ਆਖਿਆ ਤੇਰੀ ਉਮਰ 80 ਸਾਲ ਹੈ ਜਾਂ 5 ਸਾਲ ਘੱਟ ਹੈ ਜਾਂ 5 ਸਾਲ। ਹਰ ਵਾਰੀ ਉਹ ਮੋਡੀਫਾਈ ਕਰਦਾ ਲੱਗਾ ਗਿਆ। ਇਹਦੇ ਨਾਲ ਜ਼ਿਆਦਾ ਮੱਕਰ ਔਰ ਫਰੇਬ ਕਿਤੇ ਤੁਹਾਨੂੰ ਨਜ਼ਰ ਹੀ ਨਹੀਂ ਆਉਣ ਲੱਗਾ। ਆਪਣੀ ਗੱਲ ਨੂੰ ਆਪ ਹੀ ਮੋਡੀਫਾਈ ਪਿਆ ਕਰਦਾ ਹੈ। ਕਿਉਂ ਪਿਆ ਕਰਦਾ ਹੈ? ਜਦੋਂ ਉਹਨੇ ਪਹਿਲੀ ਵਾਰੀ ਕਹਿ ਦਿੱਤਾ ਹੈ ਕਿ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਕਿ ਤੇਰੀ ਉਮਰ 80 ਸਾਲ ਹੈ, ਉਹਦੇ ਵਿੱਚ ਉਹਨੇ ਆਪ ਰਾਇਤ ਪਾ ਲਈ ਕਿ 2-3 ਸਾਲ ਘੱਟ ਜਾਂ 2-3 ਸਾਲ ਵੱਧ ਵੀ ਹੋ ਸਕਦੇ, ਚਲੋ ਫਿਕਸ ਹੋ ਗਈ। ਉਹਨੂੰ ਬਦਲਣਾ ਤਾਂ ਨਹੀਂ ਨਾ ਚਾਹੀਦਾ। ਉਹ 4-5 ਸਾਲ ਕਿੰਜ ਹੋਏ ਤੇ 5-6 ਸਾਲ ਕਿੰਜ ਹੋਏ, ਉਹ 74 ਤੇ 86 ਕਿੰਜ ਬਣੇ? ਪਹਿਲਾ ਤਾਂ ਸਵਾਲ ਹੈ ਹੋਣਾ ਚਾਹੀਦਾ ਨਾ ਭਾਈ ਜਾਨ ਇਹ ਮੋਡੀਫਾਈ ਕਿਉਂ ਕਰਦਾ ਸੀ ਆਪਣੀਆਂ ਗੱਲਾਂ ਨੂੰ? ਇਹਦਾ ਜਵਾਬ ਮਿਰਜ਼ਾਈ ਉਹਦਾ ਪਤਾ ਕਹਿੰਦੇ ਨੇ ਉਹ ਆਪਣੇ ਕੋਲ ਨਹੀਂ ਕਹਿੰਦਾ, ਇਲਹਾਮ ਪਾ ਕੇ ਕਹਿੰਦਾ ਸੀ ਤੇ ਅੱਲਾਹ ਨੂੰ ਦੱਸਦਾ ਸੀ ਯਾਰ ਤੁਸੀਂ ਜ਼ਾਲਮ ਹੋ। ਨਹੀਂ ਚਲੋ यही गल सुन लो, जैसे जैसे अल्लाह ताला बताता गया तो वो आगे से मॉडिफाई करता गया। यार वो अल्लाह ताला सी ਜਿਹੜਾ ਉਹਨੂੰ ਇੱਕ ਵਾਰੀ ਕਹਿੰਦਾ ਸੀ ਕਿ 80 ਸਾਲ ਤੋਂ 2-3 ਸਾਲ ਘੱਟ ਤੇ 2-3 ਸਾਲ ਬਾਅਦ, ਦੂਜੀ ਵਾਰੀ 4-5 ਸਾਲ ਘੱਟ ਤੇ 4-5, ਤੀਜੀ ਵਾਰੀ 5-6 ਸਾਲ ਘੱਟ ਤੇ 5 ਸਾਲ ਬਾਅਦ। ਇਹ ਅੱਲਾ ਦੀ ਸ਼ਾਨ ਹੀ ਨਹੀਂ ਇਹੋ ਜਿਹੀ ਗੱਲ। ਉਹ ਕੀ ਮਸਲਾ ਬਣ ਗਿਆ ਸਵੇਰੇ ਸਵੇਰੇ? ਉਹ ਯਾਰ ਮੈਂ ਆਪਣੇ ਆਪ ਨੂੰ ਬਰਾੜੇ ਤੇ ਨਜ਼ਰ ਨਹੀਂ ਆ ਰਿਹਾ, ਮੈਂ ਹੈ ਵਾਂ ਕਿ ਨਹੀਂ? ਮੈਨੂੰ ਵੀ ਨਹੀਂ ਤੁਸੀਂ ਨਜ਼ਰ ਆ ਰਹੇ, ਆਵਾਜ਼ ਹੀ ਆ ਰਹੀ ਹੈ ਲੇਕਿਨ ਲਿਸਟ 'ਚ ਹੈ ਉਹ ਕਮਿਊਨਿਟੀ ਮੈਂ ਉਤਰਨਾ, ਮੈਂ ਦੁਬਾਰਾ ਚੁੱਕੀ ਮੈਂ ਕੱਲ ਪਾਵਾਂਗਾ। ਥੱਲੇ ਉਤਰ ਕੇ ਦੁਬਾਰਾ ਇਸ ਦੌਰਾਨ ਕੋਸ਼ਿਸ਼ ਕਰੋ ਨਾ ਹੀ ਨਜ਼ਰ ਆਵੋ ਜਿਹੜੀ ਗੱਲ ਹੋ ਰਹੀ। ਭਾਈ ਇਸ ਤਰ੍ਹਾਂ ਤੇ ਉਸਮਾਨ ਭਾਈ ਕਿਸੇ ਵੀ ਪੇਸ਼ਗੋਈ ਦੇ ਉੱਤੇ ਡਿਸਕਸ ਨਹੀਂ ਕੀਤੀ ਜਾ ਸਕਦੀ ਹੈ ਜੇ ਉਸ ਪੇਸ਼ਗੋਈ ਦੇ ਮੁਅੱਯਨ ਅਲਫਾਜ਼ ਹੀ ਨਾ ਹੋਣ ਜਾਂ ਉਹਨਾਂ ਨੂੰ ਤੁਸੀਂ ਆਪਣਾ ਫੀਤਾ ਮਾਰ ਹੀ ਨਾ ਸਕੋ। ਇੱਕ ਵਾਰੀ ਉਹ ਕੁਝ ਹੁੰਦੀ ਹੈ, ਦੂਜੀ ਵਾਰੀ ਉਹ ਬਦਲ ਕੇ ਉਹਦੀ ਲਿਮਿਟ ਜਿਹੜੀ ਥੱਲੇ ਵਾਲੀ ਥੱਲੇ ਟੁੱਟ ਜਾਂਦੀ, ਉੱਤੇ ਵਾਲੀ ਉੱਤੇ ਚਲੀ ਜਾਂਦੀ।
ਤੀਜੀ ਵਾਰੀ ਫੇਰ ਤੁਸੀਂ ਫੀਤਾ ਮਾਰਦੇ ਹੋ, ਇੱਧਰ ਵਾਲੀ ਉੱਧਰ ਟੁੱਟ ਜਾਂਦੀ, ਇੰਜ ਤੇ ਨਹੀਂ ਨਾ ਫੜਨ ਹੁੰਦੀ। ਅੱਛਾ ਅਮਨ ਨਜ਼ੀਰ ਸਾਹਿਬ ਠੀਕ ਆਂਦਾ ਇਸ ਟਾਈਮ ਤੁਸੀਂ ਨਾ ਹੀ ਆਓ ਬਰਾੜ ਤੇ ਚੰਗਾ ਵੇ, ਬਲਕਿ ਮੈਂ ਤੇ ਹਰ ਵੇਲੇ ਅਮਰ ਨਜ਼ੀਰ ਕੋ ਕੁਛ ਨਾ ਕੁਛ ਸਿੱਖਦਾ ਵਾਂ। ਨਹੀਂ ਕੋਈ ਐਸੀ ਗੱਲ ਨਹੀਂ। ਵੈਸੇ ਮੈਂ ਜਿੰਨਾ ਬਹਿੰਦਾ ਨਾ ਅਮਰ ਨਜ਼ੀਰ ਦੇ ਨਾਲ ਤੇ ਤਾਰਿਕ ਚੌਹਾਨ ਸਾਹਿਬ ਦੇ ਨਾਲ, ਉਨਾ ਹੀ ਮੇਰੇ ਇਲਮ 'ਚ ਇਜ਼ਾਫਾ ਹੁੰਦਾ। ਤੇ ਉਹ ਗੱਲ ਇਹ ਵੇ ਕਿ ਅਗਰ ਇੱਕ ਫਿਕਸ ਗੱਲ ਕੀਤੀ ਜਾਏ, ਦੇਖੋ ਮੈਂ ਕਹਿੰਦਾ ਵਾਂ ਕਿ ਬਈ ਮੇਰੀ ਉਮਰ 70 ਸਾਲ, ਪੈਦਾਇਸ਼ ਮੇਰੀ 70 ਤੇ ਮੇਰੀ ਉਮਰ 80 ਸਾਲ ਹੋਏਗੀ, ਠੀਕ। ਚਲੋ ਉਹਨੂੰ ਬੰਦੇ ਨੂੰ ਉੱਤੇ ਥੱਲੇ ਵੀ 1 2 3 ਆਪ ਵੀ ਬੰਦਾ ਰਹਿਤ ਦੇ ਸਕਦਾ, ਜਾਂ ਉਹ ਬੰਦਾ ਅਗਰ ਖੁਦ ਕਹਿ ਦਿੰਦਾ ਕਿ 2 3 ਸਾਲ ਘੱਟ ਜਾਂ 2 3 ਸਾਲ ਵੱਧ ਹੋਏਗੀ ਤੇ ਚਲੋ ਠੀਕ ਹੋ ਗਏ, ਇੰਨੀ ਗੱਲ ਇਹਨੂੰ ਰਹਿਣ ਦਿਓ, ਇਹਨੂੰ ਇੱਥੇ ਹੀ ਰਹਿਣ। ਫਿਰ ਇੰਝ ਕਰੋ, ਤੁਸੀਂ ਜਾਣੋ ਤੇ ਤੁਹਾਡਾ ਅੱਲਾਹ ਤਾਲਾ ਜਾਣੇ। ਅਸੀਂ ਤੇ ਕਿਸੇ ਐਸੇ ਰੱਬ ਨੂੰ ਨਹੀਂ ਮੰਨਦੇ ਜਿਹੜਾ ਰੱਬ ਇਹ ਕੰਮ ਕਰੇ ਕਿ ਇੱਕ ਵਾਰੀ ਕੁਝ ਆਖੇ, ਦੂਜੀ ਵਾਰੀ ਕੁਝ ਆਖੇ, ਤੀਜੀ ਵਾਰੀ ਕੁਝ ਆਖੇ, ਚੌਥੀ ਵਾਰੀ ਕੁਝ ਆਖੇ। ਇਸ ਤਰ੍ਹਾਂ ਤੇ ਅੱਲਾਹ ਦੇ, ਹਾਂ ਅਸੀਂ ਜਿਹੜੇ ਰੱਬ ਨੂੰ ਮੰਨਦੇ ਹਾਂ ਉਹਦੀ ਤੇ ਇੱਕ ਮੁਹਕਮ ਗੱਲ ਹੈ, ਉਹ ਤੇ ਜਿਹੜੀ ਗੱਲ ਕਰਦਾ ਹੈ ਅਸੀਂ ਪੱਕੀ ਪੀਡੀ ਕਰਦਾ, ਉਹਨੂੰ ਕੋਈ ਮੁਹਤਾਜਗੀ ਹੈ ਅਸਬਾਬ ਦੀ ਕਿ ਵੱਧ ਘੱਟ ਨਾ ਹੋ ਜਾਏ, ਚਲੋ ਇੱਧਰ ਵੀ ਇੱਧਰੋਂ ਕਵਰ ਕਰ ਲਓ, ਚਲੋ ਇੱਧਰ ਵਾਲਾ ਵੀ ਪਾਣੀ ਬੰਦ ਕਰ ਲਓ, ਲੀਕ ਨਾ ਹੋ ਜਾਏ, ਉਹਨੂੰ ਕੋਈ ਮੁਹਤਾਜਗੀ। ਉਹ ਮੁਹਕਮ ਗੱਲ ਕਰਦਾ ਹੈ, ਸੋਹਣੀਆਂ ਗੱਲਾਂ ਉਹਨੇ ਕੀਤੀਆਂ ਨੇ, ਜਿਹੜੀਆਂ ਖਬਰਾਂ ਉਹਨੇ ਦਿੱਤੀਆਂ ਨੇ ਅਸੀਂ ਸਾਰੇ ਨਬੀਆਂ ਦੀਆਂ ਦੇਖਦੇ ਹਾਂ, ਇੰਝ ਠੱਕਾ ਠੱਕ ਪੂਰੀਆਂ ਹੋਈਆਂ ਨੇ। ਖੁਦ ਨਬੀ अलैहिस्सलातु वस्सलाम ਨੇ ਜਿੰਨੀਆਂ ਖਬਰਾਂ ਦਿੱਤੀਆਂ ਨੇ, ਜਦੋਂ ਕੁਰਾਨ ਦੀ ਸੂਰਾ ਰੂਮ ਨਾਜ਼ਲ ਹੋਈ ਹੈ, ਕੋਈ ਤਸੱਵਰ ਹੀ ਨਹੀਂ ਸੀ ਕਰ ਸਕਦਾ ਕਿ ਰੂਮ ਗਾਲਬ ਆਵੇਗਾ, ਰੋਮੀ ਗਾਲਬ ਆਵਣਗੇ, ਤਸੱਵਰ ਨਹੀਂ, ਉਹ ਡਿੱਗੇ ਪਏ ਸਨ। ਕੁਰਾਨ ਨੇ ਫੈਸਲਾ ਕਰ ਦਿੱਤਾ, ਐਲਾਨ ਕਰ ਦਿੱਤਾ ਕਿ ਇਹ 9 ਸਾਲ ਦੇ ਵਿੱਚ ਗਲਬਾ ਪਾਣਗੇ। ਬਸ ਕਦੇ ਬਦਲੇ ਉਹਨੂੰ? ਅੱਲਾਹ ਪਾਕ ਬਤਾਤਾ ਰਹਾ ਤਾਂ ਬਦਲਤੇ ਰਹੇ, ਕਦੇ ਬਦਲਿਆ? ਅੱਲਾਹ ਤਾਲਾ ਨੇ ਬਦਲਿਆ? ਨਬੀ ਪਾਕ ਨੇ ਬਦਲਿਆ? 9 ਦੀ ਬਜਾਏ 11 ਕਰ ਲਓ, 11 ਦੀ ਬਜਾਏ 13 ਕਰ ਲਓ, 13 ਦੀ ਬਜਾਏ 15 ਕਰ ਲਓ, ਇਹ ਅੱਲਾਹ ਤਾਲਾ ਬਤਾ ਰਿਹਾ। ਭਾਈ ਅੱਲਾਹ ਤਾਲਾ ਦੇ ਸ਼ਾਨ ਸ਼ਾਨ ਨਹੀਂ ਹੈ। ਬਿਲਕੁਲ ਅਮਰ ਭਾਈ, ਤੁਹਾਡੇ ਨਾਲ ਕਦੀ ਕੋਈ ਕਾਇੰਡ ਹਾਰਟਡ ਦੀ ਗੱਲ ਹੋਈ ਹੋਵੇ ਤੇ ਉਹਨੇ ਕੋਈ ਹਦੀਸ ਪੇਸ਼ ਕੀਤੀ ਕੁਸਤਨਤੁਨੀਆ ਤੇ, ਤੁਸੀਂ ਉੱਥੋਂ ਜੀ ਨੱਸ ਗਏ, ਤੁਸੀਂ ਜਵਾਬ ਨਹੀਂ ਦਿੱਤਾ ਉਹਨੂੰ, ਤੇ ਉਹ ਕਹਿੰਦੇ ਦੇਖੋ ਜੀ ਇਹ ਆਪਸ ਦੀ ਪੇਸ਼ਗੋਈ ਸੀ ਤੇ ਇਹ ਤੇ ਵਾਕਿਆ ਹੋ ਚੁੱਕਿਆ ਤੇ ਪੇਸ਼ਗੋਈ ਤੱਕ ਪੂਰੀ ਨਹੀਂ ਹੋਈ। ਕੋਈ ਮੁਸਲਿਮ ਦੀ ਹਦੀਸ ਹੈ ਉਸਨੇ ਤੁਹਾਨੂੰ ਲਾਜਵਾਬ ਕਰ ਛੜਿਆ। ਮੈਂ ਕਿਹਾ ਯਾਰ ਮੈਨੂੰ ਤੇ ਇਸ ਗੱਲ ਦਾ ਪਤਾ ਕੋਈ ਨਹੀਂ, ਮੈਂ ਪਤਾ ਕਰਨਾ। ਮੈਂ ਕਿਹਾ ਮੈਨੂੰ ਹਦੀਸ ਦੇ, ਕਹਿੰਦਾ ਹਦੀਸ ਮੈਂ ਆਪਣੀ ਬਰਾੜ ਤੇ ਦਿਆਂਗਾ, ਬਰਾੜ ਤੇ ਲਾਂਦਾ ਕੋਈ ਨਹੀਂ ਪਿਆ। ਤੇ ਮੈਂ ਕਿਹਾ ਮੈਂ ਤੁਹਾਨੂੰ ਹੀ ਪੁੱਛ ਲਿਆ ਕਿਹੜੀ ਕੋਈ ਹਦੀਸ ਸੀ ਜਿਸ ਤੇ ਤੁਸੀਂ ਉਹਨੂੰ ਕਿਹਾ ਜੀ ਮੇਰੇ ਕੋਲ ਜਵਾਬ ਕੋਈ ਨਹੀਂ ਇਹਦਾ। ਇੱਕ ਦਿਨ ਉਹਨੇ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਤਾਈਂ ਮੇਰਾ ਖਿਆਲ ਹੈ ਉਹਨੇ ਹਦੀਸ ਵੀ ਮੇਰੇ ਸਾਹਮਣੇ ਨਹੀਂ ਪੇਸ਼ ਕੀਤੀ ਹੈ, ਸਿਰਫ ਉਹਨੇ ਇਹਦਾ ਰੈਫਰੈਂਸ ਦਿੱਤਾ ਹੈ ਕਿ ਇਸ ਤਰ੍ਹਾਂ ਕੋਈ ਕੁਸਤਨਤੁਨੀਆ ਵਾਲੀ ਹਦੀਸ ਹੈ। ਮੈਂ ਕਿਹਾ ਹਾਂ ਹੈ, ਉਹਦੇ 'ਚ ਕੀ ਲਿਖਿਆ? ਮੈਂ ਕਿਹਾ ਵੀ ਹਦੀਸ ਪੇਸ਼ ਕਰੋ, ਵੇਖ ਲੈਣੇ। ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਨਾ, ਮੈਂ ਦੌੜਿਆ ਵਾਂ ਨਾ ਉਹਨੇ ਕੋਈ ਮੇਰੇ ਸਾਹਮਣੇ ਹਦੀਸ ਪੇਸ਼ ਕੀਤੀ। ਬਿਲਕੁਲ ਗੱਲ। ਮੈਂ ਵੀ ਤਾਂ ਕੱਲ ਦਾ ਹਦੀਸ ਹੀ ਮੰਗਣਾ ਪਿਆ, ਮੈਂ ਕਿਹਾ ਮੈਨੂੰ ਦੇ ਦੇ, ਮੈਂ ਵੀ ਤੇ ਵੇਖਾਂ ਕਿ ਇਸ ਤੋਂ ਬੰਦਾ ਦੌੜ ਕੇ ਚਲਾ ਗਿਆ। ਅੱਧੀ ਪਿਛੱਧੀ ਗੱਲ ਮੇਰੇ ਜ਼ਿਹਨ 'ਚ ਆਵੇ ਕਿ ਉਹਨੇ ਇਸ ਤਰ੍ਹਾਂ ਦੀ ਕੋਈ ਗੱਲ ਕਿਸੇ ਦਿਨ ਕੀਤੀ ਸੀ, ਲੇਕਿਨ ਇਹ ਜਿਹੜੀ ਗੱਲ ਜਿਹੜੀ ਤੁਸੀਂ ਵੀ ਬਿਆਨ ਕਰਦੇ ਹੋ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ ਕਿ ਮੈਂ ਮਰਜ਼ਈ ਹੋਵੇ ਤੇ ਝੂਠ ਨਾ ਬੋਲੇ, ਝੂਠ पे झूठ, झूठ पे झूठ, झूठ पे झूठ, ਗਰੋਹ ਦੱਜਾਲ। ਅਮਰ ਨਜ਼ੀਰ ਨੱਸ ਜਾਵੇ ਮਰਜ਼ਈਆਂ ਕੋਲੋਂ, ਉਹ ਹੋ ਹੀ ਨਹੀਂ ਸਕਦਾ। ਅਸਤਗਫਿਰullah। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਮੇਰੇ ਖਿਆਲ 'ਚ ਨਾ, ਜਿਹੜੀ ਕੁਸਤਨਤੁਨੀਆ ਵਾਲੇ ਦੇਸ਼ ਦੇ ਬਾਰੇ। ਉਹਨੂੰ ਕਹੋ ਤੇ ਹੁਣ ਕਿਹੜਾ ਦੌੜ ਗਿਆ ਤੇ ਮਰ ਗਿਆ, ਜਿਉਂਦਾ ਪਿਆ ਹੁਣ ਲੈ ਉਹ। ਮੈਂ ਤੈਨੂੰ ਹਦੀਸ ਲਾ ਕੇ ਦਿੱਤੀ ਹੈ, ਮੈਂ ਕਿਹਾ ਇਹ ਹਦੀਸ ਹੈ, ਕਹਿੰਦਾ ਨਹੀਂ ਜੀ ਇਹ ਹਦੀਸ ਨਹੀਂ ਹੈ। ਉਹਦੇ 'ਚ ਹਦੀਸ ਜਿਹੜੀ ਉਹ ਸੁਨਨ ਅਬੀ ਦਾਊਦ ਦੀ ਹਦੀਸ ਹੈ ਕਿ ਦਜਾਲ ਤੋਂ ਪਹਿਲਾਂ ਦੇ ਵਾਕਿਆਤ ਨੇ, मतलब बैतुल मकदस की आबादी मदीना की वीरानी होगी। मैं ਕਿਹਾ ਤੈਨੂੰ ਇਸ ਦਾ ਹੀ ਮਤਲਬ ਨਹੀਂ ਪਤਾ ਚੱਲਣਾ, ਤੂੰ ਜਿਹੜਾ ਕਹਿੰਦਾ ਪਿਆ ਹਦੀਸ ਹੈ ਮੇਰੇ ਕੋਲ, ਤੇ ਮੈਂ ਜਿਹੜਾ ਆ ਕੇ ਇੱਥੇ ਅਮਨ ਅਜ਼ੀਜ਼ਾ ਨਾਲ ਗੱਲ ਕਰ ਰਿਹਾ ਤੇ ਜੋ ਮਰਜ਼ੀ ਕਰੇ ਬੈ ਕਿ ਜੋ ਮਰਜ਼ੀ ਦਾ ਜਿਹਨੇ ਮੈਨੂੰ ਟਰੂ ਜੀ ਦੇ ਨਾਲ ਬਿਠਾ ਦਿੱਤਾ, ਟਰੂ ਜੀ। ਉਸਮਾਨ ਭਾਈ ਨੇ ਕਿਸੇ ਲਾਇਆ ਜਾਂ ਆਪੇ ਹੀ ਉਹ ਕੋਈ ਸਿਗਨਲ ਦਾ ਉਹਨਾਂ ਦਾ ਮਸਲਾ? ਅੱਗੇ ਵੀ ਫਿਰ ਡ੍ਰੌਪ ਹੈ ਸਿਗਨਲ, ਸ਼ਾਇਦ ਰਿਪੋਰਟਿੰਗ ਹੋ ਰਹੀ ਹੈ ਤਾਂ ਹੋ ਰਿਹਾ, ਜਾਂ ਕੋਈ ਸਿਗਨਲ ਦਾ ਇਹਨਾਂ ਦਾ ਇਸ਼ੂ ਹੈ। ਸਿਗਨਲ ਦਾ ਇਸ਼ੂ ਹੋਣਾ, ਸਿਗਨਲ ਰਿਪੋਰਟਿੰਗ। ਸਲਾਮ ਦੁਆ ਕਰ ਲੋ, ਆਏ ਨੇ
ਨਾਸਰ ਨਹੀਂ ਬਾਦ ਉੱਤੇ ਬਹਿ ਕੇ ਸਾਰਾ ਚੱਲ ਦਿਨ ਕਰੇ ਨਾਸਰ ਆਮਰ ਬਾਦ ਭਾਈ ਵੱਡੇ ਸਨ ਤੇ ਤੂੰ ਹੁਣ ਦੋਵਾਂ ਨੂੰ ਵੱਡਾ ਕਰ ਛੜਿਆ। ਇਹ ਜਿਹੜੀ ਤੂੰ ਕੰਮ ਕਰਨ ਲੱਗਾ ਨਾ ਨਹੀਂ ਠੀਕ ਰਹਿੰਦਾ ਮੈਂ ਕਿਹੜਾ ਉੱਤੇ ਕੋਈ ਨਹੀਂ ਨਹੀਂ ਇਹ ਜਾਣ ਕੇ ਅਕਬਰ ਖਾਨ ਸਾਹਿਬ ਨੂੰ ਨਾ ਉਹਨਾਂ ਦੇ ਮੁਕਾਬਲੇ 'ਚ ਖੜਾ ਕਰ ਰਿਹਾ ਵੇ। ਮੈਂ ਬਰਾਬਰ ਕਰ ਰਿਹਾ। ਮੈਂ ਕਿਹਾ ਨਾਸਰ ਬੱਟ ਸਾਰਾ ਦਿਨ ਉੱਥੇ ਬਹਿ ਕੇ ਕਹਿੰਦਾ ਹੈ ਤੇ ਆਮਰ ਨੂੰ ਉਹਨੇ ਜਨਾਬ ਆਜ਼ਮ ਸੈਫੀ ਨੇ ਇੰਨੀ ਚਤਰੋਲ ਕੀਤੀ ਹੈ WhatsApp ਤੋਂ ਇੰਨੀ ਚਤਰੋਲ ਕੀਤੀ ਹੈ। ਅੱਛਾ ਵੀ ਜੇ ਚਤਰੋਲ ਕੀਤੀ ਹੈ WhatsApp ਤੇ ਉਹ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ? ਜਿਹਨੇ ਚਤਰੋਲ ਕੀਤੀ ਹੈ ਵੀ ਉਹ ਇੰਝ ਦੌੜਿਆ ਫਿਰਦਾ। ਜਿਹਨੇ ਚਤਰੋਲ ਕੀਤੀ ਹੈ ਉਹ ਤੇ ਮਗਰ ਹੁੰਦਾ ਵੀ ਹੁਣ ਜਾਣਾ ਨਾ ਪਾਈ। ਉਹ ਤਾਂ ਸਾਡੇ ਸਾਹਮਣੇ ਹੀ ਨਹੀਂ ਆਉਂਦੇ। ਮੈਂ ਤਾਂ ਅੱਜ ਸੁਬਾਹ ਵੀ ਸੋਚਣ ਲੱਗਿਆ ਸੀ ਕਿ ਇਹ ਬੰਦੇ ਦੋ ਤਰ੍ਹਾਂ ਜਿਹੜੇ ਨੇ ਮਿਰਜ਼ਾਈਆਂ ਦੇ, ਇਹ ਸਾਡੇ ਸਾਹਮਣੇ ਤਾਂ ਨਹੀਂ ਆਉਂਦੇ ਕਿ ਇਹਨਾਂ ਨੂੰ ਸਾਡੇ ਕਈ ਮੁਸਲਮਾਨ ਜਿਹੜੇ ਨੇ ਉਹ ਜਾ ਕੇ ਤੇ ਮਵਾਦ ਫਰਾਹਮ ਕਰ ਆਉਂਦੇ ਨੇ, ਯਾਨੀ ਉਹਨਾਂ ਦਾ ਜਿਹੜਾ ਕੋਟਾ ਹੈ ਉਹ ਪੂਰਾ ਹੋ ਜਾਂਦਾ। ਉਹ ਸਮਝਦੇ ਨੇ ਵੀ ਤਬਲੀਗ ਕਰ ਲਈ ਹੈ। ਨਾੜੀ ਜੇ ਮੁਸਲਮਾਨ ਟੁਰ ਗਏ ਤੇ ਅੱਛਾ ਜੀ ਕੀ ਹੈ ਜੀ ਤੁਹਾਡਾ ਕੀ ਨਾਂ ਹੈ ਜੀ ਜਮਾਤ ਦਾ, ਤੇ ਫਿਰ ਕੀ ਹੈ ਤੁਹਾਡੀ ਤਬਲੀਗ ਤੇ ਕੀ ਹੈ ਤੁਹਾਡਾ ਦਾਵਾ। ਉਹ ਪੁੱਛਦੇ ਰਹਿੰਦੇ ਨੇ। ਜਿਸ ਵੇਲੇ ਉਹ ਬੱਚੇ ਹੁੰਦੇ ਨੇ 20-25 ਸਾਲ ਦੇ ਨਾ ਘਰ ਉੱਤੇ ਖੇਡਣ ਲੱਗੇ, ਜਿਸ ਵੇਲੇ ਉਹਨਾਂ ਜਾਣਾ ਹੁੰਦਾ ਨੇ ਹੈ ਤੁਹਾਡੇ ਮਿਰਜ਼ੇ ਦੀ ਭੈਣ ਦੀ ਮਾਂ ਦੀ ਕਰਕੇ ਉਹ ਥੱਲੇ ਢਲ ਜਾਂਦੇ ਨੇ, ਆਂਦੇ ਨੇ ਸਾਡੀ ਤਬਲੀਗ ਹੋ ਗਈ। ਸਾਡੇ ਸਾਹਮਣੇ ਨਹੀਂ ਆਉਂਦੇ ਹਨ 2-3-4 ਬੰਦੇ ਨੇ ਕਸਮਾਂ ਪਾਹੜੀਆਂ ਉਹਨਾਂ ਨੇ। ਸਾਡੇ ਕਈ ਮੁਸਲਮਾਨ ਜਿਹੜੇ ਨੇ ਉਹ ਜਾ ਕੇ ਤੇ ਨਾਸਰ ਬੱਟ ਆਂਦਾ ਹੈ ਵੀ ਇਹਨੇ ਚਤਰੋਲ ਕੀਤੀ, ਸਾਨੂੰ ਦੜਾਇਆ ਉੱਥੋਂ WhatsApp ਜੋ ਮਰਜ਼ੀ ਪਿਆ ਕਰੇ। ਅੱਛਾ ਅਮਰ ਨਜ਼ੀਰ ਸਾਹਿਬ ਤੁਹਾਨੂੰ ਮੈਂ ਇੱਕ ਬੜੀ ਮਜ਼ੇਦਾਰ ਸਟੋਰੀ ਸੁਣਾਉਂਦਾ। ਸਵੇਰੇ ਮੈਂ ਉਧਰ ਸੁਣਾ ਕੇ ਆਇਆ ਖਾਲਸਾ ਸਾਹਿਬ ਦੀ ਬਰਾੜ ਤੇ ਟਰੂ ਜੀ ਨੂੰ ਨਾ। ਉਹ ਇੱਥੇ ਇੱਕ ਅਫਗਾਨੀ ਹੈ, ਅਫਗਾਨੀ ਦੀ ਦੁਕਾਨ ਹੈ ਟੂਟਿੰਗ ਦੇ ਵਿੱਚ ਨਾ। ਉਹਦੇ ਕੋਲ ਇੱਕ ਪਾਕਿਸਤਾਨੀ ਕੰਮ ਕਰਦਾ ਵੇ। ਮੈਨੂੰ ਨਹੀਂ ਸੀ ਪਤਾ ਉਹਨੇ ਦਾੜੀ ਰੱਖੀ। ਮੈਂ ਸਮਝਦਾ ਸੀ ਕੋਈ ਮੁਸਲਮਾਨ ਹੀ ਹੈ, ਉਹ ਪੰਜਾਬੀ ਹੈ ਸਾਡੀ ਤਰ੍ਹਾਂ ਬੋਲਦਾ ਵੇ, ਲੇਕਿਨ ਹੈ ਉਹ ਸਰਾਇਕੀ ਸੀਗਾ ਮੁਜ਼ੱਫਰਗੜ੍ਹ ਦੀ ਸਾਈਡ ਦਾ ਨਾ। ਤੇ ਉਹ ਉੱਥੇ ਗੋਸ਼ਤ ਉਹਦੇ ਕੋਲ ਕੰਮ ਕਰਦਾ ਕੱਟਦਾ ਵੇ। ਮੈਂ ਉੱਥੋਂ ਗੋਸ਼ਤ ਖਰੀਦਦਾ ਵਾ। ਇੱਕ ਦਿਨ ਇੱਕ ਬੰਦਾ ਆਇਆ ਤੇ ਉਹਦਾ ਸਰਾਇਕੀ ਬੋਲਣ ਲੱਗ ਪਿਆ ਤੇ ਮੈਂ ਵੀ ਉਹਦਾ ਸਰਾਇਕੀ ਬੋਲੀ। ਮੈਂ ਕਿਹਾ ਤੁਸੀਂ ਸਰਾਇਕੀ ਹੋ? ਕਹਿੰਦਾ ਹਾਂ। ਤੁਸੀਂ ਵੀ ਸਰਾਇਕੀ? ਮੈਂ ਕਿਹਾ ਆਹੋ। ਕਹਿੰਦਾ ਕਿੱਥੋਂ ਦੇ? ਮੈਂ ਕਿਹਾ ਮੁਜ਼ੱਫਰਗੜ੍ਹ ਦਾ। ਕਹਿੰਦਾ ਮੈਂ ਵੀ ਮੁਜ਼ੱਫਰਗੜ੍ਹ ਦਾ ਵਾਂ। ਮੈਂ ਕਿਹਾ ਮੁਜ਼ੱਫਰਗੜ੍ਹ ਥਾਣੇ ਦੇ ਨਾਲ ਡਾਕਟਰ ਇਕਬਾਲ ਖਾਨ ਦੀ ਕੋਠੀ ਸੀਗੀ ਤੇ ਮੈਂ ਕਿਹਾ ਉਹਨਾਂ ਨੂੰ ਜਾਣਦੇ ਹੋ? ਕਹਿੰਦੇ ਹਾਂ ਅਸੀਂ ਤੇ ਉਹਨਾਂ ਦੇ ਘਰ ਜੁਮਾ ਪੜ੍ਹਦੇ ਹੁੰਦੇ ਸੀ। ਉਹ ਉੱਥੇ ਦੇ ਨੈਸ਼ਨਲ ਅਮੀਰ ਸੀ ਜਮਾਤ ਦੇ ਨਾ। ਤੇ ਮੈਂ ਕਿਹਾ ਉਹ ਮੇਰੇ ਵਾਲਾ ਸਾਹਿਬ ਦੇ ਫੁੱਫਾ ਨੇ। ਕਹਿੰਦੇ ਅੱਛਾ ਹੋਲੀ ਜਿਹਾ। ਕਹਿੰਦਾ ਤੁਸੀਂ ਅਹਿਮਦੀ ਹੋ? ਮੈਂ ਕਿਹਾ ਆਹੋ। ਕਹਿੰਦਾ ਮੈਂ ਵੀ ਅਹਿਮਦੀ ਹਾਂ, ਲੇਕਿਨ ਇਹਨੂੰ ਨਾ ਦੱਸਣਾ ਦੁਕਾਨਦਾਰ ਨੂੰ। ਮੈਂ ਕਿਹਾ ਨਹੀਂ ਮੈਂ ਨਹੀਂ ਦੱਸਦਾ। ਲੋ ਜੀ ਉਸ ਬੰਦੇ ਨੂੰ ਫਿਰ ਮੈਂ ਕਿਲੋ ਗੋਸ਼ਤ ਲੈਣਾ ਨਾ, ਮੈਂ ਕਿਲੋ ਗੋਸ਼ਤ ਲੈਣਾ ਤੇ ਉਹਨੇ 1.5 ਕਿਲੋ ਪਾ ਦੇਣਾ। ਅੱਛਾ ਇਹ ਟਰੂ ਜੀ ਕਹਿੰਦੇ ਨੇ ਕਿ ਤੂੰ ਗੋਸ਼ਤ ਵੱਧ ਕਿਉਂ ਲੈਂਦਾ ਵੇ? ਮੈਂ ਕਿਹਾ ਜੇ ਮਿਰਜ਼ਾ ਸਾਹਿਬ 50 ਕਿਤਾਬਾਂ ਦੀ ਥਾਂ ਤੇ 5 ਲਿਖ ਸਕਦੇ ਨੇ ਤੇ ਪੈਸੇ ਵਾਪਸ ਨਹੀਂ ਦੇ ਸਕਦੇ ਤੇ ਮੈਂ 1.5 ਕਿਲੋ ਗੋਸ਼ਤ ਕਿਉਂ ਨਹੀਂ ਲੈ ਸਕਦਾ? ਹਾਂ ਨਾਰਮਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ ਵੀ ਕੋਈ ਮਸਲਾ ਅੱਛਾ ਨਹੀਂ ਇਹਨੂੰ ਪਤਾ ਚੱਲ ਗਿਆ ਫालतू ਦੇ ਰਿਹਾ ਉਹ ਤੇ ਇਹ ਕਿਉਂ ਲੈ ਰਿਹਾ? ਇਹਦੇ ਵਾਸਤੇ ਤੇ ਹਰਾਮ ਹੋ ਗਿਆ ਨਾ। ਉਹ ਬੇਈਮਾਨੀ ਕਰ ਰਿਹਾ ਉਹ ਆਪਣੇ ਮਿਰਜ਼ਾ ਸਾਹਿਬ ਤੇ ਹਰਾਮ ਨਹੀਂ ਉਹ ਪੈਸੇ। ਮਿਰਜ਼ਾ ਸਾਹਿਬ ਤੇ ਹਰਾਮ ਨਹੀਂ 10,000 ਰੁਪਇਆ ਜਿਹੜਾ ਕਿਤਾਬਾਂ ਦਾ ਭਰਾਈਆਂ ਨਹੀਂ। ਉਹ ਤੇ ਕਿਤਾਬਾਂ ਦਾ ਇੱਕ ਮੁਆਵਜ਼ਾ ਹੋਣਾ ਹੈ ਨਾ, ਉਹ ਤੇ ਇੱਕ ਡਿਫਰੈਂਟ ਗੱਲ ਹੈ ਨਾ। ਮੁਆਵਜ਼ਾ ਨਹੀਂ ਚੱਲ ਰਿਹਾ ਕਿ ਇੱਕ ਵਰਕਰ ਆਪਣੇ ਬੌਸ ਦੇ ਨਾਲ ਬੇਈਮਾਨੀ ਕਰ ਰਿਹਾ। 1/2 ਕਿਲੋ ਗੋਸ਼ਤ 4-5 ਪਾਉਂਡ ਦਾ ਬੰਦਾ UK ਵਿੱਚ ਜੰਬਾ ਸਾਹਿਬ ਦੀ ਗੱਲ ਨਾ ਕਰੀ ਬਾਕੀ ਠੀਕ ਹੈ। ਇਹ ਹਰਾਮ ਖਾ ਰਿਹਾ। ਇਹ ਤੇ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਨਾ ਕਿ 1/2 ਕਿਲੋ ਗੋਸ਼ਤ ਅਗਰ ਇਹ ਇਮਾਨਦਾਰ ਹੁੰਦਾ, ਮੇਰੇ ਨਬੀ ਪਾਕ ਦਾ ਸੱਚਾ ਉਮਤੀ ਹੁੰਦਾ। ਉਹ ਨਬੀ ਪਾਕ ਦਾ ਉਮਤੀ ਉਹ ਮਿਰਜ਼ਾ ਸਾਹਿਬ ਦੀ ਗੱਲ ਕਰਨ ਲੱਗਾ, ਤੂੰ ਨਬੀ ਪਾਕ ਨਾਲ ਖਿੱਚੀ ਜਾਂਦਾ ਗੱਲ। ਤੇ ਇਹ ਕਿੱਦਾਂ ਉਮਤੀ ਹੈ? ਇੱਥੇ ਉਹਨੂੰ ਜੰਬਾ ਜੀ ਨੂੰ ਮੰਨਣ ਵਾਲਾ ਇਸ ਵੇਲੇ ਉਹਨਾਂ ਦੇ ਜਿਹੜੇ ਇਮਾਮ ਨੇ, ਜਦੋਂ ਉਹਨਾਂ ਦੇ ਇਮਾਮ ਤੁਹਾਡਾ ਇੱਥੇ ਜਿਹੜਾ ਬੜੇ ਇਮਾਮ ਜੰਬਾ ਜੀ ਨੇ ਨਾ, ਮਿਰਜ਼ਾ ਸਾਹਿਬ ਇਮਾਮ ਨੇ ਫਤਵਾ ਉਹਨਾਂ ਨੂੰ ਦਿੱਤਾ ਹੈ। ਮਿਰਜ਼ਾ ਸਾਹਿਬ ਦੇ ਉੱਤੇ ਇਤਰਾਜ਼ ਠੋਕ ਰਿਹਾ ਜੀ ਉਹਨਾਂ ਨੇ ਇੰਜ ਕੀਤਾ 5 ਦਾ, ਉਹਨਾਂ ਨੂੰ ਫਰਕ ਨਹੀਂ ਲੱਗਾ ਤੇ ਮੈਨੂੰ ਕਿਉਂ ਲੱਗੇਗਾ ਤੇ ਮੈਂ ਕਿਉਂ ਕਰਾਂਗਾ ਤੇ ਇਹ ਤਾਂ ਉਹ ਮਿਰਜ਼ਾ ਸਾਹਿਬ ਦੇ ਉੱਤੇ ਇਤਰਾਜ਼ ਲਾ ਰਿਹਾ। ਤੇ ਜੰਬਾ ਜੀ ਦੀ ਦੇਖੋ ਇਹ ਪੈਰਵੀ ਕਰ ਰਿਹਾ। ਜੰਬਾ ਜੀ ਦੀ ਤਾਲੀਮ ਹੈ ਕਿ ਅਗਰ ਚੀਜ਼ ਫालतू ਮਿਲੇ ਤਾਂ ਤੁਸੀਂ ਲੈ ਲਓ। अस्सलाम वालेकुम। अमर भाई मिर्जा साहब ने भी तो पैसे ले के ते देगा रख लिए सी गोश्त दियां। हाँ ਉਹੀ तो ਕਹਿੰਦੇ ਨੇ ਪਏ ਵੀ ਮਿਰਜ਼ਾ ਸਾਹਿਬ ਤੇ ਹਰਫ ਨਹੀਂ ਆਉਂਦਾ, ਮੇਰੇ ਤੇ ਹਰਫ ਕਿੰਜ ਆਉਂਦਾ? ਖਾਨ ਸਾਹਿਬ ਨੂੰ ਅਸਲ ਗੱਲ ਹੈ ਪੁੱਛਣੀ ਚਾਹੀਦੀ ਹੈ ਟਰੂ ਮੁਸਲਮ ਕੋਲੋਂ। ਮਿਰਜ਼ਾ ਸਾਹਿਬ ਨੂੰ ਕੀ ਫਰਕ ਨਹੀਂ ਪਿਆ? ਉਹਨਾਂ ਨੇ ਕੀ ਕੀਤਾ ਇਸ ਤਰ੍ਹਾਂ ਦਾ ਕਿ ਕਿਸੇ ਨੇ ਫालतू ਚੀਜ਼ ਦਿੱਤੀ ਹੋਏ ਉਹਨਾਂ ਨੇ ਚੁੱਪ ਕਰਕੇ ਲੈ ਲਈ ਹੋਏ? ਇਸ ਤਰ੍ਹਾਂ ਦੀ ਮਿਸਾਲ ਮਿਲਦੀ ਹੈ ਉਹ ਤੇ ਕੰਜਰੀ ਦਾ ਪੈਸਾ, ਉਹ ਕੰਜਰੀ ਦਾ ਪੈਸਾ ਨਹੀਂ ਛੱਡਦੇ ਸੀ। ਤੈਨੂੰ ਪਤਾ ਹੀ ਨਹੀਂ ਮਿਰਜ਼ਾ ਸਾਹਿਬ ਦਾ ਹੈ। सूद का पैसा, सूद का पैसा
ਸੂਦ ਦਾ ਪੈਸਾ, ਕੰਜਰੀ ਦਾ ਪੈਸਾ ਪੈਸਾ ਦੀਨ ਦੇ ਕੰਮਾਂ ਵਾਸਤੇ ਲਾਇਆ ਜਾ ਸਕਦਾ ਹੈ। ਜੀ ਇਹ ਕਿਹੜੀਆਂ ਗੱਲਾਂ ਕਰਦੇ नहीं उन्होंने क्या सी कंचनी का पैसा इधर चंदे में दे दो। ਹਾਂ ते जे मैं आधा किलो गोश्त वाद ले आंदा तो की फर्क पिया? ਪੈਸਾ ਹਰ ਕਿਸਮ ਦਾ ਮਿਰਜ਼ਾ ਸਾਹਿਬ ਨੇ ਕਬੂਲ ਕੀਤਾ ਹੈ। ਕਫਨ ਚੋਰ ਹੋਵੇ, ਕੰਚਨੀ ਹੋਵੇ, ਸੂਦ ਹੋਵੇ, ਉਹ ਕਰ ਸਕਦੇ ਨੇ। ਇਹਨੂੰ ਗੋਸ਼ਤ ਜਿਹੜਾ ਉਹ ਲੜ ਚਲੇ ਅਕਬਰ ਖਾਨ। हाँ वो भी मैं सराकी बोल के ले आवे। ਨਹੀਂ ਇਹ ਵਾਸਤੇ ਗੋਸ਼ਤ ਹਰਾਮ ਹੈ ਨਾ, ਕਿਉਂਕਿ ਇਹਨੂੰ ਪਤਾ ਚੱਲ ਗਿਆ ਫालतू ਹੈ। ਜੇ ਤੇ ਇਹਨੂੰ ਪਤਾ ਨਾ ਚੱਲੇ, ਮਤਲਬ 100 200 ਜੇ 150 ਇਹ ਗ੍ਰਾਮ ਹਰਾਮ ਹੈ ਫालतू ਤੇ ਆ ਫਿਰ ਉਹ ਗਿਆ। ਵੀ ਹਰਾਮ ਹੈ। ਫਿਰ ਆਹ ਮਿਰਜ਼ਾ ਸਾਹਿਬ ਵੀ ਹਰਾਮ ਖਾਦਾ ਹੈ। ਨਹੀਂ ਮਿਰਜ਼ਾ ਸਾਹਿਬ ਦਾ ਪ੍ਰੂਫ ਦਵੋ ਨਾ, ਕਿਤੇ ਖਾਦਾ ਉਹਨਾਂ ਦੇ। ਇਹ ਤੇ ਖੁਦ ਬੋਲ ਰਿਹਾ ਆਪਣੀ ਜ਼ੁਬਾਨ ਨਾਲ। ਪ੍ਰੂਫ ਤੇ ਨਹੀਂ ਸਾਡੇ ਕੋਲ ਹੈ, ਤੇ ਪ੍ਰੂਫ ਹੈ ਸਾਡੇ ਕੋਲ। ਨਹੀਂ ਪ੍ਰੂਫ ਤੁਹਾਡਾ ਜਿਹੜਾ ਮਤਲਬ ਹੈ ਹੀ ਨਹੀਂ ਇਹ ਹੁੰਦਾ। ਤੇ ਇਹ ਤੇ ਬੰਦਾ ਖੁਦ ਮੁਜਰਮ ਐਕਸੈਪਟ ਕਰ ਰਿਹਾ ਕਿ ਉਹਨੇ ਜੁਰਮ ਕੀਤਾ। ਅੱਛਾ ਜੀ, ਨਾ ਤੁਹਾਨੂੰ ਗਵਾਹ ਦੀ ਜ਼ਰੂਰਤ ਹੈ ਨਾ ਸਬੂਤ ਦੀ ਜ਼ਰੂਰਤ। ਗੱਲ ਸੁਣੋ ਨਾ, ਜੇ ਤੁਹਾਨੂੰ ਪ੍ਰੂਫ, ਤੁਹਾਡੀ ਮਰਜ਼ੀ ਦਾ ਪ੍ਰੂਫ ਦੇ ਦਈਏ ਕਿ ਮਿਰਜ਼ਾ ਸਾਹਿਬ ਨੇ ਕੰਚਨੀ ਦਾ ਪੈਸਾ ਖਾਦਾ ਹੈ, ਸੂਦ ਦਾ ਪੈਸਾ ਖਾਦਾ। ਉਹ ਕੰਜਰੀ ਨਹੀਂ ਹੁੰਦੀ ਜਿਹੜੀ ਜਿਸਮ ਫਰੋਸ਼, ਅੱਛਾ ਉਹ ਨਾਚ ਗਾਣਾ ਕਰਨ ਵਾਲੀ। ਨਾਚ ਗਾਣਾ ਨਹੀਂ, ਜਿਸਮ ਫਰੋਸ਼। ਅੱਛਾ ਤਵਾਇਫ ਜਿਹਨੂੰ ਕਹਿੰਦੇ ਨੇ, ਤਵਾਇਫ। ਉਹਦਾ ਪੈਸਾ ਉਹ ਜਿਹੜਾ ਨਿਦਾ ਨੇ ਕਿਹਾ ਸੀ ਸਭ ਲੱਗੇ ਹੋਏ ਹੈ। ਉਹੀ ਜਿਹੜਾ ਜਿਸ ਦੀ ਵਜ੍ਹਾ ਨਾਲ ਇਹਨੇ ਆਪਣੇ ਚਾਚੇ ਨੂੰ ਵੀ ਕਤਲ ਕਰ ਦਿੱਤਾ ਸੀ ਆਪਣੇ ਘਰ ਹੀ। ਇਹ ਦੇਖਿਆ ਖੁਸ਼ ਹੋ ਰਿਹਾ ਹੁਣ। ਐਵੇਂ ਕਿ ਤਕਲੀਫ ਹੋਈ ਨਾ, ਆਪਣੀ ਤਾਰੀਫ ਸੁਣ ਕੇ ਕਿਸ ਤਰ੍ਹਾਂ ਖੁਸ਼ ਹੁੰਦਾ ਹੈ ਬੰਦਾ। ਤਕਲੀਫ ਹੁੰਦੀ ਹੈ ਬੰਦੇ ਨੂੰ, ਇਹ ਬੰਦਾ ਬੋਲਦਾ ਵੇ। ਤੁਸੀਂ ਦਵੋ ਨਾ ਮਿਰਜ਼ਾ ਸਾਹਿਬ ਦਾ ਪ੍ਰੂਫ ਮੈਨੂੰ ਦਵੋ ਕਿ ਉਹਨਾਂ ਨੇ ਉਸ ਔਰਤ ਦਾ, ਗਲਤ ਔਰਤ ਦਾ ਪੈਸਾ ਖਾਦਾ ਸੀ, ਤੇ ਹੀ ਬੰਦਾ ਉਹਦੇ ਬਾਰੇ ਚ ਕੋਈ ਰਾਏ ਇਖਤਿਆਰ ਕਰ ਸਕਦਾ ਨਾ। ਇਹ ਬੰਦਾ ਜਿਹੜਾ ਮਿਰਜ਼ਾ ਮਸਰੂਰ ਸਾਰਿਆਂ ਦਾ ਮਾਲ ਖਾ ਗਿਆ, ਕਟਹਿਰੇ ਵਿੱਚ ਆ ਕੇ ਕਹਿ ਰਿਹਾ ਆਪਣਾ ਡਕਾਰ ਤੱਕ ਨਹੀਂ ਮਾਰਿਆ। ਇਹਨੂੰ ਪ੍ਰੂਫ ਦਿਓ। ਇੱਕ ਬੰਦਾ ਆਪਣੇ ਅਕਲ ਬਾਲਗ ਹੋਣ ਦੇ ਨਾਲ ਕਟਹਿਰੇ 'ਚ ਖੜਾ ਹੋ ਕੇ ਕਹਿ ਰਿਹਾ ਕਿ ਨੇ ਜੁਰਮ ਕੀਤਾ ਹੈ। ਇੱਥੇ ਵੀ ਦੱਸਿਆ, ਇਸ ਤੋਂ ਪਹਿਲੇ ਖਾਲਦ ਸਾਹਿਬ ਦੀ ਬੋਰਡ ਤੇ ਵੀ ਦੱਸ ਕੇ ਆਇਆ ਹੈ ਕਿ ਇਹਨੇ ਅੱਧਾ ਕਿਲੋ ਗੋਸ਼ਤ ਫਾਲੂ ਲੈ। ਗੱਲ ਸੁਣ, ਜੇ ਤੈਨੂੰ ਪ੍ਰੂਫ ਦੇ ਦਿੱਤਾ ਜਾਏ ਤੇ ਫਿਰ ਇਹ ਗੋਸ਼ਤ ਹਲਾਲ ਹੋ ਜਾਏਗਾ ਨਾ। ਨਹੀਂ ਇਹ ਗੋਸ਼ਤ ਹਲਾਲ ਨਹੀਂ ਹੋਏਗਾ। ਫਿਰ ਉਹ ਜਿਹੜਾ ਗੋਸ਼ਤ ਜਿਹੜਾ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਕਿਹਾ ਹੈ ਉਹਦੇ ਤੇ ਕਿਹਾ ਜਾ ਸਕਦਾ। ਨੋਟ ਕਰ ਲੈ, ਕੱਢ ਤੇ ਖੋਲ ਤੇ ਪੜ੍ਹ ਕੇ ਸੁਣਾ ਲੋਕਾਂ ਨੂੰ, ਹੁਣੇ ਪਤਾ ਲੱਗ। ਪੜ੍ਹ ਕੇ ਥੱਕ ਗਿਆ ਇਹਨਾਂ ਦੀਆਂ ਕਿਤਾਬਾਂ, ਇਹ ਸਵਾਲੇ ਪੜ੍ਹ ਕੇ। ਥੱਕਣਾ ਨਹੀਂ ਆਇਆ, ਥੱਕ ਨਹੀਂ ਤੇ ਅੱਕ ਨਹੀਂ ਤੇ ਝੱਕ ਨਹੀਂ ਪੁੱਤਰ, ਥੱਕਣਾ ਨਹੀਂ ਆਇਆ। ਮਿਰਜ਼ਾਈਆਂ ਦੀਆਂ ਕਿਤਾਬਾਂ ਜਿਹੜੀਆਂ ਨੇ ਇਹਨਾਂ 'ਚ ਨੂਰ ਹੈ, ਨੂਰ ਕੁਰਾਨ 'ਚ ਸਿਰਫ ਜਾਂ ਹਦੀਸਾਂ ਵਿੱਚ, ਬਾਕੀ ਕਿਸੇ ਚੀਜ਼ ਵਿੱਚ ਨੂਰ ਨਹੀਂ। ਅੱਛਾ ਅਮਰ ਨਜ਼ੀਰ ਸਾਹਿਬ ਉਹਨੇ ਸਮਝੇ ਇਹ ਤੇ ਸਾਡਾ ਮਰਜ਼ਾਈ ਹੈ, ਇਹ ਤੇ ਉੱਥੇ ਜੁਮਾ ਪੜ੍ਹਦਾ ਰਿਹਾ ਡਾਕਟਰ ਇਕਬਾਲ ਖਾਨ ਸਾਹਿਬ ਦੇ ਘਰ, ਤੇ ਇਹਨਾਂ ਦੇ ਰਿਸ਼ਤੇਦਾਰ ਵੀ ਨੇ। ਲਓ ਜੀ ਜਨਾਬ, ਮੈਂ ਕਹਿਣਾ ਕਿ ਇੱਕ ਮੈਨੂੰ ਲੈਮ ਸ਼ੋਲਡਰ ਪਾ ਦੇ, ਲੈਮ ਸ਼ੋਲਡਰ ਦੇ ਨਾਲ ਹੀ ਉਹਨੇ ਸਾਈਡ ਤੋਂ ਅੱਧਾ ਕਿਲੋ ਚੁੱਕ ਕੇ ਵਿੱਚ ਹੈ। ਮੈਂ ਕਿ ਕਮਾਲ ਹੋ ਗਿਆ, ਮਰਜ਼ਾਈ ਸਮਝ ਕੇ ਮਦਦ ਕਰ ਰਿਹਾ। ਬੱਲੇ ਬੱਲੇ ਬੱਲੇ। ਅੱਛਾ ਉਸ ਦੁਕਾਨ ਦਾ ਕੀ ਨਾਂ ਹੈ ਜਿੱਥੋਂ ਗੋਸ਼ਤ ਲੈਂਦਾ ਹੈ ਤੂੰ? ਬਹਿਨੋਈ ਸ਼ਾਪ। ਅੱਛਾ ਤੇਰਾ ਬਹਿਨੋਈ ਵੀ ਹੈ ਉਹ? ਅਕਬਰ ਸਾਹਿਬ ਆਏ ਸੁਣਨਾ ਆਹੋ ਇਹੀ ਸੁਣਦਾ ਸੀ। ਫਿਰ ਤੇ ਤੈਨੂੰ ਦੇਣਾ ਹੀ ਸੀ ਅੱਧਾ ਕਿਲੋ ਗੋਸ਼ਤ ਫਾਲਤੂ, ਬਹਿਨੋਈ ਸਮਝੀਏ ਤੈਨੂੰ। ਉਹ ਮੁਸਲਮਾਨਾਂ ਦੀ ਛਾਪ ਹੈ, ਉਹ ਮੁਸਲਮਾਨਾਂ ਨੂੰ ਉਹ ਚੂਨਾ ਲਾ ਰਿਹਾ ਮਰਜ਼ਾਈ। ਸਾਲੇ ਦੀ ਫੇਵਰ ਕਰ ਰਿਹਾ ਹੋਣਾ ਹੈ ਨਾ ਕਿ ਚਲੋ ਸਾਲੇ ਨੂੰ ਅੱਧਾ ਕਿਲੋ ਗੋਸ਼ਤ। ਉਹ ਅਫਗਾਨੀ, ਅੱਛਾ ਅਫਗਾਨੀ ਨੂੰ ਤੁਸੀਂ ਵੇਖੋ ਨਾ, ਉਹਨੇ ਦਾੜੀ ਰੱਖੀ ਹੈ ਸਹੀ ਮੁਸਲਮਾਨਾਂ ਵਾਲੀ, ਇੰਜ ਚਿਹਰੇ ਤੇ ਨੂਰ ਔਰ ਸ਼ਰੀਫ ਆਦਮੀ। ਮੁਸਲਮਾਨਾਂ ਲਈ ਤੇ ਜੱਬਾ ਦੀ ਮਰਜ਼ਾਈ ਉਹਨੂੰ ਠੋਕ ਰਿਹਾ ਵੇ। ਨਹੀਂ ਆਪੇ ਕਹਿ ਰਿਹਾ ਉਹਦੇ ਦਾੜੀ ਮੁਸਲਮਾਨਾਂ ਦੀ ਰੱਖੀ ਹੈ, ਤਾਂ ਆਪਣੇ ਇਮਾਨ ਨਾਲ ਦੱਸ ਜੱਬਾ ਜੀ ਦੀ ਦਾੜੀ ਮੁਸਲਮਾਨਾਂ ਲਈ ਹੈ? ਜੱਬਾ ਸਾਹਿਬ ਦੀ ਉਹੀ ਦਾੜੀ ਜਿਹੜੀ ਮਿਰਜ਼ਾ ਤਾਹਿਰ ਨੇ ਰੱਖੀ ਸੀ, ਮਿਰਜ਼ਾ ਮਸਰੂਰ ਨੇ ਰੱਖੀ ਸੀ, ਜਾਂ ਮਿਰਜ਼ਾ ਫੈਮਿਲੀ ਨੇ ਰੱਖੀ ਹੈ। ਬੇਸ਼ੱਕ ਉਹਨਾਂ ਨਾਲ ਇਖਤਲਾਫ ਹੈ, ਉਹਨਾਂ ਦੀਆਂ ਦਾੜੀਆਂ ਬਸ ਸੁਨਨਤ ਦੇ ਮੁਤਾਬਕ। ਕੱਲ ਤਾਂ ਤੂੰ ਦਾੜੀਆਂ ਵਿਖਾਈਆਂ ਤੇ ਸੀ ਉਸਮਾਨ ਡਾਰ ਨੇ, ਜਿਹੜਾ ਉਹਨਾਂ ਦਾ ਖਲੀਫਾ ਹੈ ਮਿਰਜ਼ਾ ਮਸਰੂਰ, ਉਹਦੀ ਕੱਲ ਉਸਮਾਨ ਡਾਰ ਨੇ ਤੈਨੂੰ ਦਾੜੀਆਂ ਵਿਖਾਈਆਂ ਸੀ। ਜੱਬਾ ਜੀ ਦੀ ਦਾੜੀ ਗੂਗਲ ਕਰ ਤੇ ਉਹਦੀ ਦਾੜੀ ਨਹੀਂ, ਤੂੰ ਖਾ ਕਸਮ ਕਿ ਜੱਬਾ ਜੀ ਦੀ ਦਾੜੀ ਜਿਹੜੀ ਹੈ ਮੁਸਲਮਾਨਾਂ ਲਈ, ਇਹ ਖੁਦਾ ਦੀ ਕਸਮ ਹੈ ਜੱਬਾ, ਮੁਸਲਮਾਨਾਂ ਲਈ, ਇਹ ਖੁਦਾ ਦੀ ਕਸਮ ਹੈ ਜੱਬਾ ਸਾਹਿਬ ਦੀ ਦਾੜੀ ਮੁਸਲਮਾਨਾਂ ਲਈ ਹੈ, ਕਿਉਂਕਿ ਉਹਨਾਂ ਦੀ ਦਾੜੀ ਹੈ ਹੀ ਨਹੀਂ ਹੈ।
ਤੂੰ ਖਾ ਕਸਮ ਉਹਦੀ ਦਾੜੀ ਆਈ ਨਹੀਂ, ਉਹਨੇ ਸ਼ੇਵ ਨਹੀਂ ਕੀਤੀ, ਮੰਡਾਈ ਵੀ ਨਹੀਂ ਹੈ, ਬੇਹੌਤੀ ਨਹੀਂ ਤੂੰ ਕਰਦਾ ਕਸਮ ਸੁਣਨ ਖਾ ਦੀ। ਕੇ ਮਿਰਜ਼ਾ ਮਸਰੂਰ ਦੀ ਦਾੜੀ ਇੰਨੀ ਨਹੀਂ ਸੀ। ਮੈਂ ਕਸਮ ਖਾ ਕੇ ਕਹਿਣਾ ਮਿਰਜ਼ਾ ਮਸਰੂਰ ਦੀ ਦਾੜੀ ਜਿਸ ਤਰ੍ਹਾਂ ਵੀ ਆਏ ਉਹ ਮੁਸਲਮਾਨਾਂ ਦੀ ਲੱਗਦੀ ਹੈ। ਜੱਬਾ ਜੀ ਦੀ ਜਿਹੜੀ ਦਾੜੀ ਹੈ ਉਹ ਮੁਸਲਮਾਨਾਂ ਦੀ ਨਹੀਂ ਹੈ, ਮੁਸ਼ਰਕਾਂ ਲਈ ਹੈ, ਉਹ ਗੈਰ ਮੁਸਲਮਾਨਾਂ ਲਈ ਹੈ। ਅੱਛਾ ਇਹ ਦੱਸ ਕਿ ਮਿਰਜ਼ਾ ਮਹਿਮੂਦ ਜੀ, ਮਿਰਜ਼ਾ ਨਾਸਰ ਜੀ, ਮਿਰਜ਼ਾ ਤਾਹਿਰ ਜੀ, ਮਿਰਜ਼ਾ ਮਸਰੂਰ ਜੀ, ਟਰੂ ਜੀ, ਤੁਸੀਂ ਸਾਰੇ ਜਹੰਨਮੀ ਜੀ। ਇਹ ਕੀ ਪਾਗਲ ਆਦਮੀ ਉੱਤੇ ਬਿਠਾ ਦਿੱਤਾ ਟਾਪ ਦੇ ਉੱਤੇ। ਦੇਖੋ ਇਹ ਪਾਗਲ ਬੌਗੀਆਂ ਮਾਰ ਰਿਹਾ ਨਾ, ਇਹ ਜੀ ਜਿਹੜਾ ਵੇ ਨਾ ਇਹ ਜੀ ਪੰਜਾਬੀ ਵਾਲਾ ਵੇ। ਨਾ ਕੋਈ ਲੌਜਿਕ, ਕਾਫੀਡੈਂਟ ਹੋ ਟਰੂ ਨਾ ਮੁਸਲਿਮ ਕੋਈ ਸਾਹਿਬ। ਮੰਤਕ ਗੱਲ ਵਿੱਚ ਐਵੇਂ ਜੀ ਜੀ ਜੀ। ਮਿਰਜ਼ਾ ਸਾਹਿਬ ਅਗਰ 50 ਕਿਤਾਬਾਂ ਦੀ ਫੀਸ ਲੈ ਕੇ 5 ਮੈਂ ਜਿਹੜੀ ਗੱਲ ਪੁੱਛੀ ਹੈ ਤੂੰ ਕਸਮ ਖਾ ਕੇ ਕਹਿ ਦੇ ਕਿ ਜੱਬਾ ਜੀ ਦੀ ਜਿਹੜੀ ਦਾੜੀ ਹੈ ਮੈਂ ਵੇਖਿਆ ਵੇ ਜੱਬਾ ਸਾਹਿਬ ਵੱਲ ਜਾਂਦਾ ਮੁਤਾਬਕ ਹੈ। ਛੱਡੋ ਮਾਈ ਥੱਲੇ ਜਾਂਦਾ ਕੱਟੇ ਥੱਲੇ ਹੈ। ਜਿਸ ਬੰਦੇ ਦੀ ਦਾੜੀ ਨਹੀਂ ਸੁਨਨਤ ਦੇ ਮੁਤਾਬਕ, ਜਿਹੜਾ ਨਬੀ ਪਾਕ ਦੀ ਸੁਨਨਤ ਨਾਲ ਬੇਹਰਮਤੀ ਕਰ ਰਿਹਾ, ਮਜ਼ਾਕ ਉਡਾ ਰਿਹਾ। ਉਹ ਯਾਰ ਸੁਨਨਤ ਵਾਲੇ ਨੂੰ ਵੇਖਿਆ ਸੀ ਪੂਰੀ ਕੁੜੀਆਂ ਦਾ ਜ਼ਨਾ ਕਰਦਾ ਸੀ। ਯਾਰ ਤੇਰੀ ਅਕਲ ਤੂੰ ਹੈਰਾਨ ਨਹੀਂ ਸਾਰੇ ਪੇ ਜਾਂਦੇ ਹਨ ਤੈਨੂੰ ਦਾੜੀ ਦਾ ਫਿਕਰ ਹੈ ਵੇ ਤੇ ਲਾਲ ਰਾਮ ਦਾ ਕੋਈ ਫਿਕਰ ਨਹੀਂ ਹੈ। ਹਲਾਲ ਹਰਾਮ ਉਹ ਦੇਖੋ ਅੱਧਾ ਕਿਲੋ ਗੋਸ਼ਤ ਹਰਾਮ ਆਪੇ ਕਹਿ ਕੇ ਆਖਾ ਐਲਾਨ ਕਰੋ ਨਾ ਜਿਹੜਾ ਕੰਚਨੀ ਦਾ ਪੈਸਾ ਆਇਆ ਉਹ ਕਿੱਧਰ ਗਿਆ ਹੈ? ਤੋ ਉਹ ਤੇ ਤੁਸੀਂ ਦੱਸਿਆ ਹੀ ਨਹੀਂ, ਜ਼ਬਾਨੀ ਦੱਸ ਰਿਹਾ ਹੈ ਤੇ ਮੁਜਰਮ ਖੁਦ ਐਕਸੈਪਟ ਕਰ ਰਿਹਾ ਕਿ ਉਹ 272 ਨੰਬਰ ਤੈਨੂੰ ਨੇ ਰਵਾਇਤ ਆਪਣੇ ਅਬੂ ਬਕਰ ਭਾਈ ਨੇ ਜਾਂ ਤੇ ਉਹ ਜਿਹੜਾ ਤੁਸੀਂ ਦੱਸ ਰਹੇ ਹੋ ਅਹਿਮਦ ਨਜ਼ੀਰ ਸਾਹਿਬ ਨਾ ਮੈਂ ਗੋਸ਼ਤ ਤੋਲਣ ਉਹਨਾਂ ਦੇ ਮੰਨਣ ਵਾਲਾ ਕੋਈ ਆ ਕੇ ਮੈਂ ਜਾ ਕੇ ਆਰਡਰ ਦਿੱਤਾ ਵੇ, ਜੋ ਉਹਨੇ ਲਿਫਾਫੇ 'ਚ ਪਾਤਾ ਮੈਂ ਉਹਦਾ ਬਿੱਲ ਪੇ ਕਰਕੇ ਆ ਗਿਆ, ਗੱਲ ਖਤਮ। ਇਹਨੇ ਖੁਦ ਕਿਹਾ ਕਿ ਇਹਨੂੰ ਅੱਧਾ ਕਿਲੋ ਗੋਸ਼ਤ ਸਾਈਡ ਤੋਂ ਚੁੱਕ ਕੇ ਨਾ ਸ਼ੋਲਡਰ ਦਾ ਇਹਦੇ ਬੈਗ 'ਚ ਪਾ ਦੇਣਾ ਸੀ। ਇਹਦਾ ਹਾਂ ਮੈਂ ਵੇਖਿਆ ਉਹ ਪਾ ਰਿਹਾ ਵੇ। ਹੁਣ ਹਲਾਲ ਨਹੀਂ, ਮੈਂ ਕਿਲੋ ਦੇ ਪੈਸੇ ਮੈਨੂੰ ਕੀ ਪਤਾ ਉਹ ਕੀ ਕਰ ਰਿਹਾ ਵੇ, ਉਹਦਾ ਕੰਮ ਹੈ। ਤੇ ਇਹਨੇ ਘਰ ਆ ਕੇ ਦੇਖਿਆ, ਇਹਨੂੰ ਫੌਰਨ ਪਤਾ ਚੱਲਿਆ ਮੇਰਾ ਕੰਮ ਤੇ ਨਹੀਂ ਹੈ ਇਨਸਾਈਡ ਉਹ ਕੀ ਕਰ ਰਿਹਾ ਵੇ। ਇਹ ਇਮਾਨਦਾਰ ਹੁੰਦਾ ਤੇ ਇਹਦਾ ਕੰਮ ਸੀ ਬੋਲ ਮਿਰਜ਼ਾ ਸਾਹਿਬ ਦੀ ਤਰ੍ਹਾਂ ਇਮਾਨਦਾਰ। ਤੇ ਮੈਂ ਅੱਧਾ ਕਿਲੋ ਗੋਸ਼ਤ ਮੇਰੇ ਤੇ ਹਰਾਮ ਹੈ। ਮਤਲਬ ਮਿਰਜ਼ਾ ਸਾਹਿਬ ਦੀ ਤਰ੍ਹਾਂ ਇਮਾਨਦਾਰ ਅਗਰ ਮੈਂ ਹੁੰਦਾ ਤੁਸੀਂ ਹਰਾਮ ਦਾ ਪਿੰਛਲ ਲੈ ਕੇ ਸਿਆਲਕੋਟ ਦਾ ਦੱਸ ਜਾਂਦਾ, ਨਮਾਜ਼ ਕਬੂਲ ਨਹੀਂ ਹੁੰਦੀ। ਇਹ ਅੱਧਾ ਕਿਲੋ ਗੋਸ਼ਤ ਖਾ ਰਿਹਾ ਹੋਏ ਹਫਤੇ, ਮਤਲਬ ਕਿ ਪਿੰਛਲ ਲੈ ਕੇ ਸਿਆਲਕੋਟ ਦਾ ਦੱਸ ਜਾਂਦਾ। 50 ਕਿਤਾਬਾਂ ਦੀ ਫੀਸ ਲੈ ਕੇ 5 ਦਾ ਛਾਪ ਦਿੰਦਾ। ਦੇ ਜਵਾਬ ਹੁਣ। ਨਹੀਂ ਇਹ ਤਾਂ ਜ਼ਬਾਨੀ ਕਹਿ ਰਿਹਾ ਨਾ, ਇਹ ਤੇ ਕੋਈ ਉਹਨਾਂ ਦਾ ਬੰਦਾ ਹੋ ਹੈ। ਸਕਦਾ ਅਕਬਰ ਖਾਨ ਸਾਹਿਬ ਨੇ ਤੋਬਾ ਕਰ ਲਈ ਹੋਵੇ। ਇਹ ਦੇਖੋ ਬੰਦਾ ਇਹ ਹੋ ਸਕਦਾ ਦਿਲ 'ਚ ਤੋਬਾ ਕਰ ਲਈ ਹੋਵੇ ਅਕਬਰ ਖਾਨ ਗੋਸ਼ਤ ਮੈਨੂੰ ਫालतू ਦੇਣਾ। ਮੈਂ ਦਿਲ 'ਚ ਰੋਜ਼ ਤੋਬਾ ਕਰਦਾ। ਤੁਸੀਂ ਕਿਸੇ ਅੰਗਰੇਜ਼ ਕੋਲੋਂ ਪੁੱਛੋ ਕਿ ਇਸ ਤਰ੍ਹਾਂ ਕਰ ਰਿਹਾ ਤਾਂ ਉਹ ਵੀ ਕਹੇਗਾ नहीं ये तुम भी खामोश हो जाओ, तुम भी खामोश हो जाओ। हो सकता है उन्होंने तौबा कर ली हो, तुमने खुद ही अपने आप को पेश किया था। ਤੇ ਮਿਰਜ਼ਾ ਸਾਹਿਬ ਦਾ ਜਿਹੜਾ ਦੱਸ ਰਿਹਾ ਉਹਨੇ ਉਸ ਔਰਤ ਦੇ ਪੈਸੇ ਲੈ ਕੇ ਖਾਦੇ ਨੇ ਤੇ ਇਹ ਤੇ ਇਸ ਗੱਲ ਨੂੰ ਤਦ ਹੀ ਸੱਚਾ ਬਣਿਆ ਜਾ ਸਕਦਾ ਜਾਂ ਕੋਈ ਸਬੂਤ ਹੋਏ ਦਾ ਤੇ ਜਾਂ ਉਹਨਾਂ ਦੇ ਮੰਨਣ ਵਾਲਾ ਕੋਈ ਹਾਂ ਜੀ ਵਾਕਈ ਸਾਡੇ ਅਕਾਬਰ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ। ਇਹ ਤੇ ਖੁਦ ਬੰਦਾ ਮੰਨ ਲਿਆ। गोश्त दिया था। तुमने खुद ही अपने आप को पेश किया था। ये पेश क्या है, ये पेश क्या है। बाबर भाई आए ने कोई लेके ब्रेकिंग न्यूज़। जी अस्सलाम वालेकुम रहमतुल्लाहि व बरकातहू। वालेकुम सलाम रहमतुल्लाह। अमर भाई अकबर खान साहब ते तारक चौहान साहब लोरी ग्रुप ਨਾਲ ਤਾਲੁਕ ਰੱਖਦੇ ਨੇ? ਨਹੀਂ ਇਹਨਾਂ ਦਾ ਆਪਣਾ ਗਰੁੱਪ ਹੈ, ਜੰਬਾ ਗਰੁੱਪ। ਤੇ ਐਕਟਿਵ ਮੁਸਲਿਮ ਸਾਹਿਬ ਕੱਲ ਕਾਦੀਆਨੀ ਦੀ ਬਰਾੜ ਤੇ ਜਾ ਕੇ ਕਹਿੰਦੇ ਪਏ ਨੇ ਜੀ ਕਿ ਉਹ ਲੋਰੀ ਗਰੁੱਪ ਨਾਲ ਤਾਲੁਕ ਰੱਖਦੇ ਨੇ ਤੇ ਇਹ ਸਵਾਲ ਕਰਦੇ ਪਏ ਸਨ ਕਿ ਨਬੀ ਹੈ ਨੇ ਕਿ ਨਹੀਂ। ਇਹੋ ਜੀ ਗੱਲ ਇਹਨਾਂ ਨੇ ਕੀਤੀ ਜਾ ਕੇ ਕੱਲ। ਕਿਉਂ ਟਰੂ ਮੁਸਲਿਮ ਕਿਉਂ ਝੂਠ ਬੋਲੇ? ਨਹੀਂ ਮੈਨੂੰ ਤੇ ਨਹੀਂ ਪਤਾ, ਮੈਨੂੰ ਤੇ ਇਸ ਅਕਬਰ ਖਾਨ ਨਾਲ ਹੋਰ ਕੋਈ ਇਤਰਾਜ਼ ਨਹੀਂ ਹੈ, ਨਾ ਹੀ ਮੈਨੂੰ ਕੁਝ ਕਹਿਣਾ। ਬੇਸ਼ੱਕ ਮੈਨੂੰ ਗੱਲ ਨਾ ਕੱਢੇ। ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਮੇਰੇ ਨਜ਼ਦੀਕ ਸਭ ਤੋਂ ਜਿਹੜੇ ਅਫਜ਼ਲ ਔਰ ਆਲਾ ਮਕਾਮ ਹੈ ਅੰਬਿਆ ਨੇ, ਉਹਨਾਂ ਤੋਂ ਬਾਅਦ ਹੈ ਨੇ ਖੁਲਫਾਏ ਰਾਸ਼ਿਦੀਨ ਨੇ, ਸਾਹਬਾ ਕਰਾਮ ਨੇ। ਇਹਨੇ ਕਿਹਾ ਤੇਰੇ ਖਲੀਫਿਆਂ ਦੀ ਇੰਜ ਉਂਝ ਗਾਲਾਂ ਦਿੱਤੀਆਂ ਨੇ, ਮੈਂ ਰਿਪੀਟ ਨਹੀਂ ਕਰਨਾ ਉਹ। ਮੈਂ ਕਿਹਾ ਮੇਰੇ ਖਲੀਫੇ ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਉਸਮਾਨ, ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ। ਇਹਨੇ ਹਜ਼ਰਤ ਅਬੂ ਬਕਰ ਦਾ ਨਾਂ ਲੈ ਕੇ ਐਸੀ ਗੱਲ ਦਿੱਤੀ ਹੈ ਮੈਂ ਰਿਪੀਟ ਨਹੀਂ ਕਰ ਸਕਦਾ। ਕਿਆ ਝੂਠੇ ਤੇ ਖੁਦਾ ਦੀ ਲਾਨਤ, ਤੁਹਾਡੇ ਇੱਕ ਮਸਲਕ ਦੇ ਹੈ ਨੇ। ਅੱਛਾ ਚੱਲ ਇਹ ਵੀ ਗੱਲ ਕਹਦੇ ਝੂਠੇ ਤੇ ਖੁਦਾ ਦੀ ਲਾਨਤ।
ਸਬਤੇਨ ਸ਼ਾਹ ਨਕਵੀ ਦੇ, ਮੇਰੀ ਗੱਲ ਸੁਣਨਾ, ਸਬਤੇਨ ਸ਼ਾਹ ਨਕਵੀ ਦੇ ਨਾਨਾ ਨੇ, ਉਹ ਪਤਾ ਨਹੀਂ ਕਿਹੜੇ ਮਸਲਕ ਨੇ, ਉਹਨਾਂ ਨੇ ਹਜ਼ਰਤ ਅਬੂ ਬਕਰ ਨੂੰ ਗਾਲ ਦਿੱਤੀ। ਸਬਤੇਨ ਸ਼ਾਹ ਨਕਵੀ ਨੇ ਕਿਹਾ ਮੈਂ ਉਹਨਾਂ ਦਾ ਜਨਾਜ਼ਾ ਨਹੀਂ ਪੜ੍ਹਿਆ। ਸਬਤੇਨ ਸ਼ਾਹ ਨਕਵੀ ਨੂੰ ਸਬਤੇਨ ਸ਼ਾਹ ਨਕਵੀ ਨੇ ਜਨਾਜ਼ਾ ਨਹੀਂ ਪੜ੍ਹਿਆ ਆਪਣੇ ਸਗੇ ਨਾਨੇ ਦਾ, ਉਹਨਾਂ ਨੇ ਹਜ਼ਰਤ ਅਬੂ ਬਕਰ ਉਹ ਯਾਰ ਸਬਤੇਨ ਸ਼ਾਹ ਨਕਵੀ ਨੂੰ ਛੱਡ, ਇਹਨੇ ਮੇਰੇ ਖੁਲਫਾਲ ਚਵਾ ਖਲੀਫਿਆਂ ਨੂੰ ਮੈਨੂੰ ਗਾਲ ਦਿੱਤੀ ਹੈ। ਲੋ ਜੀ ਇਹਦੇ ਖਲੀਫੇ ਵੀ ਲਾਂਤੀ ਨੇ ਤੇ ਮਰਜ਼ਈ ਖੁਦ ਵੀ ਲਾਂਤੀ ਨੇ। ਇਸ ਵਾਸਤੇ ਮੈਂ ਇਹਨੂੰ ਕਹਿ ਰਿਹਾ, ਇਹਨਾਂ ਦਾ ਖਲੀਫਾ ਮਿਰਜ਼ਾ ਮਸਰੂਰ ਲਾਂਤੀ ਕਹਿੰਦਾ ਮੁਜੱਦਦ ਦਾ ਜ਼ਿਕਰ ਤਾਂ ਕੁਰਾਨ में इजाजत दे रहा। साहब कहते मुजद्दद का जिक्र कुरान में भी है, हदीस में भी है। अमर साहब मैं मरज़ई लानती सारे झूठे ने। मैं बदले च एक गाल भी नहीं देनी, मैनू 100 गालां कढे, लेकिन मैंने इन्हें मेरे खलीफिया नु गाल कढी, ਇਹਦੇ ਵਾਸਤੇ ਮੈਨੂੰ ਇਹਦੇ ਤੇ ਤੇਰੇ ਮਰਜ਼ਈ ਜਿਹੜੇ ਖਲੀਫਿਆਂ ਨੂੰ ਗਾਲ ਕੱਢੀ ਹੈ, ਜਿਹੜੇ ਖਲੀਫਿਆਂ ਨੂੰ ਨੇ ਕੱਢੀ ਉਹ ਦੱਸਦਾ ਪਿਆ ਵੀ ਕਿਹੜੇ ਖਲੀਫਿਆਂ ਗੱਲ ਮੁਕਰ ਰਿਹਾ ਨਾ ਹੋਣਾ, ਇਹਨੂੰ ਪਤਾ ਕਿ ਇਹ ਸਾਰੇ ਜਿੰਨੇ ਅੱਛਾ ਚੱਲ ਕਹਿ ਕੇ ਝੂਠੇ ਤੇ ਖੁਦਾ ਦੀ ਲਾਨਤ ਨਹੀਂ ਕਹੇਗਾ ਨਾ ਹਾਂ ਮੈਂ ਹਜ਼ਰਤ ਅਬੂ ਬਕਰ ਨਾਲ ਗੱਲ ਕੀਤੀ। ਅਗਲਾ ਨਹੀਂ ਪਿਆ ਮੰਨਦਾ ਬਈ ਮੈਂ ਹਜ਼ਰਤ ਅਬੂ ਬਕਰ ਦਾ ਨਾਮ ਲੈ ਕੇ, ਉਹ ਕਹਿੰਦਾ ਝੂਠੇ ਦਾ ਲਾਨਤ ਹੈ, ਤੇ ਫਿਰ ਤੂੰ ਕਹਦੇ ਆਮੀਨ। ਇਹ ਝੂਠ ਬੋਲ ਰਿਹਾ ਰੋੜੇ, ਖਾਏ ਕਸਮ ਕੇ ਚੱਲ ਤੂੰ ਕਹਿ ਆਮੀਨ, ਤੂੰ ਕਹਿ ਨਾ ਆਮੀਨ। ਆਮੀਨ ਜੇ ਉਹਨੇ ਝੂਠ ਬੋਲਿਆ ਖਾ ਕੇ ਕਵੇ ਕਿ ਮੈਂ ਜਿਹੜੇ ਕਿਹਾ ਕਿ ਇਹ ਮੇਰੇ ਖਲੀਫੇ ਨੇ, ਇਹਨੇ ਕਿਹਾ ਤੇਰੇ ਖਲੀਫਿਆਂ ਦੇ ਬਾਰੇ ਚ ਮੈਂ ਗਾਲ ਨਹੀਂ ਰਿਪੀਟ ਕਰ। ਮੈਂ ਇਹਨੂੰ ਕਿਹਾ ਤੇਰੇ ਖਲੀਫੇ ਨਹੀਂ ਨੇ, ਤੇਰੇ ਖਲੀਫੇ ਕੰਜਰ ਖਲੀਫੇ ਨੇ। ਇਹਦਾ ਟਾਇਰਾਇਡ ਖੁੱਲ ਗਿਆ, ਹੁਣ ਇਹਨੂੰ ਲਾ ਛੜਿਆ, ਝਟ ਫਰੈਸ਼ ਹੋ ਜੀ। ਕਰੋ ਅਮਰ ਭਾਈ। ਅੱਛਾ ਮਿਰਜ਼ਾ ਸਾਹਿਬ 50 ਕਿਤਾਬਾਂ ਦੀ ਫੀਸ ਲੈ ਕੇ ਤੇ 5 ਛਾਪ ਸਕਦੇ ਨੇ, ਪਿਓ ਦੀ ਪੈਨਸ਼ਨ ਲੈ ਕੇ ਨੱਸ ਸਕਦੇ ਨੇ, ਤੇ ਜੇ ਮੈਨੂੰ ਇੱਕ ਮਰਜ਼ਈ ਨੇ ਮਰਜ਼ਈ ਸਮਝ ਕੇ ਅੱਧਾ ਕਿਲੋ ਗੋਸ਼ਤ ਵੱਧ ਪਾਤਾ ਤੇ ਮੈਂ ਉਹਦੀ ਚਲਾਕੀ ਫੜ ਲਈ, ਔਰ ਮੈਂ ਦੱਸ ਦਿੱਤੀ ਸਾਰੇ ਮੁਸਲਮਾਨਾਂ ਨੂੰ ਕਿ ਮਰਜ਼ਈ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਮੈਂ ਤੇ ਉਹਨਾਂ ਨੂੰ ਨੰਗਾ ਕਰ ਰਿਹਾ ਵਾਂ ਮਰਜ਼ਈਆਂ ਨੂੰ। ਬਿਲਕੁਲ ਮੈਂ ਤਾਂ ਚਾਹੁੰਦਾ ਹੀ ਨਹੀਂ ਕਿ ਮੈਨੂੰ ਇੱਕ ਬੋਟੀ ਵੀ ਵੱਧ ਪਾ ਕੇ ਦੇਵੇ। ਹੁਣ ਉਹ ਬੰਦਾ ਮੁਸਲਮਾਨ ਦੀ ਦੁਕਾਨ ਤੇ ਕੰਮ ਕਰ ਰਿਹਾ ਵੇ, ਉਹ ਮੁਸਲਮਾਨ ਬਣ ਕੇ ਕੰਮ ਕਰ ਰਿਹਾ, ਮੈਨੂੰ ਕਹਿੰਦਾ ਹੋਲੀ ਇਹਨਾਂ ਨੂੰ ਨਾ ਦੱਸਿਆ ਹੈ ਕਿ ਮੈਂ ਜਿਹੜਾ ਸਰਾਇਕੀ ਆ ਤੇ ਮੈਂ ਮਰਜ਼ਾਈ ਆ, ਇਹਨਾਂ ਨੂੰ ਨਾ ਦੱਸਿਆ ਹੈ। ਮੈਂ ਕਹਿੰਦੀ ਮੈਂ ਨਹੀਂ ਦੱਸਦਾ, ਫਿਕਰ ਨਾ ਕਰ, ਤੂੰ ਮੈਨੂੰ ਰਾਮ ਖਵਾਈ ਆ, ਮੈਂ ਨਹੀਂ ਦੱਸਣ ਲੱਗਾ। ਤੂੰ ਇੱਧਰ ਪਾਈ ਆ ਮਿਰਜ਼ਾ ਮਸਰੂਰ ਨੂੰ ਜਿਹੜਾ ਮੈਂ ਚੰਦਾ ਦਿੱਤਾ ਵੇ ਉਹ ਤੇ ਪੂਰਾ ਹੋਵੇ ਨਾ। ਇੰਝ ਹੀ ਕਰਦੇ ਨੇ ਸਭ ਢੋਂਗੀ ਨੇ। ਆਹੋ ਡਰਾਮੇ ਬਸ। ਅੱਛਾ ਮੈਨੂੰ ਵੀ, ਮੇਰੇ ਵੀ ਨਾ ਦੁਬਰ ਦੇ ਵਿੱਚ ਬੜਾ ਕੀੜਾ ਸੀ। ਉਹ ਇਹਨਾਂ ਨੇ वो एक मुरब्बी आया जी, ये तो इलाही जमात है, खुदा की जमात है, मस्जिद के लिए चंदा दें। मैं जनाब मेरी भी गांड च कीड़े ने सट मारी, मैं 900 पाउंड बैतुल फतूह च दे दिता। ਉਹ ਬਾਅਦ ਚ ਮੈਨੂੰ ਪਤਾ ਲੱਗਾ ਜਦੋਂ ਜੰਬਾ ਸਾਹਿਬ ਦੇ ਮੈਂ ਖੁਤਬੇ ਸੁਣੇ, ਮੈਂ ਕਿਹਾ ਮੈਂ ਕਿਹੜੇ ਕਾਫਰਾਂ ਨੂੰ ਪੈਸੇ ਦੇ ਦਿੱਤੇ ਨੇ। $900 ਪਾਉਂਡ। ਉਹ ਜਰਮਨੀ ਜਦੋਂ ਮੈਂ ਸੀਗਾ 900 ਯੂਰੋ, ਉੱਥੇ 1000 ਯੂਰੋ ਦਿੱਤਾ ਮਸਜਿਦ ਵਾਸਤੇ। ਉਹ ਸਾਰੇ ਕੰਜਰ ਮੁਰੱਬੀ ਖਾਂਦੇ ਨੇ, ਇਹ ਮਿਰਜ਼ਾ ਕੰਜਰ ਖਾਨਦਾਨ ਖਾਂਦਾ ਵੇ। ਨਹੀਂ ਤੇ ਮੇਰਾ ਤੁਹਾਡੇ ਕੋਲ ਸਵਾਲ ਖਾਨ ਸਾਹਿਬ ਹੈ ਵੇ ਕਿ ਤੁਹਾਡਾ ਯਾਰ ਪੱਕਾ ਨਈਮ ਖਾਨ ਜਿਹੜਾ ਵੇ ਉਹਦਾ ਤਾਂ ਰੋਲਾ ਹੀ ਇਸ ਗੱਲ ਤੋਂ ਬਣਿਆ ਸੀ। ਨਈਮ ਖਾਨ ਦਾ ਰੋਲਾ ਹੀ ਇਸ ਗੱਲ ਤੋਂ ਬਣਿਆ ਸੀ, ਉਹਨੇ ਜਮਾਤ ਦੇ ਵਿੱਚ ਮਸਲਾ ਹੀ ਇਸ ਗੱਲ ਤੋਂ ਬਣਿਆ ਸੀ ਕਿ ਉਹਨੇ ਕਿਹਾ ਸੀ ਕਿ ਬੈਤੁਲ ਫਤੂਹ ਚ 2 ਨੰਬਰ ਹੀ ਹੁੰਦੀ ਸੀ। ਯਾਦ ਹੈ ਨਾ ਗੱਲ ਦਾ? ਆਹੋ ਇੰਜੀਨੀਅਰ ਸੀ ਨਾ ਉੱਥੇ। ਉਹੀ ਤੇ ਕਹਿਣਾ ਫਿਰ ਉਹਨੇ ਮਿਰਜ਼ਾ ਤਾਹਿਰ ਨੂੰ ਦੱਸਿਆ ਘਪਲੇ ਹੋ ਰਹੇ ਨੇ। ਮਿਰਜ਼ਾ ਸਾਹਿਬ ਅੱਗੋਂ ਮਿਰਜ਼ਾ ਤਾਹਿਰ ਅੱਗੋਂ ਭੈੜੀ ਜੀ ਹਾਸੇ ਦੀ ਸ਼ਕਲ ਬਣਾ ਕੇ, ਅੱਛਾ ਆਪ ਮੁਝੇ ਇਸकी डिटेल देना। ਨਈਮ ਖਾਨ ਕਹਿੰਦਾ ਮੈਂ ਸਾਰੀਆਂ ਡਿਟੇਲਾਂ ਦੇਤੀ, ਐਕਸ਼ਨ ਕੋਈ ਵੀ ਨਾ ਲਿਆ। ਮੈਂ ਹੀ ਤੇ ਕਹਿੰਦਾ ਵੀ ਤੁਹਾਡਾ ਯਾਰ ਕਹਿ ਰਿਹਾ ਕਿ ਉੱਥੇ ਘਪਲੇ ਹੋ ਰਹੇ ਨੇ, ਤੁਸੀਂ ਕਿਉਂ 900 ਦਿੱਤਾ? ਉਹ ਯਾਰ ਉਹ ਬਾਅਦ ਵਿੱਚ ਮੈਨੂੰ ਪਤਾ ਲੱਗਾ ਨਾ ਨਈਮ ਖਾਨ ਦਾ। ਪਹਿਲੇ ਤੇ ਮੈਂ ਉਦੋਂ ਕਟਰ ਮਰਜ਼ਈ ਸੀ ਨਾ, ਉਦੋਂ ਮੈਂ ਸਮਝਦਾ ਸੀ ਬਾਕੀ ਇਹ ਖਲੀਫਾ ਖੁਦਾ ਬਣਾਤਾ। ਉਸ ਟਾਈਮ ਤੁਸੀਂ ਵੀ ਉਹੀ ਸੀ ਜਿਹੜੇ ਸੌਂਦੇ ਨਹੀਂ ਹਨ, 18 ਕਰੋੜ ਬੈਤਾਂ ਦੇ ਨਾਰੇ ਲਾਉਂਦੇ ਪਏ ਹੋ, ਉਹੀ ਹੋ ਤੁਸੀਂ ਬਣੇ। ਨਹੀਂ ਉਸ ਟਾਈਮ ਮੇਰਾ ਜਿਹੜਾ ਵੀ ਨਾ ਢੱਕਣ ਉੱਤੇ ਦਿਮਾਗ ਦਾ ਢੱਕਣ 에ਅਰ ਟਾਈਟ ਸੀਗਾ। ਮੈਂ ਸਮਝਦਾ ਸੀ ਕਿ ਵਾਕਈ ਖੁਦਾ ਨੇ ਖਲੀਫਾ ਬਣਾਇਆ ਹੋਇਆ ਵੇ, ਕਿਉਂਕਿ ਇਹ ਨਾ ਸੱਜੀ ਵਿਖਾ ਕੇ ਖੱਬੀ ਮਾਰਦੇ ਸੀ, ਖੁਲਫਾ ਰਾਸ਼ਦੀ ਦੀ ਸ਼ਕਲ ਵਿਖਾਉਂਦੇ ਸੀ ਤੇ ਕਹਿੰਦੇ ਸੀ ਕਿ ਹਰ ਨਬੀ ਤੋਂ ਬਾਅਦ ਖਿਲਾਫਤ ਹੁੰਦੀ ਹੈ, ਹਾਲਾਂਕਿ ਸਾਹਿਬ ਸ਼ਰੀਅਤ ਨਬੀਆਂ ਤੋਂ ਬਾਅਦ ਖਿਲਾਫਤ ਹੁੰਦੀ ਹੈ। ਮੇਰੇ ਕੋਲ ਉਹਨੇ 100 ਦਫਾ ਗਿਆ ਵੇ ਕਿ ਲਹਾ ਦੇ, ਥੋੜਾ ਜਿਹਾ ਵਾਅਦਾ ਕਰਦੇ। ਇਹ ਪਿੱਛੇ ਜੀ ਪਤਾ ਜਿਹੜੀ ਵੇਲਜ਼ ਮਸਜਿਦ ਬਣੀ ਹੈ ਇੱਕ, ਹਾਂਜੀ ਬੜੀ ਮਸ਼ਹੂਰ ਮਸਜਿਦ, ਬੜੀ ਵੱਡੀ ਮਸਜਿਦ ਬਣਾਈ ਨੇ, ਵੇਲਜ਼ ਬਣਾਉਂਦੇ ਪਏ ਨੇ, ਮਤਲਬ ਐਂਡ ਤੇ ਹੀ ਹੁਣ ਤਕਰੀਬਨ। ਕਹਿੰਦੇ ਨੇ ਵਾਅਦਾ ਲਹਾ ਦੇ। ਮੈਂ ਕੋਈ ਵਾਅਦਾ ਵੂਦਾ ਨਹੀਂ ਹੈ ਭਾਈ, ਟਕਾ ਨਹੀਂ ਦੇਣਾ ਤੁਹਾਨੂੰ।
ਜਿਹੜੇ 100 ਪੌਂਡ ਕਰਦੇ ਨੇ 100 ਉਹ ਯਾਰ ਇਹ ਮਸਜਿਦਾਂ ਜਿਹੜੀਆਂ ਨਾ ਸਾਰੀਆਂ ਮਿਰਜ਼ਾ ਫੈਮਿਲੀ ਦੇ ਨਾਮ ਤੇ ਨੇ। ਇਹਨਾਂ ਦੀ ਢੋਈ ਦੇ ਉੱਤੇ ਐਸੀ ਲੱਤ ਮਾਰਨੀ ਹੈ ਨਾ ਮਿਰਜ਼ਾ ਫੈਮਿਲੀ ਨੇ, ਇਹ ਸਾਰੇ ਮਰਜ਼ਈਆਂ ਦੇ ਚੀਕਾਂ ਮਾਰਦੇ ਫਿਰਨਾ। ਇਹਨਾਂ ਨੂੰ ਇੱਕ ਪੈਸਾ ਨਹੀਂ ਲੱਭਣਾ ਇਹਨਾਂ ਮਸਜਿਦਾਂ ਦੇ ਚੋਂ। ਇਹ ਸਾਰੀਆਂ ਮਿਰਜ਼ਾ ਫੈਮਿਲੀ ਦੀਆਂ ਪ੍ਰਾਪਰਟੀਆਂ ਬਣ ਰਹੀਆਂ ਨੇ। ਅਕਬਰ ਸਾਹਿਬ ਤੁਹਾਡੇ ਨਾਲ ਇੱਕ ਜ਼ਿਲ੍ਹਾ ਹੈ ਤੁਹਾਡੇ ਨਾਲ ਇੱਕ ਜ਼ਿਲ੍ਹਾ ਸਰਕਾਰ ਤੋਂ ਹੀ ਕਿਹਾ ਇਹ ਆਪਣੇ ਨਾਂ ਨਾਲ ਮਿਰਜ਼ਾ ਲੈ ਲਿਆ, ਤੈਨੂੰ ਗਾਲਾਂ ਨਹੀਂ ਕੱਢਣਗੇ, ਉਹ ਫੇਰ ਵੀ ਕੱਢਦੇ ਮਰਜ਼ਾਈ। ਤੇ ਕੱਢਣ ਨਾਲ ਮਿਰਜ਼ਾ ਸਾਹਿਬ ਨੇ ਵੀ ਤੇ ਜਾਂਦੀਆਂ ਨਾ ਨਾਲ ਯਾਰ ਇਹੋ ਜਿਹੇ ਲੋਕ ਨੇ ਯਾਰ। ਅੱਛਾ ਇਹ ਗੱਲ ਸੁਣ, ਤੁਸੀਂ ਜ਼ਾਹਿਦ ਜਮੀਲ ਸਾਹਿਬ ਤੁਸੀਂ ਖਤਮੇ ਨਬੂਵਤ ਦੇ ਮੁਜਾਹਿਦ ਬਣੇ ਹੋ ਤੇ ਤੁਹਾਡੇ ਆਪਣਾ ਘਰ ਤੁਹਾਡਾ ਜਿਹੜਾ ਮਹਿਫੂਜ਼ ਨਹੀਂ ਹੈ। ਤੁਸੀਂ ਇੱਕ ਰੀਸੈਂਟਲੀ ਬਾਂਦਰ ਖਰੀਦਿਆ, ਉਹਨੇ ਮਿਰਜ਼ਾ ਮਸਰੂਰ ਦੀ ਸੁਣਿਆ ਬੈਤ ਕਰ ਲਈ ਹੈ, ਉਹ ਕਹਿੰਦਾ ਤੁਹਾਨੂੰ ਕਹਿੰਦਾ ਚੰਦਾ ਦਿਓ। ਨਹੀਂ ਮੈਂ ਉਹਨੂੰ ਕੱਢ ਦਿੱਤਾ ਘਰੋਂ, ਮੈਂ ਕਾਲੇ ਨੂੰ ਦੇ ਦਿੱਤਾ। ਮੈਂ ਕਿਹਾ ਤੂੰ ਸਾਡੇ ਲਾਇਕ ਨਹੀਂ। ਕਾਫਰ ਤੂੰ ਕੱਢਦਾ ਕਰੋ। ਉਹ ਕੰਮ ਵਾਲੇ ਨੂੰ ਦੇ ਦਿੱਤਾ, ਕਹਿੰਦਾ ਬੌਸ ਮੈਂ ਖੜਨਾ, ਮੈਂ ਲੈ ਜਾ ਇਹਨੂੰ, ਇਹ ਸਾਡੇ ਬਾਰੇ ਚ ਨਹੀਂ ਚੰਦਾ ਮੰਗਦਾ। ਮੈਂ ਵੀ ਇਹ ਹੈਰਾਨ ਸੀ ਕਿ ਤੁਸੀਂ ਖਤਮੇ ਨਬੂਵਤ ਦੇ ਮੁਜਾਹਿਦ ਹੋ ਤੇ ਬਾਂਦਰ ਤੁਹਾਡਾ ਮਰਜ਼ਈ ਹੋ ਗਿਆ, ਉਹਨੇ ਬੈਤ ਕਰ ਲਈ ਮਿਰਜ਼ਾ ਮਸਰੂਰ ਦੀ। ਵੈਸੇ ਗੱਲ ਸਹੀ ਹੈ। ਆਮਰ ਭਾਈ ਬੈਠੇ ਨੇ। ਆਮਰ ਭਾਈ ਜਿਹੜਾ ਕੰਮ ਇਹ ਬੱਟ ਸਾਹਿਬ ਕਰਨ ਡੇ ਨੇ, ਇਹ ਕੰਮ ਅਗਰ ਅਸੀਂ ਕਰੀਏ ਇਹਨਾਂ ਦੇ ਖੁਲਫਾ ਦੇ ਨਾਲ ਜਾਂ ਮਿਰਜ਼ਾ ਸਾਹਿਬ ਦੀ ਤਸਵੀਰ ਲਾ ਕੇ, ਇਹਨਾਂ ਨੂੰ ਅੱਛਾ ਲੱਗੇਗਾ। ਮੈਂ ਸਵੇਰੇ ਇਹੀ ਕਿਹਾ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ। ਆਪਣੀ ਇੱਜ਼ਤ ਬੰਦੇ ਦੇ ਹੱਥ ਵਿੱਚ ਹੁੰਦੀ ਏ। ਇੱਕ ਦਿਨ ਹੋ ਗਿਆ, 2 ਦਿਨ ਹੋ ਗਏ ਨਾ, ਰੋਜ਼ ਦਾ ਤਮਾਸ਼ਾ ਬਣਾਇਆ। ਉਹਨਾਂ ਨੇ ਐਵਰੀ ਡੇ ਟੰਗਿਆ ਹੁੰਦਾ ਹੈ ਅਮਰ ਭਾਈ ਨੂੰ, ਤੇ ਨਾਲ ਹੋਰ ਵੀ ਕੰਜੇ ਟੰਗੇ ਹੁੰਦੇ ਨੇ ਵਿੱਚ ਰਗੜਦੇ ਨੇ। ਉਹ ਮਿੰਟੀ ਤਾਰਕ ਚੌਹਾਨ ਸਾਹਿਬ ਨੂੰ ਚੁੱਕ ਲਿਆ, ਮੈਂ ਥੱਲੇ ਚਲਾ ਜਾਂਦਾ। ਅੱਛਾ ਅਮਰ ਭਾਈ ਇੰਨੇ ਕੋ ਫਾਰਕ ਹੀ ਕਹਿੰਦੇ ਕਿ ਮਨ ਥੱਲੇ ਲਾ ਦੇ ਮਿੰਟੀ। ਤਾਰਕ ਚੌਹਾਨ ਸਾਹਿਬ ਨੂੰ ਚੁੱਕ ਲਿਆ, ਉਹਨਾਂ ਦੀ ਆਮਰ ਨਜ਼ੀਰ ਰਿਕੁਐਸਟ ਨਹੀਂ ਆਈ, ਉਹਨਾਂ ਦੀ ਰਿਕੁਐਸਟ ਨਹੀਂ ਆਈ। ਆ ਜਾਏਗੀ। ਅਮਰ ਭਾਈ ਮੈਂ ਕਿਹਾ ਉਹਨਾਂ ਦੀ ਐਡੀਟਿੰਗ ਐਡੀ ਭੈੜੀ, ਕੋਈ ਚੰਗੀ ਫੋਟੋ ਵੀ ਐਡਿਟ ਨਹੀਂ ਕਰਦੇ, 3rd ਕਲਾਸ ਦੀ ਐਡੀਟਰ ਕਲਾ ਹੜਦੇ। ਪਤਾ ਨਹੀਂ ਪਿੱਛੋਂ ਉਹਨੇ ਸਿੱਧੀ ਉਹ ਪਿੱਛੋਂ ਲੈ ਕੇ ਬਸ ਜਿਹੜਾ ਮੂੰਹ ਅੱਗੇ ਲਾ ਛੱਡਦਾ। ਲੋ ਜੀ ਹੁਣ 2 ਸ਼ੇਰ ਇਕੱਠੇ ਹੋ ਗਏ ਜੀ, ਆਮਰ ਨਜ਼ੀਰ ਤੇ ਤਾਰਕ ਚੌਹਾਨ ਸਾਹਿਬ। ਹੁਣ ਮਰਜ਼ਈਆਂ ਦੀਆਂ ਚੀਕਾਂ ਨਿਕਲਦੀਆਂ ਨੇ। ਚੌਹਾਨ ਸਾਹਿਬ ਉੱਠ ਪਏ ਨੇ, ਆ ਗਏ ਨੇ। ਅੱਜ ਮੌਸਮ ਇਹ ਠੰਡਾ ਹੁੰਦਾ ਨਾ ਪਿਆ, ਹੁਣ ਲੇਟ ਹੁੰਦੇ ਜਾਂਦੇ ਨੇ, 10:30 ਉੱਠੇ ਨੇ। ਚੌਹਾਨ ਸਾਹਿਬ ਕੇਕ ਰਸ ਡੋਬ ਕੇ ਆ ਗਏ ਨੇ ਚਾਹ ਚ ਖਾ ਕੇ। ਤੁਹਾਡੇ ਹਾਲ ਤੇ ਸਾਡੇ ਨਾਲ ਜ਼ਿਆਦਾ ਠੰਡ ਸ਼ੁਰੂ ਹੋਈ ਹੋਣੀ ਨਾ, ਹੀਟਰ ਲੱਗੇ ਹੋਣੇ ਨੇ। ਹਾਂਜੀ ਵੈਸੇ ਤਾਰਕ ਚੌਹਾਨ ਸਾਹਿਬ ਵੈਸੇ ਜਿਹੜੀਆਂ ਚੀਕਾਂ ਤੁਸੀਂ ਕੱਲ ਮਲਕ ਦੀਆਂ ਕਢਾਈਆਂ ਨੇ ਨਾ, ਓਏ ਹੋਏ 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 ਹੋਏ, ਕਹਿੰਦਾ ਤੇਰੇ ਨਾਲ ਮੈਂ ਗੱਲ ਨਹੀਂ ਕਰਦੀ, ਤੇਰੇ ਨਾਲ ਮੈਂ ਗੱਲ ਨਹੀਂ ਕਰਦੀ। ਮੈਂ ਤੇ ਮਿਰਜ਼ਾ ਸਾਹਿਬ ਦੀ ਤਾਲੀਮ ਪੇਸ਼ ਕਰ ਰਿਹਾ ਸੀ, ਉਹਨੂੰ ਪਸੰਦ ਨਹੀਂ ਸੀ। ਤੇ ਉਹ ਉਹਨਾਂ ਨੂੰ ਪਸੰਦ ਹੀ ਹੈਗੀ ਮਰਜ਼ਈਆਂ ਨੂੰ, ਕਿਉਂਕਿ ਉਹਨਾਂ ਦੀ ਖਿਲਾਫਤ ਵੱਧ ਜਾਂਦੀ ਹੈ, ਪ੍ਰੋਗਰਾਮ ਤੋਂ ਵੱਧ ਗਿਆ। ਮਿਰਜ਼ਾ ਸਾਹਿਬ ਕਹਿੰਦੇ ਕੋਈ ਨਬੀ ਨਹੀਂ ਆਣਾ, ਤੇ ਉਹ ਨਬੀ ਬਣਾ ਕੇ ਬੈਠੇ ਨੇ ਖਿਲਾਫਤ ਚਲਾਣੀ। ਨਹੀਂ ਕੱਲ ਚੌਹਾਨ ਸਾਹਿਬ ਨੇ ਕੱਲ ਗੱਲ ਕੀਤੀ ਨਾ, ਮੈਂ ਚਾਹੁੰਦਾ ਕਿ ਇਸੇ ਤਰ੍ਹਾਂ ਹੀ ਨਾ ਇਹਨੂੰ ਅਗਲੇ ਨੂੰ ਤੱਕੇ ਤੇ ਤਵੇ ਤੇ ਚਾੜ ਕੇ ਰੱਖਣਾ ਚਾਹੀਦਾ, ਆਪ ਨਹੀਂ ਹਾਈਪਰ ਹੋਣਾ ਚਾਹੀਦਾ। ਉਹ ਮਲਕ ਸਾਹਿਬ ਜਿਹੜੇ ਸਨ ਨਾ, ਉਹ ਤੱਕੇ ਤਵੇ ਤੇ ਚੜੇ ਸਨ, ਤੇ ਚੌਹਾਨ ਸਾਹਿਬ ਕੱਲ ਕਹਿ ਰਹੇ ਸੀ ਮੈਂ ਤੇ ਮਿਰਜ਼ਾ ਸਾਹਿਬ ਦੀ ਦੇਖੋ ਗਾਲੀਆਂ ਦੇ ਰਿਹਾ। ਮੈਂ ਤੇ ਚੌਹਾਨ ਸਾਹਿਬ ਆਮਰ ਭਾਈ, ਚੌਹਾਨ ਸਾਹਿਬ ਦੀਆਂ ਦਲੀਲਾਂ ਚੰਗੀਆਂ ਹੁੰਦੀਆਂ ਪਰ ਹੁੰਦੀਆਂ ਗਰਮ ਨੇ। ਇਹ ਥੋੜਾ ਜਿਹਾ ਠੰਡਾ ਹੋ ਜਾਂਦਾ ਨਾ ਤੇ ਬੜਾ ਕੰਮ ਚੱਲੇ, ਇਹ ਗਰਮ ਹੋ ਜਾਂਦੇ ਨਾ ਉੱਥੇ ਕੰਮ ਖਰਾਬ ਹੋ ਜਾਂਦਾ। ਇਹਨਾਂ ਨੂੰ ਕਰਨੇ ਤੇ ਹੌਲੀ ਠੰਡੇ ਹੋ ਪਾਣੀ ਪਾਣੇ ਤੇ ਠੰਡੇ ਹੋ ਕੇ ਗੱਲ ਕਰਿਆ ਕਰੋ, ਜਜ਼ਬਾਤ ਨਾ ਆਇਆ ਕਰੋ। ਮਰਜ਼ਾਈ ਤੇ ਨਹੀਂ ਜ਼ਾਹਿਦ ਜਮੀਲ ਸਾਹਿਬ, ਅਮਰਜੀਤ ਸਾਹਿਬ ਜ਼ਾਹਿਦ ਜਮੀਲ ਸਾਹਿਬ ਮਕੈਨਿਕ ਨੇ, ਇਹਨਾਂ ਨੂੰ ਪਤਾ ਹੈ ਨਵੀਂ ਗੱਡੀ ਦੀ ਜਦੋਂ ਟਿਊਨਿੰਗ ਕਰੀਦੀ ਹੈ ਨਾ ਤੇ ਉਹਨੂੰ ਸਿਰਫ ਸਟਾਰਟ ਕਰਕੇ ਖੜਾ ਕਰ ਦੇਈਦਾ, ਤੇ ਤਾਰਕ ਚੌਹਾਨ ਸਾਹਿਬ ਸਿਰਫ ਟਿਊਨਿੰਗ ਕਰਦੇ ਨੇ ਮਰਜ਼ਈਆਂ ਦੀ, ਹੌਲੀ 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 ਹੌਲੀ। ਉਹ ਜਿਹੋ ਜਿਹੇ ਟਿਊਨਿੰਗ ਕਰਦੇ ਨੇ ਉਹ ਪਿਸਟਨ ਹੀ ਪਾੜ ਕੇ ਰੱਖ ਛੱਡਦੇ ਨੇ, ਹੈਡ ਪਾੜ ਛੱਡਦੇ ਨੇ। ਨਹੀਂ ਲੇਕਿਨ ਮਿਰਜ਼ਾਈਆਂ ਦੇ ਛਤਰੋਰ ਕਰਨ ਦਾ ਜਿਹੜਾ ਸਵਾਦ ਹੈ ਉਹ ਫਿਰ ਕਿਵੇਂ ਆਏਗਾ? ਇਹ ਵੀ 86 ਪੈ ਗਿਆ ਸਾਨੂੰ ਵੱਲਾ, ਕਿਸੇ ਵੇਲੇ ਤਾਂ ਮੈਂ ਇਹੀ ਸੋਚਣਾ 86 ਜੇ ਨਹੀਂ ਪੈ ਗਿਆ ਮਰਜ਼ਾਈਆਂ ਦੇ ਚੱਸ ਪੈ ਗਿਆ ਚੱਸ। ਅੱਛਾ ਤੁਹਾਨੂੰ ਮੈਂ ਇੱਕ ਗੱਲ ਮਜ਼ੇ ਦੀ ਦੱਸਾਂ, ਮੇਰੀ ਫੈਮਿਲੀ ਨੂੰ ਵੀ ਪਤਾ ਚੱਲ ਗਿਆ ਕਿ ਜਦੋਂ ਇਹ ਲੜਨ ਡਿਆ ਹੁੰਦਾ ਮਰਜ਼ਾਈਆਂ ਦੀ ਕੁੱਤਿਆ ਕੁੱਤਿਆ ਕਰ ਰਿਹਾ ਹੁੰਦਾ। ਹੁਣ
ਉਹਨਾਂ ਨੂੰ ਆਖਿਆ ਨਾ ਸਾਨੂੰ ਨਸ਼ਈ ਕਰਦਾ। ਮਰਜ਼ਈਆਂ ਦਾ ਨਸ਼ਈਆਂ। ਇਹਨਾਂ ਨੇ ਲਾਤਾ ਵੀ ਆਓ ਤੇ ਮਰਜ਼ਈਆਂ ਨੂੰ ਛਿੱਤਰ ਮਾਰੋ, ਦਿਲ ਫੈਲਾਓ। ਆਮਰ ਭਾਈ ਆ ਸਾਨੂੰ ਹੀ ਸ਼ੌਕ ਹੈ ਮਰਜ਼ਈਆਂ ਦੀ ਜਿਹੜਾ ਸਲਾਹ ਵਗੈਰਾ ਕਰਨ ਦਾ। ਬਾਕੀ ਆ ਜੰਬਾ ਸਾਹਿਬ ਦੀ ਪਾਰਟੀ ਨੂੰ ਮੈਂ ਹਿਸਾਬ ਲਾਇਆ, ਇਹਨਾਂ ਛਤਰੋਲ ਹੀ ਕਰਨੀ ਹੁੰਦੀ ਹੈ ਬਸ। ਇਹ ਸਹੀ ਕਰਦੇ ਨੇ, ਦਬਾ ਕੇ ਰੱਖ। नहीं तो कौन है मिर्जाई आके कोई इल्मी गुफ्तगू करना चाहता है? किसी को पूछो, किसी ने दफा किया है? वो सैनी साहब की ब्रॉड से भी उन्होंने किया कि हाँ चलो आके गल करो, कोई करदा है? तो फिर चित्रोल ही रह जाती है, और की। और राती ਜਿਹੜਾ ਅਹਿਮਦ ਆਇਆ ਸੀ ਸਫੀਆ ਸਿਸਟਰ ਦੀ ਬਰਾੜ ਤੇ ਵੇਖਿਆ ਜੇ। हाँ वो मैनू अगे कर रहा सी। यानी अजीब आदमी है ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਉੱਥੇ ਗੁੰਮਰਾਹ ਹੋ ਗਿਆ ਤੇ ਉਹਨੂੰ ਤੁਸੀਂ ਅੱਗੇ ਕਰਦੇ। ਅੱਛਾ, ਇਹ ਬੜਾ ਸਵਾਦੀ ਕੰਮ ਸੀ। ਕਹਿੰਦਾ ਤਾਰਕ ਜਵਾਨ ਸਾਹਿਬ ਜਵਾਬ ਦੇਣਗੇ। ਹਾਂ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਬੇਬਸੀ ਦੀ ਤਸਵੀਰ ਬਣੇ ਨੇ ਮਰਜ਼ਾਈ ਇੱਥੇ। ਹਾਂ ਲਾਸ਼ਾਂ ਬਣੇ ਪਏ ਨੇ। ਜਿਹੜੀ ਅਮਰ ਨਜ਼ੀਰ ਅੱਗੋਂ ਕਹਿੰਦਾ ਤਾਰਕ ਜਵਾਨ ਸਾਹਿਬ ਨੇ ਜਵਾਬ ਦਿੱਤਾ ਤੇ ਮੈਂ ਕੰਨਾਂ ਚੁਗਲੀਆਂ ਧੋ ਦੇਣਾ, ਸੁਣਦਾ ਹੀ ਨਹੀਂ। ਆਹੋ ਉਹ ਮਿਰਜ਼ਾਈ ਨੇ ਜਿਹੜੇ ਰਾਜੂ ਸਾਹਿਬ, ਜਦੋਂ ਇਹ ਮਿਰਜ਼ਾਈ ਬੇਬਸੀ ਦੀ ਤਸਵੀਰ ਬਣਿਆ ਤੇ ਵੇਖਦੇ ਨੇ ਆਪਣੇ ਬੰਦਿਆਂ ਨੂੰ, ਮੁਰੱਬੀਆਂ ਨੂੰ ਬੋਲਦੇ ਨਹੀਂ, ਗੱਲ ਨਹੀਂ ਆਉਂਦੀ, ਤਾਂ ਸੋਚਦੇ ਨਹੀਂ ਹਨ, ਗੌਰ ਨਹੀਂ ਕਰਦੇ ਸਾਡੇ ਬੰਦਿਆਂ ਕੋਈ ਗੱਲ ਕੋਈ ਨਹੀਂ ਹੈ ਤੇ ਇਹਨੂੰ ਛੱਡ ਦਈਏ। ਕੋਈ ਸੋਚ ਹੈ ਹੀ ਨਹੀਂ ਅਮਰ ਭਾਈ, ਤੁਹਾਨੂੰ ਕੀ ਦੱਸੀ ਇਹਨਾਂ ਦਾ ਬਹੁਤ ਬੁਰਾ ਹਾਲ। ਮਿਰਜ਼ਾਈ ਮੁਰੱਬੀ ਨੂੰ ਤੇ ਸਿਰਫ ਆਪਣੇ ਢਿੱਡ ਦੇ ਨਾਲ ਗਰਜ਼ ਹੈ। ਉਹ ਜਿੰਨੀਆਂ ਤਾਰੀਫਾਂ ਖਲੀਫਾ ਜੀ ਦੀਆਂ ਕਰੇਗਾ ਉਹਦੀ ਰੋਟੀ ਪੱਕੀ ਹੋਈ ਰਹੇਗੀ। ਤੇ ਜਦੋਂ ਤੁਹਾਨੂੰ ਰੋਟੀ ਦੇ ਲਾਲੇ ਪਏ ਹੋਣ ਫਿਰ ਤੁਸੀਂ ਕਿਹੜੀ ਕੋਈ ਦਲੀਲ ਨਾਲ ਗੱਲ ਕਰ ਸਕਦੇ? ਨਹੀਂ, ਇਹਦਾ ਜਵਾਬ ਸਾਡੀ ਦਲੀਲ ਰੋਟੀ ਦੇ ਗਿਰਦ ਪਹਿਲੇ ਹੀ ਦੇ ਦਿੱਤਾ ਹੋਇਆ ਵੇ ਕਿ ਐ मुजफ्फर तुझ पर सलाम, और वो जो जिंदगी के ख्वाहा है मौत के पंजे से नजात पावे, और वो जो कब्रों में दबे पड़े हैं बाहिरा में, ये सारे मरज़ई कब्रां च दबे ने। ਜਮਾਤ ਨੂੰ ਖੁਸ਼ ਕਰਨ ਵਾਸਤੇ ਨਾ ਚੰਦੇ ਜ਼ਿਆਦਾ ਦੇਈ ਜਾਣਗੇ, ਆਪਣੇ ਬੱਚੇ ਨੂੰ ਕੋਈ ਉਹਦੀ ਕੋਈ ਫੇਵਰਟ ਚੀਜ਼ ਨਹੀਂ ਲੈ ਕੇ ਦੇਣਗੇ। ਯਕੀਨ ਮੰਨੋ ਸਾਰਿਆਂ ਦੇ ਇੱਕ ਘਰ ਇੱਕੋ ਹੀ ਹਾਲ ਹੈ, ਸੇਮ ਬਿਲਕੁਲ। ਉਹਦੇ ਨਾਲ ਖੁਸ਼ ਕਰਦੇ ਕੋਸ਼ਿਸ਼ ਕਰਦੇ ਨੇ, ਸਿਰਫ ਉਹਦੇ ਦਾਰਾਂ ਨੂੰ। ਮੈਂ ਤੇ ਇਹਦੇ ਫਿਰ ਇਹ ਨਤੀਜਾ ਕਰਨਾ ਕਿ ਅੱਲਾਹ ਤਾਲਾ ਨੇ ਇਹਨਾਂ ਨੂੰ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਹੈ। ਹਾਂ, ਨਾ ਤੁਸੀਂ ਚੱਜ ਦਾ ਪਾਣਾ ਨਾ ਲਾਣਾ ਸਾਰੀ ਜ਼ਿੰਦਗੀ। ਹਾਂ, ਇਸ ਜ਼ਿਲਤ ਦੀ ਜ਼ਿੰਦਗੀ ਨੂੰ ਗੁਜ਼ਾਰ ਕੇ ਮਰਨਾ। ਤੇ ਜਿਹੜੀਆਂ ਕੁਰਬਾਨੀਆਂ ਆਪਣੇ ਵੱਲੋਂ ਕਰ ਰਹੇ ਨੇ ਅੱਲਾਹ ਤਾਲਾ ਕਹਿੰਦੇ ਤੁਹਾਡੇ ਮੂੰਹ ਤੇ ਮਾਰਾਂਗੇ ਮੈਂ। अच्छा चौहान साहब अस्सलाम वालेकुम साहब। अच्छा चौहान साहब, मिर्ज़ा साहब ਦਾ ਇਲਾਮ ਸੀ ਕਿ ਉਹ ਕਹਿੰਦੇ ਸੀ ਕਿ ਮੇਰੀ ਤੇਰੀ ਤਬਲੀਗ ਕੋ ਦੁਨੀਆ ਕੇ ਕੋਨੋਂ ਕੋਨੋਂ ਤੱਕ ਪਹੁੰਚਾਊਂਗਾ ਮਿਰਜ਼ਾ ਸਾਹਿਬ। ਤੇ ਲੇਕਿਨ ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਉਹਨਾਂ ਦੀ ਤਾਲੀਮ ਤੇ ਉੱਥੇ ਹੀ ਫੌਤ ਹੋ ਗਈ ਸੀ, ਕਿਉਂਕਿ ਅੱਗੇ ਬਸ਼ੀਰੁদ্দিਨ ਮਹਿਮੂਦ ਦੀ ਤਾਲੀਮ ਚੱਲ ਰਹੀ ਹੈ, ਉਹਨੇ ਨਬੀ ਬਣਾ ਦਿੱਤਾ। ਬਿਲਕੁਲ ਮਿਰਜ਼ਾ ਸਾਹਿਬ ਉਹ ਉਹਨਾਂ ਦੀ ਤਾਲੀਮ ਫਿਲਾਨ ਅਸੀਂ ਆ ਗਏ ਹਾਂ ਨਾ। ਨਹੀਂ ਤੁਸੀਂ ਵੀ ਇੰਨੀ ਮਿਹਨਤ ਨਹੀਂ ਕਰ ਰਹੇ ਨਾ, ਤੁਹਾਡਾ ਕੰਮ ਵੀ ਅਮਰ ਨਜ਼ੀਰ ਸਾਹਿਬ ਕਰੀ ਜਾ ਰਹੇ ਨੇ। ਤੁਹਾਨੂੰ ਤਾਂ ਚਾਹੀਦਾ ਹੈ ਇਹਨਾਂ ਨੂੰ ਚੰਦਾ ਦਿਆ ਕਰੋ ਅਮਰ ਨਜ਼ੀਰ ਸਾਹਿਬ ਨੂੰ, ਕਿਉਂਕਿ ਜਿਹੜਾ ਕੰਮ ਤੁਸੀਂ ਕਰਨਾ ਉਹ ਕਰਦੇ ਨੇ ਪਏ। ਬਿਲਕੁਲ, ਕਿਉਂਕਿ ਮਿਰਜ਼ਾ ਸਾਹਿਬ ਨੇ ਜਿਹੜੀ ਤਾਲੀਮ ਲਿਖੀ ਹੈ ਉਹ ਸਹੀ ਤਾਲੀਮ ਤੇ ਅਮਰ ਨਜ਼ੀਰ ਸਾਹਿਬ ਪੜ੍ਹ ਕੇ ਸੁਣਾ ਰਹੇ ਨੇ ਨਾ, ਉਹਨਾਂ ਦੀ ਤਜਦੀਦ ਕਰ ਰਹੇ ਨੇ। ਉਹ ਕੱਲਾ ਅਮਰ ਨਜ਼ੀਰ ਨਹੀਂ ਕਰ ਰਿਹਾ, ਸਾਰੇ ਮੁਸਲਮਾਨ ਕਰ ਰਹੇ ਨੇ। ਸਾਰੇ ਮੁਸਲਮਾਨ ਤਾਂ ਬਿਲਕੁਲ ਕਰ ਰਹੇ ਨੇ, ਜ਼ਿਕਰ ਵੀ ਕਰ ਰਿਹਾ, ਅਮਰ ਹੱਕ ਵੀ ਕਰ ਰਿਹਾ, ਲੇਕਿਨ ਆਮਰ ਨਜ਼ੀਰ ਸਾਹਿਬ ਵੀ ਕਰ ਰਿਹਾ ਵੇ, ਸਾਰੇ ਕਰ ਰਹੇ ਨੇ। ਉਹ ਮਿਰਜ਼ਾ ਸਾਹਿਬ ਦੀ ਕੰਮ ਕਰ ਰਹੇ ਨੇ, ਤੁਹਾਨੂੰ ਪਤਾ ਨਹੀਂ ਹੈ। ਚਲੋ ਸਾਰੇ ਕਰ ਲੋ ਤਾਲੀਮ ਤੋਂ ਤੇ ਭਾਈ ਜਾਨੇ ਮਿਰਜ਼ਾਈ ਨਹੀਂ ਐਵੇਂ ਤੇ ਚੰਦਾ ਦਿੰਦੇ ਨੇ ਨਾ, ਆਪਣੇ ਅੱਬੂ ਦਾ ਚੰਦਾ, ਦਾਦੇ ਦਾ ਚੰਦਾ, ਪਰਦਾਦੇ ਦਾ ਚੰਦਾ, ਹਜ਼ੂਰ ਦਾ ਚੰਦਾ। ਚਲੋ ਚੰਦਾ ਸਾਰੇ ਨੂੰ ਵੰਡ ਕੇ ਦੇ ਦੇਣ। ਨਹੀਂ, ਇਹਨਾਂ ਨੂੰ ਚਾਹੀਦਾ ਆਪਣੇ ਅਮਨ ਨਜ਼ੀਰ ਸਾਹਿਬ ਦਾ ਇੱਕ ਖਾਸ ਮੁਕਾਮ ਹੋਣਾ ਚਾਹੀਦਾ ਇਹਨਾਂ ਦੇ ਦਿਲਾਂ 'ਚ, ਕਿਉਂਕਿ ਜਿੰਨੀਆਂ ਕਿਤਾਬਾਂ ਅਮਨ ਨਜ਼ੀਰ ਸਾਹਿਬ ਨੇ ਇਹਨਾਂ ਨੂੰ ਪੜ੍ਹਾ ਦਿੱਤੀਆਂ, ਇਹਨਾਂ ਨੇ ਸਾਰੀ ਜ਼ਿੰਦਗੀ ਨਹੀਂ ਪੜ੍ਹੀਆਂ ਹੋਣੀਆਂ ਇੰਨੀਆਂ ਕਿਤਾਬਾਂ। ਇਸ ਲਈ ਅਸੀਂ ਆਮਰ ਨਜ਼ੀਰ ਨੂੰ ਅਯਦਹੁ ਤਾਲਾ ਬਿਨਸਰ ਲਜ਼ੀਜ਼ ਕਹਿੰਦੇ। ਉਹ ਯਾਰ ਮੈਂ ਪੀਰ ਸਾਹਿਬ ਨੂੰ पता ਕੀ ਕਹਿੰਦਾ, ਪੀਰ ਸਾਹਿਬ ਨੂੰ ਕਹਿੰਦਾ कि ठीक है आपकी आमर नज़ीर से मुखालफत होगी, लेकिन मुझे वो बहुत अच्छा लगता है। उसकी वजह ये है कि जो मंजी वो ठोकता है ना मरज़इयों की, वो कोई नहीं मुसलमानों में से ठोक सकता। ਉਹ ਮੰਜੀ ਠੋਕੀ ਦੀ ਤੁਹਾਨੂੰ ਲੱਗਦੀ, ਉਹ ਤੇ ਇਸਲਾਹ ਪੇ ਕਰਦੇ ਨੇ। ਯਕੀਨ ਕਰੋ ਅਮਨ ਨਜ਼ੀਰ ਸਾਹਿਬ ਨੂੰ ਚਾਹੀਦਾ ਹੈ ਇਹਨਾਂ ਦੀ ਤਸਵੀਰ ਲਾ ਕੇ ਨਾ, ਨਹੀਂ ਜਿਹੜਾ ਮਰਜ਼ਾਈ ਖਲੀਫਿਆਂ ਦੀ ਜਿਹੜਾ ਮਰਜ਼ਾਈ ਜਿਹਨੂੰ ਬੁਰਾ ਕਹੇਗਾ ਨਾ, ਸਮਝੋ ਉਹ ਸਭ ਤੋਂ ਜ਼ਿਆਦਾ ਉਹਨਾਂ ਦੀ ਮੰਜੀ ਠੋਕ ਰਿਹਾ।
ਅਮਰ ਅੱਛਾ, ਨਜ਼ੀਰ ਤੁਹਾਨੂੰ ਨੂੰ ਲੱਗਦਾ ਸਭ ਕਿ ਤੋਂ ਜ਼ਿਆਦਾ ਅਮਰ ਨਜ਼ੀਰ ਬੁਰਾ ਸਾਹਿਬ ਨੇ ਮੰਜੀ ਸਮਝਦੇ ਠੋਕੀ ਨੇ ਇਹਨਾਂ ਦੀ? ਸਭ ਤੋਂ ਜ਼ਿਆਦਾ ਗਾਲੀਆਂ ਅਮਨ ਨਜ਼ੀਰ ਭਾਈ ਨੂੰ ਪੈਂਦੀਆਂ ਨੇ, ਇਹ ਸਹੀ ਗੱਲ ਹੈ। ਆਹੋ, ਤੇ ਉਹਦੀ ਵਜ੍ਹਾ ਇਹੀ ਹੈ ਨਾ ਕਿ ਸਹੀ ਮੰਜੀ ਇਹ ਠੋਕਦਾ ਤੇ ਉਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ। ਕਈ ਦਫਾ ਗੱਲ ਹੋ ਰਹੀ ਹੁੰਦੀ ਹੈ, ਗੱਲ 'ਚ ਕਿਸੇ ਜਗ੍ਹਾ 'ਚ ਅਮਨ ਨਜ਼ੀਰ ਭਾਈ ਨਹੀਂ ਹੁੰਦੇ, ਲੇਕਿਨ ਉਹ ਗਾਲਾਂ ਇਹਨਾਂ ਨੂੰ ਪੈਂਦੀਆਂ ਨੇ। ਆਹੋ ਬਿਲਕੁਲ, ਸਾਲੇ ਸਵਾਬ ਵਾਸਤੇ ਹਾਂ, ਕਿਉਂ ਅਕਬਰ ਸਾਹਿਬ? ਬਿਲਕੁਲ ਉਸ ਬਿਲਕੁਲ। ਦਿਨ ਜਵਾਦ ਨੇ ਵੀ ਬੜਾ ਬੁਰਾ ਭਲਾ ਕੀਤਾ ਇਹਨਾਂ ਨੂੰ, ਹਾਲਾਂਕਿ ਕੋਈ ਲੈਣ ਉਹ ਦੇਣ ਸਾਰੇ ਨਹੀਂ ਕਹਿੰਦੇ ਨੇ, ਉਹ ਸਾਰੇ ਹੀ ਕਹਿੰਦੇ ਨੇ। ਅੱਛਾ, ਮਰਜ਼ਈਆਂ ਨੂੰ ਇੰਨੀ ਕੁ ਤਕਲੀਫ ਹੈ ਨਾ ਅਮਰ ਨਜ਼ੀਰ ਦੀ ਤੇ ਤਾਰਕ ਚੌਹਾਨ ਸਾਹਿਬ ਦੀ, ਜਿਹਦੀ ਕੋਈ ਹੱਦ ਨਹੀਂ ਹੈ। ਜਿਸ ਦਿਨ ਅਮਰ ਨਜ਼ੀਰ ਸਾਹਿਬ ਨੂੰ ਮਰਜ਼ਈਆਂ ਨੇ ਗਾਲਾਂ ਕੱਢਣੀਆਂ ਬੰਦ ਕਰ ਦਿੱਤੀਆਂ ਨਾ, ਹਾਂ, ਸਮਝ ਲੈਣਾ ਅਮਰ ਨਜ਼ੀਰ ਸਾਹਿਬ ਇੱਕ ਗਏ ਨੇ। ਸਮਝ ਲੈਣਾ ਕਿ ਅਮਰ ਨਜ਼ੀਰ ਸਾਹਿਬ ਮਰਜ਼ਈ ਹੋ ਗਏ ਨੇ, ਦੁੱਕੀ ਬਣ ਗਏ ਨੇ ਮਰਜ਼ਈਆ ਦੀ। ਤੈਮੀਆ ਰਹਿਮਤੁल्लाह अलैह ने आख्या है बई जेड़ा दुश्मन दा गोला है ना ਜਾਂ ਦੁਸ਼ਮਣ ਦਾ ਤੀਰ, ਉਦੋਂ ਤੇ ਤੀਰ ਹੀ ਹੁੰਦੇ ਸਨ, ਤੇ ਉਹਨਾਂ ਕਿਹਾ ਜਿਹੜਾ ਦੁਸ਼ਮਣ ਦਾ ਤੀਰ ਆਵੇ ਤੇ ਜਿਹੜੇ ਮੋਰਚੇ ਤੇ ਆ ਕੇ ਡਿੱਗੇ ਨਾ, ਸਮਝ ਜਾਓ ਕਿ ਉਹਨੂੰ ਮਸਲਾ ਐਸੇ ਮੋਰਚੇ ਤੋਂ। ਬਿਲਕੁਲ ਬਿਲਕੁਲ। ਮੈਂ ਤੇ ਅਮਰ ਨਜ਼ੀਰ ਨੂੰ ਬੜੀ ਦੇਰ ਪਹਿਲੇ ਦਾ ਕਹਿਤਾ ਸੀ, ਪੁੱਛ ਲਓ WhatsApp ਦੇ ਉੱਤੇ ਸੀਗੇ ਉਦੋਂ। ਮੈਂ ਅਮਰ ਨਜ਼ੀਰ ਨੂੰ ਕਿਹਾ ਸੀ, ਮੈਂ ਕਿਹਾ ਯਾਰ ਅਮਰ ਨਜ਼ੀਰ ਸਾਹਿਬ ਤੁਹਾਨੂੰ ਨਾ ਵਕੀਲ ਹੋਣਾ ਚਾਹੀਦਾ ਸੀ, ਦਿਮਾਗ ਬਹੁਤ ਤੇਜ਼ ਹੈ ਮਾਸ਼ਾਅੱਲਾ। ਤੇ ਮਰਜ਼ਈਆਂ ਇਹਨਾਂ ਦੀ ਵਕਾਲਤ ਕਰਦੇ ਤੇ ਪਏ ਨੇ, ਹੋਰ ਕਿਸ ਤਰ੍ਹਾਂ ਕਰਦੇ? ਆਹੋ, ਸਹੀ ਗੱਲ ਹੈ। ਉਹਨਾਂ ਦੀ ਤਾਲੀਮ ਸਿੱਧੀ ਕਰਾ ਰਹੇ ਨੇ, ਕਈਆਂ ਨੇ ਆਪਣੇ ਕੀਤੇ ਸਹੀ ਕੀਤੇ ਨੇ। ਅਮਰ ਨਜ਼ੀਰ ਦਾ ਮੁਕਾਮ ਬੁਲੰਦ ਕਰਨ ਵਾਸਤੇ ਉਹ ਮਿਰਜ਼ਾਈਆਂ ਦਾ ਹੀ ਹਿੱਸਾ ਹੈ ਕਿ ਜਿਹੜੀ ਆਪਣੀ ਬਰਾੜ ਤੇ ਉਹਦੀਆਂ ਤਸਵੀਰਾਂ ਲਾ ਕੇ ਬੈਠੇ ਰਹਿੰਦੇ ਨੇ। ਇਹਦਾ ਮਤਲਬ ਹੈ ਸਭ ਤੋਂ ਜ਼ਿਆਦਾ ਤਕਲੀਫ ਉਹਨਾਂ ਨੂੰ ਹੈਗੀ। ਸਭ ਤੋਂ ਅੱਛਾ ਮੇਰਾ ਸਟੂਡੈਂਟ ਨੇ ਜਿਹੜਾ ਮਰਜ਼ਾਈਆਂ ਚ ਜਿਹੜਾ ਖੁਦ ਆਉਣ ਵੀ ਕਰਦਾ ਹੈ ਔਰ ਉਹ ਰਿਸਪੈਕਟ ਵੀ ਮੇਰੀ ਕਰਦਾ ਹੈ, ਉਹ ਵੇ ਇਮਤਿਆਜ਼ ਬਸਰਾ। ਹਾਂਜੀ, ਮੈਂ ਇੱਕ ਦਿਨ ਨਾ ਆਵਾਂ ਬਰਾੜ ਤੇ, ਸ਼ਾਮੀ ਆ ਕੇ ਸੈਣੀ ਸਾਹਿਬ ਮੇਰੀ ਸ਼ਿਕਾਇਤ ਕਰਕੇ ਕਹਿੰਦਾ ਕਿੱਥੇ ਸੀ, ਇਹਨੂੰ ਪੁੱਛੋ ਸਾਰਾ ਦਿਨ ਕਿੱਥੇ ਸੀ। ਮੈਂ ਅੱਜ 8 ਕਿਸ਼ਤਾਂ ਇੱਕ ਡਰਾਮੇ ਦੀਆਂ ਇਕੱਠੀਆਂ ਵੇਚ ਲਈਆਂ ਨੇ। ਸਾਰਾ ਦਿਨ ਇਹ ਗੈਰ ਹਾਜ਼ਰ ਸੀ ਤੇ ਮੈਂ YouTube ਲਾ ਕੇ ਬੈਠਾ ਰਿਹਾ, ਜਿਹਨੂੰ 1122 ਆਉਂਦੇ ਨੇ। ਹਾਂ, ਉਹ ਕਹਿੰਦਾ ਇਹ ਗੈਰ ਹਾਜ਼ਰ ਸੀ ਤੇ ਮੈਂ ਫਿਰ YouTube ਹੀ ਲਾ ਕੇ ਬੈਠਾ ਰਿਹਾ, ਬਾਕੀ ਤੇ TikTok ਤੇ ਕੋਈ ਮਜ਼ੇ ਵਾਲੀ ਗੱਲ ਹੈ ਹੀ ਨਹੀਂ ਸੀ। ਲੇਕਿਨ ਜਿਹੜਾ ਤੁਹਾਡਾ ਪਰਮਨੈਂਟ ਸਟੂਡੈਂਟ ਹੈ ਨਾ, ਜਿਹੜਾ ਬੜਾ ਪੰਕਚੁਅਲ ਹੈ, ਉਹ ਟਰੂਥ ਸੀਕਰ, ਉਹ ਵੀ ਅੱਛਾ ਹੈ, ਪਰ ਉਹ ਦੂਜੇ ਨੰਬਰ ਤੇ, ਉਹ ਦੂਸਰੇ ਨੰਬਰ ਤੇ, ਪਰ ਉਹ ਪੰਕਚੁਅਲ ਹੈ, ਉਹ ਮਿਸ ਕੋਈ ਨਹੀਂ ਕਰਦਾ। ਔਰ ਟਰੂਥ ਸੀਕਰ ਜਿਹੜਾ ਉਹ ਤਿਤਲੀ ਵਾਲਾ, ਉਹ ਪਤਾ ਨਹੀਂ ਕਿਹੜਾ ਟੁੱਟ ਸੀ ਅਮਰੀਕਾ ਹੁੰਦਾ ਹੈ। ਅਟਵਾਲ ਸਾਹਿਬ ਕਹਿ ਰਹੇ ਨੇ ਮੈਂ ਵੀ ਆਵਾਂ, ਮੇਰਾ ਵੀ ਨਾਂ ਲਵੋ। ਮਰਜ਼ਈ ਹੋਇਆ। ਅਟਵਾਲ ਸਾਹਿਬ ਵੀ ਬਹੁਤ ਅੱਛੇ ਆਦਮੀ ਨੇ, ਇਹਨਾਂ ਨੂੰ ਉੱਤੇ ਲੈ ਲਓ। ਬਲਕਿ ਇਹ ਜਿਹੜੇ ਨੇ ਨਾ ਦੋ ਹੈ, ਟਰੁਥ ਸੀਕਰ ਤੇ ਇਮਤਿਆਜ਼, ਇਹ ਤਾਂ ਮੇਰਾ ਇੰਨਾ ਖੱਤਾ ਕਰਦੇ ਨੇ ਵੀ ਟਰੁਥ ਸੀਕਰ ਆਂਦਾ ਵੀ ਜਿੱਥੇ ਅਮਰ ਰਵੇ ਨਾ ਉੱਥੇ ਬੋਰੀਅਤ ਨਹੀਂ ਹੁੰਦੀ ਹੈ, ਉਸ ਬਰਾੜ ਦੇ ਉੱਤੇ ਲੱਗਾ ਹੀ ਰਹਿੰਦੀ ਰੌਣਕ, ਤੇ ਮੈਂ ਉੱਥੇ ਹੀ ਰਹਿਣਾ ਚਾਹੁੰਦਾ, ਮੈਂ ਸੱਜੇ ਖੱਬੇ ਨਹੀਂ ਹੁੰਦਾ। ਤੇ ਇੱਧਰ ਤੁਹਾਡੇ ਕੋਲ ਨਹੀਂ ਆਉਂਦਾ ਇਸ ਲਾਈਵ ਦੇ ਉੱਪਰ? ਹੈ ਇਸ ਲਾਈਵ ਤੇ ਨਹੀਂ ਆਉਂਦਾ? ਨਹੀਂ, ਇਸ ਟਾਈਮ ਇਹ ਸੁੱਤੇ ਹੋਣਾ, ਆ ਜਾਂਦਾ ਥੋੜੀ ਦੇਰ ਨੂੰ, ਫਿਰ ਜਿੱਥੇ ਮੈਂ ਆਵਾਂਗਾ ਉੱਥੇ ਆ ਜਾਏਗਾ, ਥੱਲੇ ਹੀ ਬਵੇਗਾ, ਥੱਲੇ ਹੀ ਬਹਿ ਕੇ ਪੁੜ ਪਿਆ ਕਰੇਗਾ, ਉੱਤੇ ਨਹੀਂ ਆਏਗਾ, ਲੇਕਿਨ ਦੂਜੀ ਬਰਾੜ ਤੇ ਵੀ ਨਹੀਂ ਜਾਏਗਾ। ਜਿਹੜੀ ਅਟਵਾਲ ਸਾਹਿਬ ਨੂੰ ਵੀ ਟਾਈਮ ਦਿਓ, ਮਿਠਾਈ ਦਾ ਡੱਬਾ, ਇੱਕ ਸੂਟ ਦੇ ਨਾਲ, ਜੁੱਤੀ ਦੇ ਨਾਲ, ਇੱਕ ਪੱਗ ਲੈ ਕੇ ਤੁਹਾਡੀ ਬੈਤ ਕਰਨ ਆ ਕੇ। ਇਹਨਾਂ ਨੇ ਵੀ ਥੋੜੀ ਇਹ ਅਟਵਾਲ ਥੱਲੇ, ਅਟਵਾਲ ਸਾਹਿਬ ਆ ਜਾਓ ਤੁਸੀਂ ਵੀ ਉੱਤੇ। ਸਭ ਨੂੰ ਮੈਂ ਜਗ੍ਹਾ ਦੇ ਦੇਣਾ, ਅਟਵਾਲ ਸਾਹਿਬ ਨੂੰ ਮੈਂ ਇਹਨਾਂ ਨੂੰ ਸ਼ੇਖ ਆਦੀ ਅਗਲੇ ਦਿਨ ਇਹਨਾਂ ਦੇ ਖੱਤੇ ਪੈ ਗਿਆ ਸੀ। ਨਹੀਂ ਜ਼ਾਹਿਰ ਤੁਸੀਂ ਬੈਠੋ, ਤਾਰਕ ਚੌਹਾਨ ਸਾਹਿਬ ਬੈਠੇ, ਉਹ ਬੜੀ ਆਮਿਰ ਭਾਈ, ਉਹ ਮਾੜੀ ਗੱਲ ਹੈ। ਦੇਖੋ ਉਸ ਤਰ੍ਹਾਂ ਦੀ ਸ਼ੇਖ ਆਦੀ ਨੇ ਜਿਹੜੀ ਕਰਤੂਤ ਕੀਤੀ ਹੈ ਨਾ, ਉਹ ਮਾੜੀ ਗੱਲ। ਉਹ ਆਪਣੇ ਆਪ ਨੂੰ ਸਮਝਦਾ ਨਾ ਬਹੁਤਾ ਪਹਿਲਵਾਨ, ਆਗੂ ਸਮਝਦਾ, ਬਰਾਡ ਲਾਈਏ, ਬੰਦੇ ਭਾਏ ਨੇ, ਤੇ ਮੈਂ ਜਨਾਬ ਬੈਠਕ ਖੋਲੀਏ, ਮੈਂ ਡੇਰੇਦਾਰ ਬਣਿਆ ਵਾਂ। ਇਹਨਾਂ ਫਿਰ ਅਗਲੇ ਦਿਨ ਚੰਗੀ ਮੇਰੇ ਸਾਹਮਣੇ ਇਹਦੀ ਮੰਜੀ ਠੋਕੀ, ਇਹਨਾਂ ਕਿ ਇਹਦੀ ਕੁੜੀ ਦਾ ਉੜ ਗਈ। ਬੀਵੀ ਅੱਛਾ, ਉਹ ਇਹਨਾਂ ਦੀ ਸ਼ਿਕਾਇਤ ਅਮਰ ਭਾਈ ਉਧਰ ਵੀ ਲੱਗੀ ਜਾ ਕੇ, ਉਹ ਨਸਰ ਜਿਹੜੇ ਮਰਗਾਬੀ ਸਾਹਿਬ ਆਏ ਨੇ, ਉਹਨਾਂ ਵੀ ਇਹਨਾਂ ਦੀ ਆਵਾਜ਼ ਕੱਢ ਲਈ। ਕਿਹਦੀ? ਇਹਨਾਂ ਨੂੰ ਉਹ ਮੈਂ YouTube ਤੇ ਚਾੜੀ ਵੀਡੀਓ, ਮੈਂ ਤੁਹਾਨੂੰ ਭੇਜਿਆ ਲਿੰਕ, ਉਹ ਇਹਨਾਂ ਦੀ ਵਾਵਾ ਵਾਟ ਲਈ ਉੱਥੇ, ਤੇ ਤੂੰ ਡਰਾਮਾਬਾਜ਼ੀ ਲਾਈ। ਆਹੋ ਯਾਰ, ਸਾਰੇ ਬੰਦੇ ਅਟਵਾਲ ਸਾਹਿਬ ਨਹੀਂ ਹੁੰਦੇ ਨੇ, ਮਾੜਾ ਆਦਮੀ ਨਾ, ਮਾੜੇ ਵਾਲੇ ਨਸਲਾ ਜ਼ਿਆਦਾ ਕਹਿੰਦਾ ਹੈ। ਉਹ ਇਹ ਸਮਝਦੇ ਨੇ ਪਤਾ ਨਹੀਂ ਲਾਵਾਰਿਸ, ਅੱਗੇ ਪਿੱਛੇ ਕੋਈ ਨਹੀਂ। ਉਹ ਅਸਲ 'ਚ ਉਹਨਾਂ ਦੇ ਵਾਲਦ ਸਾਹਿਬ ਕਰਕੇ ਥੋੜਾ ਜਿਹਾ ਉਹਨੂੰ ਕਰਦੇ ਨੇ ਯਾਰ, ਇਹ ਵੀ ਬੇਈਮਾਨੀ ਹੈ, ਬਗੈਰਤੀ ਕਰਦੇ ਨੇ। ਅੱਗੋਂ ਮਾਜ਼ੂਰ ਵੀ ਹੋ ਗਏ ਨੇ, ਇਹਨਾਂ ਦੀ ਲੱਤ ਵੀ ਇੱਕ ਜਾਂਦੀ ਰਹੀ, ਉਸ ਵਜ੍ਹਾ ਤੋਂ ਜ਼ਿਆਦਾ ਪ੍ਰੈਸ਼ਰ ਪਾਉਂਦੇ ਨੇ। ਇਹਨਾਂ ਕਿਹਾ ਮਗਰ ਆ ਕੇ ਲੋੜ ਭੁੱਲ ਕਰ ਲੈਣਾ ਸਾਡੇ ਨਾਲ, ਅੱਗੇ ਪੈ ਜਾਣਾ।
ਇਹ ਬੜੀ ਬਗੈਰਤੀ ਹੈ ਬੜੀ। ਮੈਂ ਸ਼ੇਖ ਆਦੀ ਨੇ ਤਾਂ ਖੱਚ ਮਾਰੀ ਨਾ ਬੜੀ ਵੱਡੀ ਝੂਠ ਹੈ ਉਹ ਤੇ ਜਿਹੜੀ ਜ਼ਿਆਦਤੀ ਤਾਹਿਰ ਅਮਜਦ ਸਾਹਿਬ ਨਾਲ ਹੋ ਰਹੀ ਹੈ ਉਹ ਸਾਨੂੰ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ। ਮਲਕ ਸਾਹਿਬ ਤਾਹਿਰ ਅਮਜਦ ਜਮਾਤ ਛੱਡ ਗਿਆ ਨਾ, ਉਹਨੇ ਤੇ ਜਮਾਤ ਛੱਡ ਦਿੱਤੀ ਨਾ। ਉਹ ਰਾਤੀ ਰੋ ਪਏ ਨੇ, ਯਕੀਨ ਕਰੋ। ਮੈਂ ਵੀਡੀਓ ਬਣਾ ਕੇ ਭੇਜੀ ਤੇ ਹੈ ਇੱਕ ਦੋ ਬੰਦਿਆਂ ਨੂੰ। ਉਹਨੇ ਤਾਂ ਲੋਰੀ ਜਮਾਤ ਇਖਤਿਆਰ ਕਰ ਲਈ ਤੇ ਅਠਵਾਲ ਤੇ ਜਮਾਤ ਅੱਛੀ ਹੈ। ਸੁਬਹ ਉੱਠਦਿਆਂ ਮੈਂ ਸਭ ਤੋਂ ਪਹਿਲੇ ਮੋਬਾਈਲ ਜਿਸ ਵੇ ਆਨ ਕੀਤਾ ਤੇ ਉਹੀ ਦੇਖੀਏ ਤੇ ਲੈ ਕੇ ਉਹ ਟੋਨੀ ਨਾਲ ਥੋੜਾ ਜਿਹਾ ਹੋਣਾ ਚਾਹੀਦਾ, ਕਿਉਂਕਿ ਟੋਨੀ ਜਿਹੜਾ ਨਾ ਉਹ ਦਵਾਂ ਕਸ਼ਤੀਆਂ 'ਚ ਪੈਰ ਧਰਦਾ, ਬੁੜਕਦਾ ਵੀ ਹੈ ਤੇ ਛੁੜਕਦਾ ਵੀ ਹੈ ਨਾ। ਉਧਰੋਂ ਸਾਨੂੰ ਵੀ ਅੱਖਾਂ ਕੱਢਦਾ ਹੈ, ਉਧਰੋਂ ਦੂਜੇ ਪਾਸੇ ਛਿੱਤਰ ਪੈਂਦੇ ਨੇ ਤੇ ਉਹਨਾਂ ਦੇ ਥੱਲੇ ਵੀ ਵੜਦਾ ਹੈ। ਬਈ ਇੱਕ ਪਾਸਾ ਰੱਖ ਲੈ, ਜੇ ਤੈਨੂੰ ਉਹਨਾਂ ਨਾਲ ਇਖਤਲਾਫ ਹੈ ਤੇ ਖੜਾ ਹੋ ਜਾਓ, ਉਸ ਇਖਤਲਾਫ ਦੇ ਉੱਤੇ ਸਟੈਂਡ ਕਰ। ਬਈ ਇਹ ਗਲਤ ਪਿਆ ਆਖਦੇ ਨੇ, ਮੈਂ ਸਹੀ ਪਿਆ। ਤੇ ਜੇ ਉਹਨਾਂ ਦੇ ਸਾਹਮਣੇ ਮਰਬੀ ਤੱਕ ਕੇ ਡਰ ਜਾਣਾ है तो वो कह देना है जी मैं एक हाँ उन्होंने मैं मानता हूँ एक पहलू से नबी है, एक उम्मती है, तो फिर मान ला नबी उन्होंने। हाँ जी इन्ना नहीं पासा रख ले हीरे या रांझे या खीरे या गाजरा या खीरा। गल है ਕੱਲ ਉਹਨਾਂ ਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਹੈ ਜੀ। ਮੈਂ ਵੇਖਦਾ ਰਿਹਾ ਵਾਂ, ਉਹਨੂੰ ਪ੍ਰੈਸ਼ਰਾਈਜ਼ ਕਰਕੇ ਮਨਾਇਆ ਗਿਆ। ਮਨਾਇਆ ਗਿਆ। ਉਹ ਥੋੜਾ ਜਿਹਾ ਮੰਨਿਆ ਤੇ ਕਹਿੰਦਾ ਹੋ ਗਿਆ ਬਸ ਹੋ ਗਿਆ। ਠੱਪ ਦਿਓ ਕਿਤਾਬ ਠੱਪ ਦਿਓ। ਓਏ ਹੋਏ ਜ਼ਬਰਦਸਤੀ, ਮਤਲਬ ਉਹਨਾਂ ਤੇ ਜ਼ੁਲਮ ਜ਼ਬਰ ਕੀਤਾ ਹੈ ਲਾ ਇਕਰਾ ਨੂੰ ਪਸੇ ਪਰਦਾ ਪਾ ਕੇ। ਜਿਆ ਮਾਰੀ ਗੱਲ ਬੜਾ ਦਿਲ ਕੀਤਾ ਨੇ। ਆਮਰ ਭਾਈ ਐਮਜੀ ਸਾਹਿਬ ਵੀ ਥੋੜੇ ਨਾ ਤਾਹਿਰ ਅਮਜਦ ਦੀ ਸਾਈਡ ਲੈਂਦੇ ਨੇ, ਕਦੀ ਕਿਧਰ ਇੱਧਰ ਨੱਚਦੇ ਕਦੀ ਇੱਧਰ ਨੱਚਦੇ ਨੇ। ਉਹੀ ਹਵਾਲਾ ਪੜਦੇ ਉਹਦੇ ਨਾਲ ਬੰਦੇ ਹੋ ਗਏ ਨੇ, ਉਹ ਐਵੇਂ ਡਰਕਣ ਲੱਗੇ ਨਾ ਬੁਜ਼ਦਿਲ। ਉਹ ਮੈਂ ਕਸੀਰ ਆਜ਼ਮ ਕਸੀਰ ਦਾ ਭਰਾ ਵਾਂ ਫਲਾਣੇ ਦਾ। ਤੂੰ ਜਿਹੜਾ ਦਲੀਲੇ ਇਤਰਾਮ ਛੱਡ, ਜਿੱਥੇ ਤੈਨੂੰ ਇਖਤਲਾਫ ਉਹਨਾਂ ਦੇ ਮੂੰਹ ਤੇ ਮਾਰ। ਇਹ 1122 ਵੀ ਉਹਦੇ ਨਾਲ ਏ, ਐਮਜੀ ਨਾਲ ਏ, ਖਾਦਮ ਹੁਸੈਨ ਸਾਬਰੀ ਨਾਲ ਏ, ਕਾਫੀ ਬੰਦੇ ਹੋ ਗਏ ਨੇ। ਉਹ ਹੌਲੀ ਹੌਲੀ ਨਾ ਉਹਦੇ ਨਾਲ ਦਰਜਨ ਬਾਰ ਬੰਦੇ ਨੇ ਪਿੱਛੇ, ਭੈਣ ਸਾਰੇ ਪਿੱਛੇ ਨੇ, ਕੋਈ ਵੀ ਨਹੀਂ ਹੈ। ਜਮੀਲ ਬਬਾਸਟਰ ਜਿਹੜਾ ਦੇ ਜਮੀਲ ਬਬਾਸਟਰ ਵੀ ਉਹਦੇ ਨਾਲ ਏ, ਉਹ ਵੀ ਨਾਲ ਉਹਦੇ ਚਬੇਲ ਵੀ। ਉਹ ਲੱਤਾਂ ਦੇ ਭਾਰ ਤੋਂ ਉਹਨੇ ਪਾਣਾ ਨਾ, ਗੱਲ ਤੇ ਉਹਨੇ ਇਹਨਾਂ ਨੂੰ ਸਮਝਾਈ ਏ। ਆਪ ਅਗਰ ਮਰਬੀ ਦੇ ਸਾਹਮਣੇ ਜਾ ਕੇ ਤੇ ਪਜਾਮਾ ਗਿੱਲਾ ਕਰਕੇ ਬਹਿ ਜੇ ਤੇ ਜਿਹੜੀ ਪਿਛਲੀ ਫੌਜ ਉਹਨੇ ਕੀ ਲੜਨਾ ਫਿਰ। ਉਹ ਅਮਰ ਭਾਈ ਸਵਾਲ ਤੇ ਇਹੀ ਆਉਂਦਾ ਨਾ ਕਿ ਮਿਰਜ਼ਾ ਸਾਹਿਬ ਅਗਰ ਨਬੀ ਨਹੀਂ ਤੇ ਫਿਰ ਲਾਹੌਰੀ ਕਾਫਰ ਕਿਉਂ ਨੇ, ਉਹਨਾਂ ਨੂੰ ਕਾਫਰ ਕਿਉਂ ਕਰਾਰ ਦਿੱਤਾ ਗਿਆ ਹੈ? ਤੇ ਜੇ ਨਬੀ ਲੈ ਤੇ ਫਿਰ ਕਾਫਰ ਲੈ। ਦੇਖੋ ਲੜਾਈ ਦੋ ਮੁਖੀ ਤੇ ਨਾ ਲੜੀ ਦੀ ਨਾ। ਹੁਣ ਨਬੀ ਨਹੀਂ ਹੈ ਨਾ, ਕਾਫਰ ਵਾਲੀ ਗੱਲ ਬਾਅਦ ਦੀ ਹੈ, ਪਹਿਲੀ ਗੱਲ ਤੇ ਨਬੀ ਨਹੀਂ ਹੈ। ਤੁਸੀਂ ਆਪਣੀ ਤਾਲੀਮ ਤੇ ਸਿੱਧੀ ਕਰੋ ਪਹਿਲਾਂ। ਕਾਫਰ ਜਿਹੜੇ ਨੇ ਨਾ, ਉਹ ਜਿਹੜਾ ਵੀ ਬੰਦਾ ਮਿਰਜ਼ਾ ਸਾਹਿਬ ਨੂੰ ਮੰਨਦਾ ਹੈ ਨਾ, ਉਹਨਾਂ ਦੇ ਦਾਅਵੇ ਸੱਚਾ, ਉਹਨਾਂ ਨੂੰ ਤੇ ਮੁਸਲਮਾਨਾਂ ਕਾਫਰ ਹੀ ਆਖਣਾ, ਕਿਉਂਕਿ ਮੁਸਲਮਾਨਾਂ ਨੇ ਮਿਰਜ਼ਾ ਸਾਹਿਬ ਨਾਲ ਖੁਦ ਦਸਤ ਬਦਸਤ ਹੋ ਕੇ ਚੈੱਕ ਕਰ ਲਿਆ, ਗੱਲਬਾਤ ਕਰਕੇ ਮੁਅੱਯਨ ਤਕਫੀਰ ਕੀਤੀ ਗਈ ਹੈ। ਕੋਈ ਮਜਮੂਈ ਫਤਵਾ ਨਹੀਂ ਦਿੱਤਾ ਗਿਆ ਜਿਹੜਾ ਜਾ ਕੇ ਡਿੱਗ ਪਿਆ ਉਹਨਾਂ ਦੇ ਉੱਤੇ। ਉਹਨਾਂ ਨਾਲ ਗੱਲਬਾਤ ਕਰਕੇ ਠੋਕ ਵਜਾ ਕੇ ਮਿਰਜ਼ਾ ਸਾਹਿਬ ਜਿਹੜੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਮੁਸਲਮਾਨਾਂ ਨੇ ਫੈਸਲਾ ਕੀਤਾ ਕਿ ਮਿਰਜ਼ਾ ਸਾਹਿਬ ਵੀ ਕਾਫਰ ਨੇ, ਉਹਨਾਂ ਦੇ ਪੈਰੋਕਾਰ ਵੀ ਕਾਫਰ। ਉਹ ਮਿਰਜ਼ਾ ਸਾਹਿਬ ਦੀ ਤਾਲੀਮ ਦਾ ਕੁਝ ਵੀ ਕਰਦੇ ਰਹਿਣ ਨਾ, ਤਵੀਲਾਂ ਲਾਹੌਰੀਆਂ ਜੋ ਮਰਜ਼ੀ ਕਰੀ ਫਿਰਨ। ਮੈਂ ਕੱਲ ਪਰਸੋਂ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦੀ ਇੱਕ ਤਹਿਰੀਰ ਪੜ੍ਹ ਕੇ ਸੁਣਾਉਂਦਾ ਸੀ ਪਿਆ, 1 ਮਾਰਚ 1935 ਦੀ ਅਹਿਲ ਹਦੀਸ ਅਖਬਾਰ ਦੀ। ਇਹਨਾਂ ਲਾਹੌਰੀਆਂ ਨੇ ਨਾ ਇੱਕ ਇਸ਼ਤਿਹਾਰ ਛਾਪਿਆ ਤੇ ਉਹਦੇ ਵਿੱਚ ਥੱਲੇ ਨਾਂ ਲਿਖਿਆ ਹੈ ਮੌਲਵੀ ਮੁਹੰਮਦ ਅਲੀ ਲਾਹੌਰੀ ਦਾ ਬਿਆਨ ਹੈ, ਇਹ ਖਾਜਾ ਕਮਾਲਦੀਨ ਦਾ ਗਲਤੀ ਨਹੀਂ ਸੀ, ਸਾਨੂੰ ਇਲਮ ਨਹੀਂ ਸੀ, ਸਾਨੂੰ ਗਲਤੀ ਲੱਗ ਗਈ ਸੀ। ਤੇ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਹਯਾਤ ਮਸੀਹ ਦੇ ਅਕੀਦੇ ਤੇ ਰਹੇ ਨੇ 52 ਸਾਲ, ਅਸੀਂ ਵੀ ਇਸ ਗਲਤੀ ਤੇ ਰਹੇ ਹਾਂ। ਅਸੀਂ ਹੁਣ ਰਜੂਅ ਕਰ ਲਿਆ,
ਇਹ ਸੀ ਸਿੱਧਾ ਤਰੀਕਾ। ਇਹਨਾਂ ਨੇ ਉਹਦੀਆਂ ਤਵੀਲਾਂ ਕੀਤੀਆਂ ਨੇ ਬਾਤਲ, ਉਹਨੂੰ ਆਪਣੀ ਗਲਤੀ ਨੂੰ ਤਸਲੀਮ ਵੀ ਨਹੀਂ ਕੀਤਾ। ਇਹਨਾਂ ਦੇ ਲਾਹੌਰੀਆਂ ਦੇ ਸੱਚੀ ਗੱਲ ਇਹ ਵੇ ਕਿ ਸਾਨੂੰ ਇਹ ਗੱਲ ਨਹੀਂ ਸੀ ਆਉਣੀ ਚਾਹੀਦੀ ਨਬੀ ਰਸੂਲ ਵਾਲੇ ਫਿਰ ਹੀ ਕਰਕੇ ਬੰਦਾ ਫਤਵੇ ਤੋਂ ਬਚ ਜਾਂਦਾ ਹੈ। ਜਦੋਂ ਤੁਹਾਡੀਆਂ ਤਹਿਰੀਰਾਂ ਸਾਹਮਣੇ ਨੇ, ਤੁਸੀਂ ਮੰਨਿਆ ਮਿਰਜ਼ਾ ਸਾਹਿਬ ਨੂੰ ਨਬੀ ਆਖਿਰ ਜ਼ਮਾਨ ਲਿਖਿਆ ਰਿਵਿਊ ਆਫ ਰਿਲੀਜਨ ਵਿੱਚ, ਉਹ ਵਹਾਈ ਤੇ ਫੀਸ ਸ਼ੇਖ ਆਂਦਾ ਨਹੀਂ, ਉਹ ਮਸਰੂਫ ਦੇ ਜਿੰਨੇ ਟੀਮ ਦੇ ਬੰਦੇ ਨੇ, ਵਰਕਰ ਨੇ ਜਾਂ ਛਾਪਣ ਵਾਲੇ ਨੇ, ਟੀਮ ਪੂਰੀ ਲਾਹੌਰੀ, ਇਹਨਾਂ ਦੇ ਬਾਰੇ ਪ੍ਰੋਪਗੈਂਡਾ ਕੀਤਾ ਜਾ ਰਿਹਾ ਕਿ ਮਿਰਜ਼ਾ ਸਾਹਿਬ ਦੇ ਉਹਦੇ ਚ ਅਸੀਂ ਕੋਈ ਤਖਫੀਫ ਦੇ ਕਾਇਲ ਹਾਂ। ਹਾਸ਼ਾ ਵਕੱਲਾ, ਅਸੀਂ ਬਿਲਕੁਲ ਕੋਈ ਤਖਫੀਫ ਦੇ ਕਾਇਲ ਨਹੀਂ, ਅਸੀਂ ਉਹਨਾਂ ਨੂੰ ਨਬੀ ਰਸੂਲ ਮੰਨਦੇ ਆ। ਇਹ ਅੱਗੇ ਰੱਖੀਏ ਤੇ ਆਂਦੇ ਨੇ ਉਹ ਐਡੀਟਰ ਦੀ ਗਲਤੀ ਹੈ, ਐਡੀਟਰ ਦੀ। ਭਾਈ ਐਡੀਟਰ ਦੀ ਗਲਤੀ ਹੈ ਤੇ ਇਹਦੀ ਕਲੈਰੀਫਿਕੇਸ਼ਨ ਕਦੋਂ ਆਈ ਹੈ? ਅਗਰ ਐਡੀਟਰ ਦੀ ਗਲਤੀ ਸੀ ਤੇ ਮੌਲਵੀ ਮੁਹੰਮਦ ਅਲੀ ਲਾਹੌਰੀ ਦਾ ਬਿਆਨ ਕਿੱਥੇ ਆਇਆ ਕਿ ਅਸੀਂ ਨਹੀਂ ਮੰਨਦੇ ਨਬੀ, ਨਾ ਮਿਰਜ਼ਾ ਸਾਹਿਬ ਨਬੂਵਤ ਦਾ ਦਾਅਵਾ ਕੀਤਾ ਹੈ? ਖਾਜਾ ਕਮਾਲ ਜੀ ਦਾ ਬਿਆਨ ਕਿੱਥੇ ਆਇਆ ਹੈ? ਡਾਕਟਰ ਬਿਸ਼ਰਤ ਦਾ ਬਿਆਨ ਕਿੱਥੇ ਆਇਆ ਹੈ? ਆਪਣਾ ਬਿਆਨ ਛਾਪੋ ਕਿ ਸਾਡੇ ਇਹ ਅਕਾਇਦ ਨਹੀਂ ਹੈ। ਐਡੀਟਰ ਨੂੰ ਕੱਢ ਦਿੱਤਾ, ਐਡੀਟਰ ਨੂੰ ਕੱਢ ਦਿੱਤਾ। ਮੈਂ ਕਿਹਾ ਵੀ ਐਡੀਟਰ ਨੂੰ ਕੱਢ ਦਿੱਤਾ ਨੌਕਰੀ ਤੋਂ, ਹੋ ਸਕਦਾ ਕੋਈ ਵਜ੍ਹਾ ਹੋਰ ਹੋਵੇ ਨੌਕਰੀ ਤੋਂ ਕੱਢਣ ਦੀ। ਨੌਕਰੀ ਤੋਂ ਕਿਸੇ ਵੀ ਵਜ੍ਹਾ ਤੋਂ ਕੱਢਿਆ ਜਾ ਸਕਦਾ, ਚੋਰ ਹੋਵੇ, ਚੱਕਾ ਹੋਵੇ, ਨੌਕਰੀ ਤੋਂ ਕੱਢ ਦੇਈਦਾ। छापना किस तरह से आप लिखे है, फिर बाद च मेरी तहरीरों में लफ्ज़ नबी का इस्तेमाल सफाइयाँ देता रहा। एक गलती का ज़ाला जिस तरह मिर्ज़ा साहब ने लिखी है, इंजे भी गलती का ज़ाला करता रहा। है गलती के ज़ाले का खुलासा, इस तरह कोई लिखा है रसाला। ਇਹ ਗਲਤੀ के ज़ाले का खुलासा को इस तरह कोई रसाला लिखे है जिदा नवाने ही है। ਇਹ ਵੀ ਇਹ ਤੇ ਇੱਕ ਹੋਰ ਵੀ ਮੇਰੀ ਤਹਿਰੀਰ कि हम अपनी गलती से रुजू करते हैं। मिर्जा साहब तो नबी मानते थे, अब नहीं मानते। तो मुस्लिम मऊद हैं ਤੇ ਉਹ ਨੂਰਦੀਨ ਸਾਹਿਬ ਦੇ ਮਫੂਤ ਹੁੰਦਾ ਇੰਤਜ਼ਾਰ ਕਰ ਲੈਂਦਾ, ਉਸ ਤੋਂ ਬਾਅਦ ਚੁੱਪ ਕਰਕੇ ਕਹਿੰਦਾ ਦੇਖੋ ਜੀ ਮੇਰੇ ਤੇ ਬਾਰਿਸ਼ ਦਾ ਤਰ੍ਹਾਂ ਹੋ ਗਏ ਨੇ, ਲਿਆਜ਼ੋ ਮੈਨੂੰ ਮਾਰ ਲਓ। ਆ ਬੱਦਲ ਆ ਗਿਆ। जी सर, अस्सलाम। मदद अल्लाह को छड़ी मंगया करो ना जब बस यार की अच्छा जब आमर भाई ਇਹਨੂੰ ਛੱਡ ਦਿਓ, ਇਹ ਬੜੀ
ਕੁਝ ਪੁੱਛਣਾ ਹੈ? ਮੈਂ 2 ਦਿਨ ਤੋਂ ਪਿੱਛੇ ਲੱਗਾ ਹੋਇਆ, ਤੁਹਾਨੂੰ ਵੀ ਕਿਹਾ ਸੀ ਤੇ ਆਪਣਾ ਨਈਮ ਭਾਈ ਨੂੰ ਪਰਸਨਲੀ ਮੈਸੇਜ ਵੀ ਕੀਤਾ ਸੀ। ਮਜ਼ਦੂਰ ਆਦਮੀ ਹੈ ਇਹ, ਜਿਹੜੀ ਮੈਂ ਗੱਲ ਕਰਦਾ ਰਹਿਣਾ ਨਾ 2 ਘੰਟੇ, ਉਹ 2 ਘੰਟੇ ਮੈਂ ਡਰਾਈਵ, ਹੁਣ ਮੈਂ ਇਹ ਵੱਡੀ ਰੋਡ ਤੇ ਚੜ ਰਿਹਾ ਵਾਂ, ਇਹ ਚੜ ਗਿਆ ਮੈਂ, ਹੁਣ ਮੈਂ 1.5 ਘੰਟਾ ਡਰਾਈਵ ਕਰਨੀ ਹੈ। ਨੀਮ ਗਨੂਦਗੀ ਦੀ ਉਹਦੇ ਨਾਲ ਵੀ ਥਕਾਵਟ ਦੂਰ ਹੋ ਜਾਂਦੀ, ਰੈਸਟ ਕਰਦਾ। ਫਿਰ ਇਸੇ ਤਰ੍ਹਾਂ ਹੀ ਵਾਪਸੀ ਵੀ 2-3 ਘੰਟੇ ਲੱਗ ਜਾਂਦੇ ਨੇ। ਤੇ ਮਜ਼ਦੂਰ ਆਦਮੀ ਆ, ਟਾਈਮ ਲੱਗੇ ਕਿਰੇ ਤੇ ਬਹਿ ਕੇ ਸਜਦਾਂ ਦੇ ਡਿਊਟੀ ਹੈ, ਇਸ ਤਰ੍ਹਾਂ ਨਹੀਂ ਆਖੀਦਾ। ਤੇ ਜੇ ਕੋਈ ਐਡੀਸੀਡੀ ਕੀਤੀ ਤੇ ਨਹਿਰ ਤੇ ਅਗਲੇ ਨੇ ਜਾਗ ਲਾ ਕੇ ਜਮਾ ਜਿੱਦਾਂ ਮਜ਼ਾਕ ਨਾ ਕਰੋ, ਅਮਰ ਭਾਈ ਨੂੰ ਪੁੱਛ ਲਓ ਭਾਵੇਂ। ਜੀ ਗੁਜਰਾਂ ਦੇ ਜਿਹੜੇ ਨਾ ਉਹ ਪਤਾ ਨਹੀਂ, ਅਸਬ ਨਸਬ ਦਾ ਨਹੀਂ ਪਤਾ ਹੈ ਇਹਨਾਂ ਦੇ, ਤੈਨੂੰ ਉਹ ਪਤਾ ਨਹੀਂ ਕੀ ਉਹਨੂੰ ਕਹਿੰਦੇ ਹੋ ਤੁਸੀਂ। इंजीनियर है तो उन्हें आर्ट पूरा सारा कोई हो जाना, पब्लिक हो जाना है। शजरा साडा कित्थों तक जांदा है गुजरां दा, तैनूं पता नहीं है। गुजरां नूं तूं जानदा नहीं है। ਉਹਨੂੰ ਜ਼ਾਇਦ ਗੁੱਜਰ ਨੂੰ ਪੁੱਛਿਓ, ਕਹਿੰਦਾ ਹਜ਼ਰਤ ਨੂਹ ਅਲੈਹਿਸਲਾਮ ਹੀ ਗੁੱਜਰ ਸਨ। ਉਹਦਾ ਮਿਰਜ਼ਾ ਸਾਹਿਬ ਵੀ ਗੁੱਜਰ ਹੀ ਸਨ। ਉਹ ਤਾਂ ਮਿਰਜ਼ਾ ਸਾਹਿਬ ਨੂੰ ਵੀ ਬਣਾਈ ਹਮਦਾ ਇਹਨਾਂ ਨੇ, ਉਹ ਤੇ ਉਹਨੇ ਚਵਲ ਮਾਰੀ ਹੈ। ਲੇਕਿਨ ਇਹ ਤਹਕੀਕ ਜਿਹੜੀ ਹੈ ਨਾ, ਉਹ ਤਹਕੀਕ ਹੀ ਤੁਸੀਂ ਦੇਖ ਲਵੋ, ਅਗਰ ਥੋੜੀ ਬੰਦਾ ਅਕਲ ਸ਼ਊਰ ਰੱਖਦਾ ਹੋਵੇ ਨਾ, ਤੇ ਉਹ ਤੇ ਗੁਜਰਾਂ ਦਾ ਤਾਂ ਹਸਬ ਨਸਬ ਬਹੁਤ ਆਲਾ ਵਰਫਾ ਹੈ। ਇੱਥੇ ਹੁਣ ਜਿਵੇਂ ਅਮਰ ਭਾਈ ਨੇ ਕਿਹਾ ਨਾ ਕਿ ਕਈ ਤੇ ਇੱਥੇ ਦੇ ਭਾਵੇਂ ਪਰ ਜਲ ਜਾਣਗੇ, ਲੇਕਿਨ ਹਕੀਕਤ ਉਹੀ ਹੈ। ਕੁਰਾਨ ਹਦੀਸ ਵਿੱਚ ਪੈਗੰਬਰਾਂ ਦਾ ਸ਼ੇਵਾ ਹੈ। ਫਿਰ ਤਾਂ ਜਿਹੜਾ ਹੋਰ ਕੁਝ ਹੀ ਲੱਭਦਾ ਨਾ ਸਾਨੂੰ ਕਿ ਕਿਹਨਾਂ ਨੇ ਸਾਰਾ ਕੁਝ दरवेश है ना, दरवेश दरवेश कौन है? दरवेश मैं बस एक चीज देखी है कि जिद्दी बड़ी जिद्दी, हाँ जिद्दी बहुत होंगे ने वीडियो। ਉਹ ਜੀ ਨਾ ਗੁਜਰਾਂ ਦੇ ਬਾਰੇ ਚ ਕਿਹਾ ਗਿਆ ਹੈ ਕਿ ਫਕੀਰਾ ਫਕੀਰੀ ਦੂਰ ਹੈ, ਚੜ ਜੇ ਤੇ ਰਸ ਬਰੀ, ਡਿੱਗ ਪਏ ਤੇ ਚਕਨਾ ਚੂਵੇ। ਅਮਰ ਭਾਈ ਤੇ ਮਲਕਾਂ ਵਿੱਚ ਤੇ ਜਿਹੜਾ ਹੀ ਸਾਨੂੰ ਮਾਸ਼ਾਅੱਲਾ ਸ਼ਾਨ ਸ਼ਾਬਾਨ ਭਾਈ ਤੇ ਚਲੋ ਹੈ ਨੇ ਸਾਡੇ ਮੁਹਤਰਮ ਨੇ, ਲੇਕਿਨ ਪੱਪੂ ਮਲਕ ਲੱਭਾ ਜਾਂ ਦੂਜਿਆ ਕੋ ਮਲਕ ਤਲਤ ਲੱਭਾ ਤੇ ਮਾਸ਼ਾਅੱਲਾ ਫਿਰ ਤੁਸੀਂ ਆਪ ਹਿਸਾਬ ਲਾ ਸਕਦੇ ਹੋ। ਦੇਖੋ ਮਲਕ ਜਿਹੜਾ ਨਾ, ਮਲਕ ਕੋਈ ਇਹ ਲਓ ਤੁਸੀਂ ਟਿਕਟਾਕ ਦੇ ਉੱਤੇ ਮਲਕਾਂ ਦੇ ਵੀ ਕੰਮ ਤੱਕ ਲਓ ਤੇ ਗੁਜਰਾਂ ਦੇ ਵੀ। ਉਹ ਅੱਲਾਹ ਦੇ ਰਸੂਲ ਨੇ ਬਿਆਨ ਕਰ ਦਿੱਤਾ ਸੀ ਨਾ, ਤਕਵਾ ਜਿਹਦੇ ਚ ਹੋਇਆ, ਚਾਹੇ ਉਹ ਗੁੱਜਰ ਹੈ ਤੇ ਭਾਵੇਂ ਜਿਹੜਾ ਵੀ। ਅੱਲਾਹ ਦੇ ਰਸੂਲ ਨੇ ਨਾਂ ਨਹੀਂ ਸੀ ਨਾ ਲੈਣਾ, ਜੇ ਨਾਂ ਲੈ ਸਕਦੇ ਤੇ ਫਿਰ ਲੋਕਾਂ ਨੇ ਪਿਆਹਣਾ ਸੀ ਅਸੀਂ ਵੀ ਗੁੱਜਰ ਹਾਂ, ਅਸੀਂ ਵੀ ਗੁੱਜਰ ਹਾਂ। ਇਸ ਗੱਲ ਅੱਲਾਹ ਦੇ ਰਸੂਲ ਨੇ ਨਾਂ ਨਹੀਂ ਲਿਆ,
ਲੇਕਿਨ ਮਤਲਬ ਤੇ ਉਹਨਾਂ ਦਾ ਇਹ ਹੀ ਸੀ ਨਾ। ਅਸਤਗਫਿਰullah ਅਸਤਗਫਿਰullah ਤਾਦੇ ਮੁਹਤਰਮ ਮੈਂ ਨਹੀਂ ਮੁਤਫਿਕ ਸੁਭਾਨ ਅੱਲਾਹ ਸੁਭਾਨ ਅੱਲਾਹ। ਤਕਵਾ ਕਿਸੇ ਵਿੱਚ ਵੀ ਹੋ ਸਕਦਾ। ਉਹ ਜਿਹੜਾ ਤੇ ਉਹ ਤੁਹਾਨੂੰ ਪਤਾ ਹੈ ਪੈਂਟ ਸ਼ਰਟ ਵਰਦੀ ਹੁੰਦੀ ਸੀ, ਤੇ ਯਕੀਨ ਕਰੋ ਉਹਨਾਂ ਨੂੰ ਪੈਂਟ ਨਾਲ ਪ੍ਰੈਸ ਕਰਨੀ ਹੈ, ਉਹਨਾਂ ਨੂੰ ਬਿਲਕੁਲ ਹੀ ਨਾ ਪੈਂਟ ਨਾਲ ਪ੍ਰੈਸ ਕਰਨੀ ਹੈ। ਤੇ ਮੇਰੇ ਵੱਡੇ ਭਾਈ ਨੇ ਠਵਾਲ ਸਾਹਿਬ ਨੂੰ ਪਹਿਲਾਂ ਉਹਨਾਂ ਠਵਾਲ ਸਾਹਿਬ ਹੈ ਠਵਾਲ ਕੌਮ ਦੇ ਪਹਿਲੀ ਵਾਰੀ ਮੈਂ ਸੁਣੀ ਨਾ ਕੋਈ ਇੰਟਰਵਿਊ ਲਈਏ ਇਹ ਥੱਲੇ ਲਿਖਣ ਦੇ ਕਹਿਣਾ ਉੱਠ ਤੇ ਚੁੱਕ ਵਾਲ ਹੋਏ, ਉਹ ਫਿਰ ਉੱਠ ਵਾਲ ਹੋ ਉਹ ਜੀ ਜੱਗਾ ਉੱਠਿਆ ਸੀ ਵੀਜ਼ਾ ਸਾਹਿਬ ਨੇ ਭਾਲਿਆ। ਮੀਆਂ ਯਾਦ ਆ ਜਾਂਦਾ। ਫਿਰ ਇੱਕ ਹੋਰ ਗੁੱਜਰ ਹੈ ਮੇਰਾ ਕਲਾਸ ਫੈਲ ਹੋ ਰਿਹਾ, ਠੀਕ ਹੈ, ਤੇ ਇਸ ਵਾਰੀ ਮੈਂ ਪਾਕਿਸਤਾਨ ਗਿਆ ਨਾ, ਤੇ ਉਹ ਬਹਿਰੀਨ ਪੁਲਿਸ 'ਚ ਹੁੰਦਾ, ਬਹਿਰੀਨ ਦੇ ਵਿੱਚ ਸੋਰੀ ਕਤਰ ਦੇ ਫੌਜ 'ਚ, ਤੇ ਵਾਪਸ ਆਇਆ ਨਾ ਮੈਂ ਜਦੋਂ ਉੱਥੇ, ਤੇ ਮੈਨੂੰ ਐਤਕੀ ਉਹ ਵੀ ਆਇਆ ਸੀ ਮੋਟਰਸਾਈਕਲ ਉਹਨੇ ਪੁਰਾਣਾ ਜਿਹਾ ਰੱਖਿਆ। ਮੈਂ ਨਾ ਜਦੋਂ 2014 ਚ ਗਿਆ ਤੇ ਉੱਥੇ ਮੈਂ ਬੱਚਿਆਂ ਨੂੰ ਨਾ ਸਵੇਰ ਵੈਗਨ ਲੈਣ ਆਏ, ਉਹ ਸਕੂਲ ਚੱਲੇ ਸਨ ਤੇ ਮੈਂ ਬਾਹਰ ਖਲੋਤਾ ਸੀ, ਕੈਂਚੀ ਚੱਪਲ ਮੈਂ ਪਾਈ ਤੇ ਸ਼ਲਵਾਰ ਕਮੀਜ਼ ਪਾਈ, ਤੇ ਉਹ ਬੱਚੇ ਮੇਰੇ ਨੇ ਕਿਹਾ ਤਸਵੀਰ ਲੈ ਰਹੀ 2014 ਦੀ ਗੱਲ, ਛੋਟੇ ਸਨ ਉਦੋਂ ਜ਼ਿਆਦਾ। ਉਹ ਮੈਂ ਇੱਥੇ ਇੱਕ ਇਟਾਲੀਅਨ ਮੁੰਡਾ ਮੇਰੇ ਨਾਲ ਕੰਮ ਕਰਦਾ ਸੀ ਗਾਬਰੀ, ਤੇ ਮੈਂ ਉਹਨੂੰ ਆਖਿਆ ਵੇ ਮੇਰੀ ਪਾਕਿਸਤਾਨ ਦੀ ਤਸਵੀਰ, ਕਹਿੰਦਾ ਤੂੰ ਤੇ ਗੈਂਗਸਟਰ ਲੱਗਣਾ। ਮੈਂ ਕਿਹਾ ਕਿਉਂ? ਕਹਿੰਦਾ ਤੇਰਾ ਸਟਾਈਲ ਤੇ ਬੜਾ ਗੈਂਗਸਟਰ ਵਾਲਾ ਹੈ। ਮੈਂ ਵੀ बटन तो ताजे मोहतरम मिर्जा साहब बनाने खुले। अभी तक कोई मिर्जा ही नहीं फंसिया। ਕੰਨਾਂ ਦੇ ਬੈਕ ਸੁਣਦੇ। ਅੱਛਾ ਉਹ ਜ਼ੈਦ ਗੁਜਰ ਦੀ ਗੱਲ ਕੀ ਹੈ ਅਸਲ 'ਚ ਜਹਾਲਤ ਦਾ ਕੋਈ ਦੇਸ਼ ਨਹੀਂ ਨਾ ਹੁੰਦਾ। ਜਿਸ ਤਰ੍ਹਾਂ ਤਲਤ ਮਲਕ ਨੇ ਆਪਣੀ ਜਹਾਲਤ ਵਿੱਚ ਇੱਕ ਦੋ ਵਾਰੀ ਕਿਰੇ ਇਹੋ ਜਿਹੀ ਗੁਸਤਾਖੀ ਕੀਤੀ, ਕੁਛ ਵੀ ਉਹਦਾ ਪੇਸ਼ਾ ਹੈ। ਜਦੋਂ ਉਹਨੇ ਕੋਈ ਉਹ ਕੰਮ ਕੀਤਾ ਨਾ, ਉਹਦਾ ਪੇਸ਼ਾ ਬਣ ਗਿਆ ਤੇ ਲੋਕਾਂ ਨੇ ਉਹਨੂੰ ਉਹਦੇ ਨਾਂ ਤੇ ਪੁਕਾਰਨਾ ਸ਼ੁਰੂ ਕਰਤਾ। ਦਰ ਹਕੀਕਤ ਸਿਰਫ ਪਹਿਚਾਣ ਵਾਸਤੇ ਗੋਜਰਾਂ ਚੋਂ ਤੇ ਬਜ਼ੁਰਗ ਮਤਲਬ ਇੱਕ ਬੰਦਾ ਨੇਕ ਹੈ, ਨਮਾਜ਼ੀ ਹੈ, 5 ਟਾਈਮ ਨਮਾਜ਼ ਪੜ੍ਹ, ਉਹਨੇ ਇਹਨਾਂ ਨੂੰ ਮਹਾ ਮਸਜਿਦ ਬਣਾ ਲਿਆ।
ਤਰ੍ਹਾਂ ਅਗਰ ਕੋਈ ਬੰਦਾ ਲੱਕੜੀ ਦਾ ਕੰਮ ਕਰਨਾ ਸ਼ੁਰੂ ਕਰਦਾ, ਲੋਕਾਂ ਉਹਨਾਂ ਨੂੰ ਤਰਖਾਣ ਕਹਿਣਾ ਸ਼ੁਰੂ ਕਰ ਦਿੱਤਾ, ਲੇਕਿਨ ਉਹਨਾਂ ਦੀ ਇਹ ਮਲਕ ਜੱਟ ਵੀ ਹੁੰਦੇ ਨੇ। तो मैं मलक ते असल च डेजिग्नेशन है ना आमिर भाई, मलक ते कास्ट एक्चुअली है ही नहीं। हाँ जी, उत्ते WhatsApp ਮਤਲਬ ਇਹ ਕਿਸੇ ਜਗ੍ਹਾ ਤੇ ਮੁਗਲ ਬਰਲਾਸ ਔਰ ਕਿਸੇ ਜਗ੍ਹਾ ਤੇ ਆਪਣੇ ਆਪ ਨੂੰ ਸਦਾਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਮਰਜ਼ ਤਕਾਜ਼ਾ ਕਰਦਾ ਹੈ ਕਿ ਤੁਸੀਂ ਹਰ ਗੱਲ ਵਿੱਚ, ਹਰ ਕੰਮ ਵਿੱਚ, ਹਰ ਮਾਮਲੇ ਵਿੱਚ ਅੱਗੇ ਉਹ ਕਿਸੇ ਦਾ ਮਰਤਬਾ ਕਿਸੇ ਕਿਸਮ ਦਾ ਵੀ ਉਹਨੂੰ ਤੁਸੀਂ ਅਪਣਾਣਾ ਹੈ, ਉਹਨੂੰ ਤੁਸੀਂ ਪਿਕ ਕਰ ਲੈਣਾ, ਤੁਸੀਂ ਕਹਿਣਾ ਮੈਂ ਵੀ ਐ ਹੀ ਹਾਂ। ਕਾਦੀਆਂ ਉਸ ਕਿਲੇ ਤੇ ਮੈਂ ਇੱਕ ਦਿਨ ਗਿਆ ਤੇ ਉੱਥੇ ਨਾ ਬੁੱਢੇ ਬਾਬੇ ਮੈਨੂੰ ਮਿਲ ਪਏ। ਕੋਈ ਮੇਰਾ ਭਾਈ ਆਇਆ ਸੀ ਸਾਊਦੀਆ ਤੋਂ ਤੇ ਮੈਂ ਉਹਨੂੰ ਕਿਹਾ ਚਲਾ ਮੈਂ ਤੈਨੂੰ ਵਿਜ਼ਿਟ ਕਰਾਵਾਂ। ਉਹ ਅਸੀਂ ਉਹਦੀ ਡੇਟ ਵੇਖੀ ਨਾ, ਕੋਈ 100 ਸਾਲ 150 ਸਾਲ ਪੁਰਾਣੀ। ਉਹਨਾਂ ਬੁੱਢਿਆਂ ਬਾਬਿਆਂ ਨੂੰ ਅਸੀਂ ਪੁੱਛਣ ਲੱਗ ਪਏ ਵੀ ਇਹ ਜਿਹੜਾ ਕਿਲਾ ਹੈ ਇਹ ਬਣਾਇਆ ਕਿਉਂ ਗਿਆ ਹੈ, ਇੱਥੇ ਜ਼ਰੂਰਤ ਕੀ ਪੇਸ਼ ਆਈ ਇਸ ਸ਼ਹਿਰ ਦੇ ਦੁਆਲੇ, ਇਹ ਦੀਵਾਰ ਖਿੱਚਣ ਦੀ, ਇਹ ਦਰਵਾਜ਼ੇ ਲਾਉਣ ਦੀ, ਇਹਨੂੰ ਕਿਲੇ ਦੀ ਸ਼ਕਲ ਦੇਣ ਦੀ ਵਜ੍ਹਾ ਕੀ? ਉਹਨੇ ਕਿਹਾ ਜਿਹੜਾ ਸੀ ਨਾ ਯਾਰ ਮੁਲਕ ਨਾਲ ਵਾਲਾ ਰੋਮਾਨੀਆ ਦੇ ਨਾਲ ਹੈ, ਮੇਰੇ ਜ਼ਿਹਨ ਚੋਂ ਇਸ ਵੇਲੇ ਦਾ ਨਾਂ ਸਲਿਪ ਹੋ ਗਿਆ। ਕਹਿੰਦੇ ਇਹਨਾਂ ਨਾਲ ਲੜਾਈ ਸੀ ਸਾਡੀ, ਇਹ ਆਉਂਦੇ ਸਨ। ਹੈਂ ਬਲਗਾਰੀਆ ਨਾਲ ਸੀ? ਨਹੀਂ ਇਹ ਰੋਮਾਨੀਆ ਦੇ ਨਾਲ ਉਰਲੇ ਪਾਸੇ ਵੇ, ਮੈਂ ਤੁਹਾਨੂੰ ਦੱਸਣਾ ਹੁਣ ਜ਼ਿਹਨ ਚ ਆ ਜਾਂਦਾ। ਉਹ ਹਮਲਾ ਕਰਦੇ ਸੀ, ਉਹਨਾਂ ਦੀਆਂ ਫੌਜਾਂ ਆਉਂਦੀਆਂ ਸੀ। ਉਹਨਾਂ ਤੋਂ ਬਚਣ ਵਾਸਤੇ ਅਸੀਂ ਸਾਡਿਆਂ ਵੱਡਿਆਂ ਵਡੇਰਿਆਂ ਨੇ ਇੱਕ ਕਿਲਾ ਬਣਾਇਆ ਸੀ। ਲੇਕਿਨ ਇਹ ਸ਼ਹਿਰ ਜਿਹੜਾ ਹੈ ਇੱਥੋਂ ਪਤਾ ਲੱਗਦਾ ਕਿ ਹਜ਼ਾਰ ਸਾਲ ਪੁਰਾਣਾ ਸ਼ਹਿਰ ਸੀ, ਉੱਚੀ ਜਗ੍ਹਾ ਤੇ ਸੀ। ਉਹਦੇ ਦੁਆਲੇ ਦੀਵਾਰ ਖਿੱਚ ਕੇ ਉਹਨਾਂ ਨੇ ਇੱਕ ਕਿਲੇ ਦੀ ਸ਼ਕਲ ਦਿੱਤੀ, ਬਾਹਰੋਂ ਫੌਜ ਆਵੇ ਤੇ ਤੁਸੀਂ ਮਹਿਫੂਜ਼ ਆਪਣੀ ਪਨਾਹਗਾਹ ਦੇ ਵਿੱਚ ਬਹਿ ਕੇ ਉਹਨਾਂ ਦੇ ਉੱਤੇ ਸੰਗਬਾਰੀ ਕਰੋ, ਤੀਰ ਅੰਦਾਜ਼ੀ ਕਰੋ, ਜੋ ਵੀ। ਉਦੋਂ ਤੇ ਬੰਦੂਕਾਂ ਗੋਲੀਆਂ ਨਹੀਂ ਸੀ ਹੁੰਦੀਆਂ। ਹੁਣ ਕਾਦੀਆਨ ਜਿਹੜਾ ਪਿੰਡ ਹੈ ਉਹ ਕੀ ਹੈ? ਛਣਕਣਾ ਵੀ ਨਹੀਂ ਹੈ। 200 ਘਰ ਸੀ। ਮਿਰਜ਼ਾ ਸਾਹਿਬ ਨੇ ਉਹਦੀ ਤਸਵੀਰ ਪਤਾ ਕੀ ਖਿੱਚੀ ਹੈ ਕਿ ਇਹਦੇ ਦੁਆਲੇ ਇੱਕ ਦੀਵਾਰ ਹੁੰਦੀ ਸੀ, ਉਹਦੇ ਉੱਤੇ 3 ਛਕੜੇ ਪੈਰਲਲ ਦੌੜ ਸਕਦੇ ਸੀ। 3 ਕਾਰਾਂ ਕਹਿ ਲਓ, 3 ਟਰੱਕ ਕਹਿ ਲਓ, 3 ਟਰੱਕ ਪੈਰਲਲ ਦੇ ਉੱਤੇ ਘੁੰਮ ਜਾਣ। ਐਡੀ ਚੌੜੀ ਦੀਵਾਰ ਤੇ ਮੈਂ ਦੀਵਾਰੇ ਚੀਨ ਵੀ ਨਹੀਂ ਹੈ। ਦੁਆਰੇ ਚੀਨ ਵੀ ਨਹੀਂ ਹੈ, ਬਿਲਕੁਲ ਝੂਠ ਮਾਰਿਆ, ਗੱਪ ਜੜੀ ਹੈ। ਜਦੋਂ ਦਾਦੀ ਦੀ ਗੱਲ ਆਈ ਤੇ ਉਹਨਾਂ ਕਿਹਾ ਮੇਰੇ ਦਾਦੇ ਦਾ ਨਾਂ ਸੀ ਮੀਰ ਗੁਲ ਮੀਰ, ਕੀ ਨਾਂ ਸੀ ਉਹਦਾ? ਮਿਰਜ਼ਾ ਗੁਲ ਮੁਹੰਮਦ ਖਾਨ ਮੇਰਾ ਨਹੀਂ ਇਸ ਤਰ੍ਹਾਂ ਦਾ। ਅੱਛਾ, ਉਹ ਦਾਦੇ ਦੇ ਬਾਰੇ ਸੁਣਾਉਂਦੇ ਨੇ, ਗੁਲ ਮੁਹੰਮਦ। ਉਹ ਦਾਦੇ ਦੇ ਬਾਰੇ ਕਹਿੰਦੇ ਨੇ ਕਿ ਮੇਰਾ ਦਾਦਾ ਜਿਹੜਾ ਸੀ ਹਜ਼ਾਰ ਬੰਦੇ ਨਾਲ ਇਕੱਲਾ ਲੜ ਪੈਂਦਾ ਸੀ ਤੇ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਉਹਦੇ ਨਾਲ ਰਲ ਕੇ ਜੰਗ ਕੀਤੀ ਹੈ, ਲੜਾਈ ਕੀਤੀ ਹੈ, ਉਹ ਇੱਥੇ ਮੈਨੂੰ ਦੱਸਦੇ ਰਹੇ ਨੇ। ਔਰ ਉਹ ਮੁਖਾਲਫ ਨੇ ਸਾਡੇ ਸਿੱਖਾਂ ਚੋਂ। ਪਿੰਡ ਕਾਦੀਆਂ ਦੇ ਵਿੱਚ ਸਿੱਖ ਵੀ ਰਹਿੰਦੇ, ਸਿੱਖਾਂ ਦੇ ਉਹ ਬਾਬੇ ਜਿਹੜੇ
ਮੇਰੇ ਦਾਦੇ ਦੇ ਨਾਲ ਰਹੇ ਨੇ ਤੇ ਲੜਾਈ ਦੇ ਵਿੱਚ ਸ਼ਾਮਲ ਰਹੇ ਨੇ, ਮੁਖਾਲਫ ਰਹੇ ਨੇ, ਉਹਨਾਂ ਸਾਨੂੰ ਦੱਸਿਆ ਹੈ ਕਿ ਮਿਰਜ਼ਾ ਗੁਲ ਮੁਹੰਮਦ ਸਾਡੇ ਕਾਬੂ ਨਹੀਂ ਸੀ ਆਉਂਦਾ। ਹਜ਼ਾਰ ਬੰਦਾ ਕੱਲਾ ਹੀ ਹਜ਼ਾਰ ਬੰਦੇ ਦੇ ਉੱਤੇ ਫਤਿਹ ਪਾ ਜਾਂਦਾ ਸੀ। ਕਿਸ ਤਰ੍ਹਾਂ ਕਹਿੰਦੇ ਨੇ, ਉਹਨੂੰ ਨਾ ਗੋਲੀ ਅਸਰ ਕਰਦਾ ਸੀ ਨਾ ਤੋਪ ਦਾ ਗੋਲਾ ਅਸਰ ਕਰਦਾ ਸੀ। ਹੈਲੋ ਸੁਪਰਮੈਨ 3 ਆਈ ਹੈ ਤੇ ਉਹ ਉਹਦੇ ਦਾਦੇ ਤੇ ਬਣੀ ਹੈ। ਨਹੀਂ ਮਿੱਥਣ ਸਨ ਦਾਦਾ ਇਹਨਾਂ ਦਾ, ਜਿਹਨੂੰ ਗੋਲੀ ਵੀ ਨਹੀਂ ਲੱਗਦੀ, ਗੋਲਾ ਵੀ ਤੋਪ ਦਾ ਨਹੀਂ ਲੱਗਦਾ, ਉਹ ਕੀ ਸੀ? ਉਹ ਦਾਦਾ ਸੀ ਕਿ ਛਲਾਵਾ ਸੀ? ਨਹੀਂ ਉਹ ਮਿੱਥਣ ਚੱਕਰਵਰਤੀ ਹਾਂ, ਇਹ ਤੇ ਫਿਲਮ ਦੇ ਵਿੱਚ ਹੋ ਸਕਦਾ ਹੈ ਨਾ। ਇਹ ਬਿਮਾਰੀ ਤੋਂ ਮਨੋ ਤਾਂ ਪੱਪੂ ਮਲਕ ਯਾਦ ਆ ਗਿਆ ਤੇ ਆਪਣੇ ਫੈਸਲ ਭਾਈ ਨੇ ਜਿਹੜੀ ਵੀ ਗੱਲ ਮਿਰਜ਼ਾ ਸਾਹਿਬ ਨੇ ਦੇਖੀ ਹੈ ਨਾ, ਉਹਨੂੰ ਉਹਨਾਂ ਨੇ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਖਾਨਦਾਨ ਉਹਨਾਂ ਬਦਲੇ ਨੇ ਨਾ, ਉਹ ਉਹਨਾਂ ਤਾਂ ਬਦਲੇ ਨੇ ਲੋੜ ਦੇ ਤਹਿਤ। ਜਿਸ ਵੇਲੇ ਉਹ ਕਿਤਾਬ ਕਿਸੇ 'ਚ ਪੜ੍ਹਦੇ ਸੀ ਨਾ, ਆਉਣ ਵਾਲਾ ਇਮਾਮ ਮਹਿੰਦੀ ਜਿਹੜਾ ਹੈ ਉਹ ਫਲਾਣੇ ਖਾਨਦਾਨ 'ਚ ਹੋਵੇਗਾ, ਇਹਨਾਂ ਆਖਿਆ ਮੇਰੀਆਂ 3 ਦਾਦੀਆਂ ਪਤਾ ਲੱਗਾ ਉਹ ਵੀ ਸਦਾਤ ਖਾਨਦਾਨ ਦੀਆਂ ਸੀ। ਜੇ ਕਿਸੇ ਉਹ ਸੂਫੀ ਨੇ ਲਿਖਿਆ, ਪਤਾ ਨਹੀਂ ਮੁਹੱਇਦੀਨ ਇਬਨ ਅਰਬੀ ਨੇ ਲਿਖਿਆ ਬਈ ਉਹ ਤੇ ਚੀਨੀ ਉਹ ਨਸਲ ਹੋਵੇਗਾ, ਚੀਨੀ ਨਸਲ ਦਾ ਹੋਵੇਗਾ। ਮਿਰਜ਼ਾ ਸਾਹਿਬ ਨੇ ਆਖਿਆ ਮੇਰੇ ਵੱਡੇ ਵਡੇਰੇ ਹਨ ਚਾਈਨਾ ਨੂੰ ਆਏ ਸਨ, ਚੀਨੀ ਉਹ ਨਸਲ ਨੇ ਮੇਰੇ ਵੱਡੇ ਵਡੇਰੇ। ਜੇ ਕਿਸੇ ਨੇ ਆਖਿਆ ਉਹ ਤੇ ਕੁਰਾਨ 'ਚ ਲਿਖਿਆ ਹੈ, ਫਾਰਸ 'ਚ ਨਬੀ ਪਾਕ ਨੇ ਜਿਹੜੀ ਆਖਰੀਨਾ ਮਿਨਹੁਮ ਲੰਮਾ ਯਲਹਕੂ ਬਿਹਿਮ ਦੀ ਤਫਸੀਰ ਬਿਆਨ ਕੀਤੀ, ਉਹ ਤੇ ਅਹਿਲੇ ਫਾਰਸ 'ਚ ਬੰਦਾ ਹੋਏਗਾ। ਤੇ ਮਿਰਜ਼ਾ ਸਾਹਿਬ ਨੇ ਆਖਿਆ ਜਾ ਕੇ ਚੈੱਕ ਕਰ ਲਓ, ਜਿਹੜੇ ਮੁਗਲ ਨੇ ਸਾਰੇ ਉੱਥੋਂ ਸਮਰਕੰਦ ਤੋਂ ਆਏ ਨੇ ਹਿਜਰਤ ਕਰਕੇ। ਜਿੱਥੇ ਜਿਹੜੀ ਸ਼ੈ ਉੱਚੀ ਦਿਸੀ ਹੈ ਨਾ, ਮਿਰਜ਼ਾ ਸਾਹਿਬ ਨੂੰ ਹੱਥ ਪਾਇਆ ਹੈ। ਮੇਰਾ ਇੱਕ ਯਾਰ ਸੀ ਤੇ ਉਹ ਭੱਠੇ ਦਾ ਮਾਲਕ ਸੀ ਤੇ ਉਹਦਾ ਵੀ ਨਾਂ ਰਾਣਾ ਸਾਹਿਬ ਸੀ, ਰਾਣਾ ਅਹਿਮਦ। ਤੇ ਨਾ ਉਹ ਇੱਕ ਦਿਨ ਮੈਨੂੰ ਕਹਿਣ ਲੱਗਾ ਬਈ ਪੈਸੇ ਦੀ ਮੈਨੂੰ ਲੋੜ ਹੈ। ਤੇ ਮੈਂ ਕਿਹਾ ਮੇਰਾ ਦੋਸਤ ਹੈ ਤੇ ਉਹਨੇ ਕੋਠੀ ਸ਼ੁਰੂ ਕੀਤੀ ਸੀ, ਮੈਂ ਕਿਹਾ ਉਹਦੇ ਕੋਲ ਪੈਸੇ ਜਾ ਕੇ ਲੈ ਤੇ ਫਿਰ ਉਹਨੂੰ ਇੱਟਾਂ ਦੇ ਦੇਵਾਂਗੇ, ਕੋਈ ਨਹੀਂ ਮਸਲਾ। ਉਹ ਗਿਆ ਤੇ ਲੈ ਆਇਆ ਤੇ ਸਵੇਰੇ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ ਕੰਮ ਹੋ ਗਿਆ ਸੀ ਰਾਤੀ। ਤੇ ਮੈਨੂੰ ਕਹਿੰਦਾ ਐਵੇਂ ਮਜਲਿਸ ਸਾਡੀ ਉੱਥੇ ਲੱਗਦੀ ਸੀ, ਬੰਦੇ ਬਹਿੰਦੇ ਸੀ 5-7 ਉੱਥੇ ਐਫਲ ਚ ਵਿੱਚ। ਕਹਿੰਦਾ ਆਮਰ ਸਾਹਿਬ ਤੁਸੀਂ ਮੈਨੂੰ ਕਹੋ ਨਾ ਵੀ ਪੈਸੇ ਸੱਪ ਦੇ ਮੂੰਹ 'ਚ ਪਏ ਨੇ ਤੇ ਮੈਂ ਸੱਪ ਦੇ ਮੂੰਹ 'ਚ ਵਿੱਚ ਜਾ ਕੇ ਹੱਥ ਜ਼ਰੂਰ ਪਾਣਾ, ਭਾਵੇਂ ਮੈਨੂੰ ਕੋਈ ਡਾਂਗੀ ਵੱਜ। ਪੈਸਾ ਜਿੱਥੇ ਪਿਆ ਮੈਂ ਛੱਡਦਾ ਨਹੀਂ, ਮੈਂ ਉਹਦੇ ਪਿੱਛੇ ਜਾਣਾ ਜ਼ਰੂਰ ਆ। ਉਹ ਗੱਲ ਹੈ ਮਿਰਜ਼ਾ ਸਾਹਿਬ ਨੂੰ ਭਾਵੇਂ ਸੱਪ ਦੇ ਮੂੰਹ 'ਚ ਵੀ ਹੱਥ ਪਾ ਕੇ ਤੇ ਆਪਣੀ ਅਜ਼ਮਤ, ਆਪਣੀ ਸਰਬੁਲੰਦੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਪਵੇ, ਸੱਪ ਦੇ ਮੂੰਹ 'ਚ ਹੱਥ ਪਾ ਦਿੰਦੇ ਸਨ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਕਦੇ ਚੀਨੀ ਵੱਲੋਂ ਆਪਣੇ ਵੱਡਿਆਂ ਨੂੰ ਲੈਣ ਦਾ, ਕਦੇ ਸਮਰਕੰਦ ਵੱਲੋਂ ਹਿਜਰਤ ਕਰਵਾ ਦਿੱਤੀ ਹੈ, ਕਦੇ ਕਿਰਿਓ ਕਰਵਾ ਦਿੱਤਾ ਹੈ ਜੀ, ਸਿਰਫ ਆਪਣੀ ਵੱਡਿਆਂ ਵਾਸਤੇ ਕਿ ਮੇਰਾ ਖਾਨਦਾਨ, ਮੇਰੀ ਜਿਹੜੇ ਅਸਬ ਨਸਬ ਹੈ ਵੱਡਾ ਹੈ। ਮੇਰਾ ਦਾਦਾ ਜਿਹੜਾ ਉਹਨੂੰ ਗੋਲੀ ਵੀ ਨਹੀਂ ਸੀ ਲੱਗਦੀ ਤੇ ਉਹਨੂੰ ਤੋਪ ਦਾ ਗੋਲਾ ਵੀ ਨਹੀਂ ਸੀ ਲੱਗਦਾ। ਤੇ ਕਾਦੀਆਂ ਦੇ ਦੁਆਲੇ ਜਿਹੜੀ ਦੀਵਾਰ ਹੁੰਦੀ ਸੀ ਉਹ ਐਡੀ ਚੌੜੀ ਸੀ ਕਿ ਉਹਦੇ ਉੱਤੇ ਜਨਾਬ 3 ਛਕੜੇ ਪੈਰਲਲ ਦੌੜ ਸਕਦੇ ਸਨ। ਵੀ ਕੌਣ ਹੈ ਜਿਹੜਾ ਇਹਨਾਂ ਗੱਲਾਂ ਨੂੰ ਮੰਨਦਾ? ਮੈਂ ਤੇ ਹੈਰਾਨ ਹੁੰਦਾ ਕਿ ਮਰਜ਼ਾਈ ਜਦੋਂ ਇਹ ਗੱਲਾਂ ਭੁੱਲ ਜਾਂਦੇ ਸਨ ਤੇ ਫਿਰ ਉਹ ਕਹਿ ਦਿੰਦੇ ਸੀ 100 ਚੀਫਸ ਜਿਹੜੀ ਲਿਖੀ ਹੈ ਨਾ ਉਹਨੇ, ਕੀ ਉਹਦਾ ਨਾਮ ਹੈ, ਡਗਲਸ ਨਹੀਂ, ਭੁੱਲ ਗਏ ਹੁਣ ਜਿਹਨੇ 100 ਪਰਸਨੈਲਿਟੀ ਲਿਖੀਆਂ ਨੇ, 100 ਚੀਫਸ ਜਿਹਨੇ ਲਿਖੀ ਹੈ। ਮੇਰੇ ਖਿਆਲ ਵਿਲੀਅਮ ਨਾਲ ਉਹਦਾ ਕੋਈ ਨਾਮ ਸ਼ੁਰੂ ਹੁੰਦਾ। ਖੈਰ ਉਹਦਾ ਉਹਨੇ ਲਿਖੀ ਤੇ ਉਹਦੇ ਉੱਥੇ ਉਹਨੇ ਕਿਹਾ ਜੀ ਕਿ ਉਹਨੇ ਲਿਖਿਆ ਕਿ ਮੇਰਾ ਜਿਹੜਾ ਖਾਨਦਾਨ, ਸਾਡਾ ਜਿਹੜਾ ਖਾਨਦਾਨ ਹੈ ਨਾ, ਉਹ ਤੈਮੂਰ ਦਾ ਇੱਕ ਚਾਚਾ ਸੀ, ਉਹਦਾ ਨਾਮ ਸੀ ਆਪਣਾ ਬਿਰਲਾਸ। ਉਹ ਉੱਥੋਂ ਦੀ ਮੂਵ ਹੋਇਆ ਤੇ ਉਸ ਤੋਂ ਬਾਅਦ ਉਹ ਇੱਥੇ ਆ ਗਿਆ ਤੇ ਉਹਨੇ ਕਿਹਾ ਜੀ ਇਜਾਜ਼ੀ ਤੌਰ ਤੇ ਮੇਰੇ ਚਾਚੇ ਨੂੰ ਨਾ ਕਾਜ਼ੀ ਬਣਾ ਦਿੱਤਾ। ਤੇ ਇਹ ਜਿਹੜਾ ਸਾਡਾ ਇਲਾਕਾ ਹੈ ਨਾ ਕਾਦੀਆਨ, ਇਹ ਪਹਿਲੇ ਕਾਜ਼ੀਆਂ ਦੇ ਨਾਮ ਤੋਂ ਮਸ਼ਹੂਰ ਸੀ। ਤੇ ਉਹ ਕਾਜ਼ੀ ਫਿਰ ਉਹਦੀ ਨਸਲ ਅੱਗੇ ਵੱਧਦੀ ਅੱਗੇ ਉਹ ਪਿੰਡ ਮੇਰੇ ਦਾਦੇ ਤੋਂ ਫਿਰ ਮੇਰੇ ਵਾਲਿਦ ਕੋਲ ਆ ਗਿਆ ਰਿਆਸਤ ਤੋਂ। ਤੇ ਉਸ ਤੋਂ ਬਾਅਦ ਅੱਗੋਂ ਦੀ ਮੈਂ ਰਈਸੇ ਕਾਦੀਆਨ ਬਣ ਗਿਆ ਆਪਣੇ ਪਿਓ ਤੋਂ ਬਾਅਦ। ਤੇ ਉਹ ਵਿਚਲੀ ਗੱਲ ਸਾਰੀ ਭੁੱਲ ਗਈ ਕਿ ਮੈਂ ਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਤੇ ਚਾਈਨਾ ਤੋਂ ਮੂਵ ਹੋਏ ਨੇ, ਕਿਤੇ ਮੈਂ ਫਾਰਸ ਤੋਂ ਮੂਵ ਕਰਵਾਇਆ ਹੈ। ਤੇ ਉਹ ਸਾਰੀ ਗੱਲ ਭੁੱਲ ਕੇ ਤੇ ਬਾਅਦ 'ਚੋਂ ਇਹ ਵੀ ਮੰਨ ਲਿੱਤਾ ਕਿ ਮੇਰੇ ਜਿਹੜੇ ਵੱਡੇ ਵਡੇਰੇ ਸੀ ਨਾ ਉਹ ਮੁਗਲ ਬਿਰਲਾਸ ਸਨ, ਤੈਮੂਰ ਦੇ ਚਾਚੇ ਦੀ ਨਸਲ ਵਿੱਚ ਸਨ। ਇਸ ਤਰ੍ਹਾਂ ਹੀ ਉਹ ਜਿਹੜਾ ਬਿਆਨ ਕੀਤਾ ਨਾ 80 ਪਿੰਡ ਸਨ ਸਾਡੇ ਦਾਦੇ ਪੜਦਾਦੇ ਦੇ, ਉਹ ਰਣਜੀਤ ਸਿੰਘ ਨੇ ਖੋਹ ਲਏ ਸਨ। ਕੁਝ ਪਿੰਡ ਫਿਰ ਸਾਨੂੰ ਵਾਪਸ ਮਿਲ ਗਏ ਤੇ ਕੁਝ ਜਿਹੜੇ ਨੇ ਉਹ ਨਾ ਮਿਲੇ। ਤੇ ਉਹ ਜਨਾਬ ਇੰਨੇ ਪਿੰਡ ਸਨ
ਉਹ ਵਾਪਸ ਵੀ ਤਾਂ ਦਿੱਤੇ ਸੀ, ਉਹਨੇ ਕਿਹਾ ਸਾਡੇ ਤੁਸੀਂ ਨੌਕਰ ਬਣ ਜਾਓ, ਮੁਲਾਜ਼ਮ ਬਣ ਜਾਓ, ਤੇ ਤੁਹਾਡੀ ਰਿਆਸਤ ਤੁਹਾਨੂੰ ਕੁਛ ਨਾ ਕੁਛ ਵਾਪਸ ਮਿਲ ਜਾਏਗੀ। ਤੇ ਉਹ ਸਾਨੂੰ ਥੋੜੀ ਜਿਹੀ ਫਿਰ ਪਿੰਡ ਵਾਪਸ ਮਿਲ ਗਏ, ਤੇ ਵਾਪਸੀ ਮਿਲੇ ਕਰਦੀ ਕਿ ਉਹ ਰਾਜਾ ਰਣਜੀਤ ਸਿੰਘ ਦੀ ਨੌਕਰੀ ਸ਼ੁਰੂ ਕਰ ਦਿੱਤੀ ਸੀ। ਉਹੀ ਮੈਂ ਬਿਆਨਾ ਕਿ 8 ਨੂੰ 80 ਬਣਾਉਣਾ, ਜ਼ਰਬਾਂ ਦੇ ਕੇ ਤੇ ਝੂਠ ਘੜ ਕੇ ਲਿਖਣੇ। ਸਿਰਫ ਇੰਨੀ ਗੱਲ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਕਿ ਬੰਦਾ ਕਿੱਡਾ ਵੱਡਾ ਝੂਠਾ ਹੈ, ਕਿੱਡਾ ਵੱਡਾ ਰੇਡੀਓ ਗੱਪਸਤਾਨ ਹੈ, ਜਿਹੜਾ ਕਹਿੰਦਾ ਕਿ ਮੇਰੇ ਦਾਦੇ ਨੂੰ ਨਾ ਗੋਲੀ ਅਸਰ ਕਰਦੀ ਸੀ, ਨਾ ਤੋਪ ਦਾ ਗੋਲਾ ਅਸਰ ਕਰਦਾ ਸੀ। ਹਜ਼ਾਰ ਬੰਦੇ ਦੇ ਉੱਤੇ ਇਕੱਲਾ ਹੀ ਫਤਹ ਪਾ ਜਾਂਦਾ ਸੀ। 1000 ਬੰਦੇ ਦੀ ਫੌਜ ਸਾਹਮਣੇ ਹੋਵੇ ਤੇ ਇੱਕ ਬੰਦਾ ਇਕੱਲਾ ਹੈ ਤੇ ਉਹਨਾਂ ਦੇ ਕਾਬੂ ਨਹੀਂ ਪਿਆ ਹੁੰਦਾ। ਤੇ ਉਹਨਾਂ ਕੋਲ ਬੰਦੂਕਾਂ ਦੇ ਗੋਲੀਆਂ ਨੇ, ਤੋਪਾਂ ਵੀ ਨੇ, ਲੇਕਿਨ ਇਹਦੇ ਕੋਲ ਕੋਈ ਸ਼ੈ ਵੀ ਨਹੀਂ। ਉਹਦੇ ਬਾਵਜੂਦ ਉਹਨਾਂ ਦੇ ਭਾਰਾ ਹੈ। ਕਹਿੰਦਾ ਉਹਦੀ ਵਜ੍ਹਾ ਪਤਾ ਕੀ ਹੈ? ਰਾਤੀ ਸ਼ਬਦਾਰ ਆਦਮੀ ਸੀ ਨਾ, ਰਾਤੀ ਖੁਦਾ ਦਾ ਵਲੀ ਸੀ, ਰਾਤੀ ਮਸੱਲੇ ਤੇ ਹੁੰਦਾ ਸੀ, ਦਿਹਾੜੀ ਤਲਵਾਰ ਫੜ ਲੈਂਦਾ ਸੀ। ਬਹੁਤ ਅੱਛਾ। ਦੇਖੋ ਜੀ, ਜਿਹੜਾ ਬੰਦਾ ਰਾਤੀ ਮਸੱਲੇ ਤੇ ਹੋਵੇ, ਸਵੇਰੇ ਉਹ ਤਲਵਾਰ ਨਾਲ ਲੜ ਹੀ ਸਕਦਾ। ਤਲਵਾਰ ਦੀ ਵੀ ਲੋੜ ਨਹੀਂ, ਖੂਬ ਹੀ ਮਾਰੇ। ਅੱਛਾ ਆਮਰ ਭਾਈ, ਇਸ ਦੌਰ ਦੇ ਵਿੱਚ ਯਾਨੀ ਕਿ ਹੁਣ ਜਿਸ ਤਰ੍ਹਾਂ ਅਸੀਂ ਮਜ਼ਹਬ ਜਾਂ ਦੀਨ ਇਸਲਾਮ ਨੂੰ ਲੈ ਕੇ ਜਿੰਨੇ ਅਗਰੈਸਿਵ ਆ, ਉਸ ਦੌਰ ਦੇ ਵਿੱਚ ਹੀ ਮਿਰਜ਼ਾ ਸਾਹਿਬ ਨੂੰ ਛੱਡਣ ਦਾ ਮਕਸਦ ਹੀ ਇਹ ਸੀ ਮੇਰੇ ਖਿਆਲ ਨਾਲ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਹੀ ਫੂਟ ਪਈ ਰਹੇ। ਮਿਰਜ਼ਾ ਸਾਹਿਬ ਨੇ ਦਾਅਵਾ ਯਾਦ ਕੀਤੇ ਨੇ, ਕਿਸੇ ਨੇ ਛੁੱਡਿਆ ਐਵੇਂ ਲੋਕੀ ਗੱਲਾਂ ਨੂੰ ਖਰਾਬ ਤੇ ਕਰਦੇ ਨੇ। ਜਿਹੜੀ ਅਸਲ ਗੱਲ ਹੁੰਦੀ ਉਹਦੇ ਤੋਂ ਵੀ ਜਿਹੜਾ ਨਾ ਬੰਦੇ ਦਾ ਫੋਕਸ ਹਟਾ ਦਿੰਦੇ ਨੇ। ਕਿਸੇ ਨੇ ਨਹੀਂ ਛੱਡਿਆ ਤੇ ਨਾ ਕਿਸੇ ਦੇ ਛੱਡਿਆ ਇੰਜ ਕੰਮ ਹੁੰਦਾ ਹੈ ਨਾ। ਇਹ ਪ੍ਰੀ ਪਲਾਨਡ ਕੰਮ ਹੋਇਆ। ਇਹ ਇੱਕ ਬੰਦਾ ਏ, ਉਹਨੂੰ ਮਸਲਾ ਏ, ਉਹਨੇ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਉਹਨੂੰ ਜ਼ਰੂਰਤ ਪੈਂਦੀ ਗਈ ਉਹ ਆਪ ਦਾਅਵੇ ਕਰਦਾ ਲੱਗਾ ਗਿਆ। ਉਹਨੂੰ ਆਪ ਨਹੀਂ ਸੀ ਪਤਾ ਹੁੰਦਾ ਮੈਂ ਪਹਿਲਾਂ ਕਿਹੜਾ ਦਾਅਵਾ ਕੀਤਾ ਤੇ ਹੁਣ ਕਿਹੜਾ ਕਰਨਾ ਹੈ। ਉਹਦੇ ਵਾਸਤੇ ਨਾ ਕਿਸੇ ਅੰਗਰੇਜ਼ ਦਾ ਨਾ ਕਿਸੇ ਹੋਰ ਕੌਮ ਦਾ ਪਿੱਛੇ ਕੋਈ ਹੱਥ ਹੈ। ਖਾਮਖਾ ਗੱਲਾਂ ਬਗੈਰ ਸਬੂਤ ਤੋਂ ਲੋਕੀ ਕਰੀ ਜਾਂਦੇ ਨੇ। ਜੇ ਅੰਗਰੇਜ਼ਾਂ ਨੇ ਤਿਆਰ ਕਰਕੇ ਖੜਾ ਕਰਨਾ ਹੁੰਦਾ ਜਾਂ ਇੰਨੀ ਉਹਦੇ ਵਾਸਤੇ ਤਰੱਦਦ ਕੀਤਾ ਹੁੰਦਾ ਤੇ ਉਹ ਬੰਦਾ ਪਹਿਲਾਂ ਈਸਾ ਅਲੈਹਿਸਲਾਮ ਨੂੰ ਮੰਨ ਕੇ ਤੇ ਫਿਰ ਵਫਾਤ ਮਸੀਹ ਦਾ ਕਾਇਲ ਹੁੰਦਾ। ਪਹਿਲਾਂ ਇਹ ਲਿਖ ਕੇ ਵੀ ਮੈਂ ਨਬੀ ਪਾਕ ਤੋਂ ਬਾਅਦ ਜਿਹੜਾ ਨਬੂਵਤ ਦਾ ਦਾਅਵਾ ਕਰੇ ਉਹ ਲਾਨਤੀ ਕਜ਼ਾਬ ਹੈ, ਬਾਅਦ 'ਚ ਆਪ ਨਬੂਵਤ ਦੇ ਦਾਅਵੇ ਕਰਦਾ। ਉਹ ਤੇ ਫਿਰ ਪਲੈਨਿੰਗ ਨਾਲ ਕੰਮ ਕਰਦਾ ਹੈ ਨਾ। ਪਲੈਨਿੰਗ ਤੇ ਨਜ਼ਰ ਹੀ ਨਹੀਂ ਆਉਂਦੀ ਇਹਦੇ ਵਿੱਚ। ਅਗਲੀ ਗੱਲ ਕਿਰੇ ਪੀ ਜਾਂਦੀ ਹੈ, ਪਿਛਲੀ ਕਿਰਾਂ ਨੂੰ ਪੀ ਜਾਂਦੀ ਹੈ। ਉਹ ਜਿਵੇਂ ਰਕਾਬ ਨਹੀਂ ਆਉਂਦਾ, ਪੁਲ ਤੋਂ ਗੱਡੀ ਥੱਲੇ ਛੁੱਟਦਾ, ਫਿਰ ਕਦੇ ਗੱਡੀ ਠਾਹ ਨੂੰ ਤੇ ਕਦੇ ਗੱਡੀ ਠਾਹ ਨੂੰ ਤੇ ਕਦੇ ਤਾਂ ਨੂੰ। ਹਾਂ, ਇਹ ਕੁੱਤੇ ਦਾ ਪੁੱਤਰ ਡਰਾਈਵਰ ਹੈ ਕਿ ਕੀ ਹੈ? ਇਹ ਡਰਾਈਵਰ ਹੈ ਕਿ ਕੀ ਹੈ? ਅੱਛਾ ਚਲੋ ਇੱਕ ਹੋਰ ਗੱਲ ਆ ਜੀ ਕਿ ਮੀਂਹ ਨਾਸਰ ਨੂੰ ਉਹਨੇ ਕਿਹਾ ਕਿ ਇਹ ਵੀ ਸੈਯਦ ਖਾਨਦਾਨ ਦੇ ਵਿੱਚੋਂ ਔਰ ਈਵਨ ਕਿ ਮਲਕ ਇਮਰਾਨ ਦੀ ਕਾਲ ਚੁੱਕ, ਮਲਕ ਇਮਰਾਨ ਦੀ ਕਾਲ ਚੁੱਕ। ਇਹ ਹੀ ਰਹਿ ਗਿਆ ਹੁਣ ਕੱਲਾ ਵਫਾਦਾਰ ਜਿਹੜਾ ਕਿਸੇ ਬਰਾੜ ਤੇ ਨਹੀਂ ਜਾਂਦਾ। ਜਿਹੜੇ ਆ ਦੁਆਲੇ ਥੋੜੇ ਬਹੁਤੇ ਕੋਈ ਦਾਣੇ ਹੈ ਨੇ ਨਾ ਗਾਲਾਂ ਗੁਲਾਂ ਕੱਢਣ ਵਾਲੇ, ਉਹਨਾਂ ਨੂੰ ਬਾਈਕਾਟ ਕਰੋ। ਨਾਲ ਜਾਓਗੇ ਔਰ ਥੱਲੇ ਮੈਸੇਜ ਵੀ ਕਰੋਗੇ ਤੇ ਉਹਨਾਂ ਨੂੰ ਮਿਲੇਗਾ, ਫਾਇਦਾ ਮਿਲੇਗਾ। ਉਹ ਤੇ ਚਾਹੁੰਦੇ ਇੱਥੇ ਅੱਲਾ ਮਾਫ ਕਰੇ ਹੁਣ ਐਵੇਂ ਆਪਣੀ ਕਿੱਟ ਨਾਲ ਲਾ ਲਈਏ ਬਈ ਐਸੇ ਬੰਦੇ ਨੇ। ਵੱਲਾ ਮੈਂ ਇਹਨਾਂ ਨੂੰ ਵੇਖਣਾ ਤਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਥੱਲੇ ਬੰਦੇ 50 ਨਜ਼ਰ ਆ ਜਾਣ, ਇਹ ਤੰਬੀ ਵੀ ਲਾ ਕੇ ਨੱਚਣ ਸ਼ੁਰੂ ਹੋ ਜਾਣਗੇ। ਇੱਥੇ ਕੈਮਰਾ ਆਨ ਕਰਕੇ ਨਾ ਇਹ ਸੁੱਤਣ ਲਾ ਕੇ ਨੱਚਣ ਸ਼ੁਰੂ ਹੋ ਜਾਣਗੇ। ਸਿਰਫ ਆਪਣੀ ਖੁਦ ਨੁਮਾਈ ਤੇ ਸ਼ੋਹਰਤ ਪਿੱਛੇ 10 ਬੰਦੇ ਬੈਠੇ ਹੋਣਗੇ, ਇਹਨਾਂ ਦੇ ਮੂੰਹ 'ਚ ਆਵਾਜ਼ ਨਹੀਂ ਨਿਕਲਦੀ ਹੈਗੀ। ਜਿਸ ਵੇਲੇ 50-60 ਬੰਦੇ ਇਕੱਠੇ ਹੋ ਜਾਣਗੇ ਤੇ ਐਸੀ ਹਰਕਤ ਪੇ ਕਰਦੇ ਹੋਣਗੇ ਨਾ, ਇੰਜ ਪਤਾ ਲੱਗੇਗਾ ਕਿ ਬਹੁਤ ਵੱਡਾ ਕੋਈ ਮੁਬੱਲਗ ਹੈ ਤੇ ਬਹੁਤ ਵੱਡਾ ਕੋਈ ਦਾਈ ਹੈ ਤੇ ਬੜਾ ਇਹਨੂੰ ਦਰਦ ਕੌਮ ਦਾ ਹੋਏ ਬੜੀ ਤਕਲੀਫ ਪਿਆ ਬਰਦਾਸ਼ਤ ਕਰਦਾ। ਤੇ ਮਲਕ ਇਮਰਾਨ ਨੂੰ ਮੈਂ ਜਿਸ ਦਿਨ ਦਾ ਆਖਿਆ ਅੱਜ ਤੀਜਾ ਚੌਥਾ ਦਿਨ ਨੇ, ਇਹਨੇ ਸਹੀ ਫੈਸਲਾ ਕਰਕੇ ਦੱਸ ਛੜਿਆ। ਤੁਸੀਂ ਵੀ ਸਾਰੇ ਭਰਾ ਇਹੋ ਜਿਹੀ ਕਿਸੇ ਸੱਜੇ ਖੱਬੇ ਜਗ੍ਹਾ ਤੇ ਨਾ ਜਾਓ। ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਨਾ ਮੁਸਲਮਾਨਾਂ ਦੇ ਖਿਲਾਫ, ਜਿਹੜੇ ਨਾਸੇ ਨੇ, ਨਾਸੇ ਕਿਆ ਕਹਿਤਾ ਫਿਰਤਾ ਹੈ, कुछ ना सुनो तो बेहतर है। ये नासे मैसेज आया कि प्लानिंग के तहत था और इस पर डिबेट कर लो मुझसे। आ जाओ नहीं भाई। अच्छा मौलवी नहीं, मैं नहीं मैं क्या कोई और है। मैं हूं देखो नहीं अमर भाई ਤੁਹਾਡੇ ਕੋਲ ਇਹ ਨਹੀਂ ਹੋਣੀ ਗੱਲ। ਦੇਖ ਲਿਓ ਮੌਲਵੀ ਸਾਹਿਬ ਨੇ। मौलवी में तो बता भाई ਇਹ ਜਿਸ ਤਰ੍ਹਾਂ ਮਰਜ਼ਾਈਆਂ ਨਾਲ ਗੱਲ ਕਰਦਾ ਇਸ ਤਰ੍ਹਾਂ ਮੇਰੇ ਨਾਲ ਗੱਲ ਸ਼ੁਰੂ ਕਰਦੀ, ਮੈਂ 2 ਮਿੰਟ ਵੀ ਨਹੀਂ ਕੱਢਣੇ। ਕਿਉਂਕਿ ਨਾਸਰ ਮਰਜ਼ਈ ਨੇ ਆਖਿਆ ਸੀ ਵਾ ਫਿਰ ਜਿਹੜਾ ਮੌਲਵੀ ਸਾਹਿਬ ਨੂੰ ਮੈਸੇਜ ਕਰਦੇ ਨੇ ਅਮਰ ਸਾਹਿਬ,
ਨਾਸਰ ਮਰਜ਼ਈ ਵੀ ਮੰਨਿਆ ਇਸ ਗੱਲ ਨੂੰ। ਕੀ ਨਾਸਰ ਮਰਜ਼ਈ ਨਹੀਂ 313 ਦਾ ਉਸਤਾਦ, ਆਹੋ ਉਹ ਪਿਆਂਦਾ ਸੀ ਫਿਰ ਜਿਹੜਾ ਅਮਰ ਨਜ਼ੀਰ ਸਾਹਿਬ ਮੌਲਵੀ ਨਈਮ ਨੂੰ ਆਖਦੇ ਨੇ ਆਵੀਂ, ਫੋਨ ਕਰਦੇ ਨੇ ਫਟਾਫਟ। ਇਹ ਤੇ ਹੈ ਨਾ, ਮੌਲਵੀ ਨਈਮ ਦੀ ਸ਼ੋਹਰਤ ਹੈ ਨਾਲ ਤੇ ਲੱਗ ਰਿਹਾ ਹੈ। ਉਹ ਦੂਜਾ ਜਿਹੜਾ ਉਹਨੂੰ ਨਹੀਂ ਦੁਬਾਰਾ ਹੁਣ ਲੈਣਾ, ਜਿਹੜਾ ਉਹਦੇ ਨਾਲ ਤੇ ਨਾਂ ਲੈਣਾ ਨਾ ਮੈਂਟੀ, ਕਿਦਾਂ ਉਹਨੇ ਕੱਲ ਮੈਂ ਵੇਖਿਆ ਸਾਬਾ ਦੇ ਉੱਤੇ ਬਹੁਤ ਗੰਦਾ ਬਕਵਾਸ ਨੇ। ਉਹ ਮੈਨੂੰ ਅਹਿਮਦ ਅਲੀ ਨੇ ਉਸੇ ਟਾਈਮ ਸੈਂਡ ਕਰ ਛੜੀ ਸੀ ਤੇ ਮੈਂ ਤੇ ਹੁਣ ਟੂ ਮੁਸਲਿਮ ਨੂੰ ਵੀ ਉਸੇ ਟਾਈਮ ਲਾ ਛੜਿਆ, ਭਾਵੇਂ ਮੈਂ ਮੁਹੰਮਦ ਹਾਂ ਤੇ ਲੇਕਿਨ ਗੱਲ ਇਹ ਵੇ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਕਿਸੇ ਤੇ ਵੀ ਗੱਲਬਾਤ ਹੋਵੇ। ਨਹੀਂ ਪਿੱਛਾ ਰਹਿਣ ਦਿਓ ਇਹੋ ਜਿਹੇ ਬੰਦੇ ਨੂੰ, ਕਿਹੜੀ ਭੁੱਖ ਹੈ ਤੁਹਾਨੂੰ? ਇਹ 10 ਮਿੰਟ ਗੱਲ ਕਰ ਲਓ ਜਿਹੜੀ ਕਰਨੀ, ਉਹਦੇ ਬਾਅਦ ਬੰਦ ਕਰੋ, ਹੋਰ ਕੋਈ ਕੰਮ ਕਰੋ। ਜੇ ਕੋਈ ਮਰਜ਼ਈ ਆ ਜੇ ਠੀਕ ਹੈ, ਨਹੀਂ ਆਉਂਦਾ ਤੁਸੀਂ ਆਪਸ ਜਿਹੜੀ ਗੱਲ ਕਰਨੀ ਕਰੋ, ਨਹੀਂ ਕਰਨੀ ਬੰਦ ਕਰੋ। ਮੈਂ ਥੋੜਾ ਜਿਹਾ ਉਸਤਾਦ ਮੁਹਤਰਮ ਅੱਜ ਲਿਖ ਕੇ ਵੀ ਲਾਇਆ ਸੀ ਕਿ ਜਿਹੜਾ ਇੱਕ ਤੇ ਮਾਜ਼ਰਤ ਨਾਮਾ ਤੇ ਦੂਜਾ ਇਹ ਲਿਖਿਆ ਸੀ ਕਿ ਸਾਰੇ ਮੁਸਲਮਾਨ ਜਿਤਨੇ ਵੀ ਨੇ ਮਤਲਬ ਆ ਕੇ ਗੱਲਬਾਤ ਕਰ ਸਕਦੇ ਨੇ, ਲੇਕਿਨ ਇੱਥੇ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਚੱਲਣੀ ਕਰੇ ਤਾਂ ਜਿਹਨੇ ਉਧਰ ਕਿਹੜੇ ਹਰਕਤ ਕਰਕੇ ਆਉਣੀ ਹੈ ਨਾ, ਉਹਨੇ ਇੱਥੇ ਆਉਣਾ, ਅਸੀਂ ਥੱਲੇ ਉਤਰ ਜਾਣਾ, ਸਿੱਧੀ ਗੱਲ ਹੈ। ਜਿਹਨੇ ਉੱਥੇ ਪਰਾਂ ਹਰਕਤ ਕੀਤੀ, ਇੱਥੇ ਤੂੰ ਬੁਲਾਣਾ ਹੈ, ਕੋਲ ਬਾਣਾ ਤੇ ਅਸੀਂ ਥੱਲੇ ਉਤਰ ਜਾਣਾ। ਚਲੋ ਜਿਵੇਂ ਤੁਸੀਂ ਬਿਹਤਰ ਸਮਝੋ ਕਰ ਲਿਓ, ਲੇਕਿਨ ਮੈਂ ਤੇ ਆਖਿਆ ਸੀ ਭਾਈ ਜਿਹੜੇ ਬੰਦੇ ਪਰਾਂ ਬਹਿ ਕੇ ਤੇ ਮੁਸਲਮਾਨਾਂ ਦੀ ਮੰਜੀ 'ਤੇ ਠੋਕਦੇ ਨੇ, ਮੁਸਲਮਾਨਾਂ ਨੂੰ ਬੁਰਾ ਭਲਾ ਪੇ ਕਹਿੰਦੇ ਨੇ, ਉਹਨਾਂ ਨੂੰ ਇੱਥੇ ਬਿਠਾਏਗਾ ਤੇ ਇੱਥੋਂ ਜਿਹੜੇ ਬੰਦਿਆਂ ਦੇ ਉਹ ਬੁਰਾ ਭਲਾ ਉਹਨਾਂ ਨੂੰ ਕਹਿਣ ਲੱਗੇ ਨੇ, ਉਹ ਇੱਥੋਂ ਅੱਗੋਂ ਰਿਐਕਟ ਨਾ ਕਰਨਗੇ, ਫਿਰ ਉੱਥੇ ਉਹੀ ਕੰਮ ਸ਼ੁਰੂ ਹੋ ਜਾਏਗਾ ਨਾ। ਉਸ ਕੰਮ ਨੂੰ ਰੋਕਣਾ, ਉਹ ਕੰਮ ਨਾ ਹੋਵੇ। ਕਿਸ ਤਰ੍ਹਾਂ ਮੈਂ ਪ੍ਰਾਈਵੇਟ ਵਿੱਚ ਪਰਸਨਲ ਵਿੱਚ ਕਿਹੜਾ ਬੰਦਾ ਹੈ, ਕਿਹੜਾ ਤਰਲਾ ਕੀਤਾ ਹੈ, ਉਹ ਮੇਰਾ ਰੱਬ ਜਾਣਦਾ। ਇਹਨੂੰ ਦੁਬਾਰਾ ਨਾ ਸ਼ੁਰੂ ਹੋਣ ਦਿਓ, ਇਸ ਬਹਿਸ ਨੂੰ ਦੁਬਾਰਾ ਹੁਣ ਬੰਦ ਹੀ ਰਹਿਣ ਦਿਓ। ਜੇ ਤੂੰ ਉਹਨਾਂ ਨੂੰ ਭਾਣਾ ਤੂੰ ਭਾਲ ਲੈ, ਜਿਹੜੇ ਗਾਲਾਂ ਕੱਢਦੇ ਨੇ ਮੁਸਲਮਾਨਾਂ ਨੂੰ ਤੇ ਮੁਸਲਮਾਨਾਂ ਦੀ ਲੱਗੇ ਨੇ ਉਸਤਾਦ ਬਣ ਕੇ ਤਰਬੀਅਤ ਕਰਨ ਲੱਗੇ ਨੇ, ਉਹਨਾਂ ਨੂੰ ਭਾਲ ਲੈ, ਅਸੀਂ ਥੱਲੇ ਉਤਰ ਜਾਂਦੇ, ਕੋਈ ਗੱਲ ਨਹੀਂ। ਤੁਸੀਂ ਆਪ ਹੀ ਪੇ ਚੁੱਕਦੇ ਹੋ ਜਿਹਨੂੰ ਚੁੱਕਣਾ ਮੈਂ ਤਾਂ ਕੋਈ ਨਹੀਂ ਚੁੱਕਿਆ ਇੱਥੇ ਤੁਹਾਡੇ ਹੁੰਦਿਆਂ, ਕੋਈ ਐਸਾ ਬੰਦਾ ਕੋਈ ਨਹੀਂ ਆਇਆ। ਚੱਲ ਹੁਣ ਨਹੀਂ ਭਾਈ ਆ ਗਏ ਨੇ, ਨਹੀਂ ਭਾਈ ਆਏ ਨੇ, ਨਾ ਮੁਨਾਜ਼ਰਾ ਕਰਨਾ ਜੇ ਕਰਨਾ ਹੈ। ਇੱਥੇ ਗੱਪਸ਼ਪ ਲਾਓ ਤੇ ਨਹੀਂ ਤੇ ਮਰਜ਼ਾਈਆਂ ਦੀ ਮੰਜੀ ਤੋਂ ਬਸ। अस्सलाम वालेकुम। वालेकुम सलाम। अच्छा वो बाजी गल कहते ना कि वो असी आखने होने कि काम इतना कि करो कि आप ना औखे हो, एक गल ध्यान च रखियो। और से आवाज नहीं आ रही नईम भाई। मैं कह रहा मेरे को सिग्नल वीक होने से आवाज नहीं आ रही। हुण आ रही है कोई नहीं? जी आ रही है। हाँ बाबर की आवाज कट गई ना, मैं उन्होंने मुखातब हाँ उधर लैन हाजिर होन, फिर उन्होंने गल करनी, उन्होंने सिग्नल मेरे को भी उन्होंने भी सुन रहे होवणगे मेरा हालत ਤੁਹਾਨੂੰ म्यूट। नहीं भाई गल मैं गलत करी सी ना की, बंदा प्लांटेड किया गया सी उस टाइम ते। हाँ सिर्फ वो होना कि लाजमी नहीं होना कि हर चीज ना लिखिया सबूत होवे, कोई सबूत शायद फ्राम करन, वो लिखिया सबूत लाजम नहीं होना, वो शायद फ्राम करन के नतीजा है इसमें। जैसे कल अमर भाई का सवाल पाना है ना, पप्पू का सवाल करना है, तो उन्होंने जवाब बिल्कुल सही है भाई, फैसले का नतीजा जो है ना बाद पता लगना है, सियासी फैसले होने ने, इन्हां ते लाजम नहीं होना कि तहरीरी सबूत मुहैया होए होवे, नतायज खुद मुतयन कर देने। मोटरवे ते अमर भाई ने गड्डी चाड़ ली है।